ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਆਪਾਂ ਪਿਆਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਮਸਲੇ ਬਹੁਤ ਹੈ ਔਰ ਉਹਨਾਂ ਮਸਲਿਆਂ ਨੂੰ ਅਸੀਂ ਲਵਾਂਗੇ ਜਿਹੜੇ ਬਿਲਕੁਲ ਆਮ ਚਰਚਾ 'ਚ ਆ ਰਹੇ ਆ, ਜਿਹੜੇ ਬਹੁਤ ਸਰਗਰਮ ਆ। ਉਹਨਾਂ ਮਸਲਿਆਂ ਨੂੰ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰਾਂਗੇ ਅਤੇ ਮੇਰਾ ਖਿਆਲ ਹੈ ਕਿ ਤੁਸੀਂ ਕਿਹੜਾ ਮਸਲਾ ਸਭ ਤੋਂ ਪਹਿਲਾਂ ਲੈਣਾ ਚਾਹੋਗੇ? ਪਹਿਲਾ ਪੰਜਾਬੀਆਂ ਦਾ ਫੇਵਰੇਟ। ਵਾਹ ਵਾਹ, ਪਰੌਂਠੇ ਖਾਣ ਦਾ ਸ਼ੌਕ ਹੈ ਨਾ, ਕਿਉਂਕਿ ਵਾਹ ਵਾਹ ਵਾਹ। ਹਾਂ, ਸਰਦੀਆਂ ਦਾ ਮੌਸਮ ਹੈ। ਅੱਜ ਆਲੂਆਂ ਵਾਲੇ ਬਣਾ ਲਓ, ਹਾਂ, ਅੱਜ ਗੋਭੀ ਵਾਲੇ ਬਣਾ ਲਓ, ਅੱਜ ਮੂਲੀਆਂ ਵਾਲੇ ਬਣਾ ਲਓ, ਅੱਜ ਮਿੱਸੀ ਰੋਟੀ ਬਣਾ ਲਓ। ਕਈ ਤਰ੍ਹਾਂ ਦੇ ਪਰੌਂਠੇ, ਕਈ ਤਰ੍ਹਾਂ ਦੇ ਪਰੌਂਠੇ। ਐਤਵਾਰ ਜ਼ਿਆਦਾ, ਐਤਵਾਰ ਨੂੰ ਜ਼ਿਆਦਾ। ਬਹੁਤ ਆਲੂਆਂ ਦੇ ਤਾਂ ਖੈਰ ਸਾਰੇ ਲੋਕ ਬੜੇ ਪਸੰਦ ਕਰਦੇ ਨੇ। ਹਾਂ, ਅਮਰੀਕਾ ਦੀ ਧਰਤੀ ਦੇ ਉੱਤੇ, ਜੀ, ਕਿਉਂਕਿ ਅਮਰੀਕਾ ਮੈਂ ਲੈ ਕੇ ਚੱਲਿਆ। ਹੁਣ ਤੁਸੀਂ ਕਹੋਗੇ ਅਮਰੀਕਾ ਦੀ ਧਰਤੀ ਦੇ ਉੱਤੇ ਪਰੌਂਠੇ, ਬਾਕੀ ਪਰੌਂਠੇ ਤਾਂ ਉੱਥੇ ਵੀ ਮਿਲਦੇ ਨੇ ਕਿਉਂਕਿ ਸਾਡੇ ਪੰਜਾਬੀ ਉੱਥੇ ਵਸੇ ਨੇ। ਇੱਕ ਦੁਕਾਨ ਦੇ ਬਾਹਰ ਲਿਖਿਆ ਮਿਲਿਆ, ਜਿਹਦਾ ਲਿਖਿਆ ਹੁੰਦਾ ਨਾ ਖੁੱਲਾ ਹੈ, ਬੰਦ ਹੈ ਨਾ, ਇਹ ਟਾਈਮ ਖੁੱਲਣ ਦਾ, ਇਹ ਟਾਈਮ ਬੰਦ ਹੋਣ ਦਾ। ਢਾਬਾ ਹੈ, ਮਾਮੇ ਦਾ ਢਾਬਾ ਹੈ ਤੇ ਫਲਾਨਾ ਢਾਬਾ, ਕਈ ਤਰ੍ਹਾਂ ਦੇ ਢਾਬੇ। ਉੱਤੇ ਕੀ ਲਿਖਿਆ ਹੋਇਆ? ਨੋ ਆਟਾ। ਹਾਂ, ਪਰੌਂਠੇ ਦੇ ਦਾਮ ਦੁੱਗਣੇ ਹੋ ਗਏ। ਵਾਹ। ਮਤਲਬ ਅਮਰੀਕਾ ਦੀ ਧਰਤੀ ਦੇ ਉੱਤੇ ਦੁਕਾਨ ਦੇ ਬਾਹਰ ਲਿਖਿਆ ਹੋਇਆ ਮਿਲੇ ਆਟਾ ਨਹੀਂ ਹੈਗਾ, ਇਸ ਕਰਕੇ ਪਰੌਂਠਾ ਡਬਲ ਰੇਟ 'ਤੇ ਮਿਲੂਗਾ। ਹਾਂ, ਗੱਲ ਤਾਂ ਬੜੀ ਦਿਲਚਸਪ ਵੀ ਆ ਔਰ ਲੋਕਾਂ ਲਈ, ਜਿਹੜੇ ਲੋਕ ਉੱਥੋਂ ਦੇ ਸ਼ੌਕੀਨ ਨੇ, ਜਿਹੜੇ ਸਾਡੇ ਪੰਜਾਬੀ ਬੈਠੇ ਆ, ਖਾਸ ਤੌਰ 'ਤੇ ਪਰੌਂਠਿਆਂ ਦੇ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਬੜੇ ਸ਼ੌਕੀਨ ਆ। ਜਿੱਦਣ ਐਤਵਾਰ ਹੁੰਦਾ ਉਦੋਂ ਇਹਨਾਂ ਦਾ ਸਾਰਾ ਪਰਿਵਾਰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਪਰੌਂਠੇ ਗਰਮ ਗਰਮ ਉੱਤੇ ਘਿਓ ਪਾ ਕੇ ਖਾਂਦੇ, ਮੱਖਣ ਅਤੇ ਪਰੌਂਠਿਆਂ ਦੀ ਨਾਲ ਲੱਸੀ ਪੀਂਦੇ ਆ। ਪਰ ਅੱਜ ਕੱਲ੍ਹ ਉੱਥੇ ਬੜੀ ਕਿੱਲਤ ਆ ਗਈ ਆਟੇ ਦੀ। ਆਟਾ ਜਿਹੜਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦੁਕਾਨਾਂ 'ਤੇ ਲਿਖਿਆ ਗਿਆ, ਪੜ੍ਹਿਆ ਜਾ ਰਿਹਾ ਵੀ ਆਟਾ ਹੈ ਨਹੀਂ, ਨੋ ਆਟਾ। ਔਰ ਇਹਦਾ ਕਾਰਨ ਇਹ ਹੈਗਾ ਕਿ ਬਹੁਤ ਆਟੇ ਦੀ ਪੂਰਤੀ ਜਿਹੜੀ ਸੀ ਇੱਥੋਂ ਇੰਡੀਆ ਤੋਂ ਜਾਂਦਾ ਸੀ ਆਟਾ। ਉੱਥੋਂ ਦੇ ਜਿਹੜੇ ਦੁਕਾਨਦਾਰ ਨੇ, ਉਹਨਾਂ ਨੇ ਦੱਸਿਆ ਕੁਛ ਜਿਹੜੀ ਇਸ ਵੇਲੇ ਜਿਹੜੀਆਂ ਮੌਜਾਂ ਕਰ ਰਹੇ, ਉਹ ਕੈਨੇਡਾ ਦੇ ਜਿਹੜੇ ਆ ਸਪਲਾਈ ਦੇਣ ਵਾਲੇ, ਉਹਨਾਂ ਨੂੰ ਮੌਜ ਹੋ ਗਈ, ਕਿਉਂਕਿ ਉਹ ਕੈਨੇਡਾ ਵਾਲੇ ਜਿਹੜੇ, ਉਹ ਕੈਨੇਡਾ ਵਾਲੇ ਇੱਧਰ ਭੇਜ ਰਹੇ, ਉੱਥੇ ਨੇੜੇ ਆ, ਕੈਨੇਡਾ ਦੇ ਨਾਲ ਲੱਗਦਾ ਦੇਸ਼ ਉਹਨਾਂ ਦਾ। ਉਹ ਹੁਣ ਸਾਰਾ ਆਟਾ ਉੱਧਰ ਮੁਹੱਈਆ ਸਪਲਾਈ ਕਰ ਰਿਹਾ ਅਤੇ ਪੰਜਾਬ 'ਚੋਂ ਵੀ ਆਟਾ ਜਾਂਦਾ ਸੀਗਾ ਔਰ ਪੂਰੇ ਇੰਡੀਆ 'ਚੋਂ ਜਿਹੜਾ ਆਟਾ ਸਪਲਾਈ ਹੁੰਦਾ ਸੀ ਅਮਰੀਕਾ ਨੂੰ। ਨੰਬਰ 2 'ਤੇ ਜਿਹੜੇ ਖਾਣ ਵਾਲੇ ਸਾਰੇ ਲੋਕ ਇੰਡੀਅਨ ਪੰਜਾਬੀ ਆਟੇ ਨੂੰ ਤਰਜੀਹ ਦਿੰਦੇ ਆ। ਅੰਗਰੇਜ਼ ਤੁਹਾਨੂੰ ਪਤਾ ਬਾਕੀ ਚੀਜ਼ਾਂ ਖਾਂਦੇ, ਸਲਾਦ ਖਾ ਜਾਂਦੇ ਆ, ਫਿਰ ਉਹ ਲੈਂਦੇ ਹੈਗੇ ਆ, ਜੂਸ ਪੀਂਦੇ ਆ, ਸੂਪ ਪੀਂਦੇ ਆ, ਕਈ ਤਰ੍ਹਾਂ ਦੀਆਂ ਵੈਜੀਟੇਬਲ ਦੇ ਨਾਲ ਰਿਲੇਟਡ ਚੀਜ਼ਾਂ ਖਾ ਕੇ ਤਕੜੇ ਹੁੰਦੇ ਆ। ਅਤੇ ਸਾਡੇ ਪੰਜਾਬੀਆਂ ਨੂੰ ਮਾਂ ਦੀਆਂ ਪੱਕੀਆਂ ਖਾਣ ਦਾ ਬੜਾ ਸ਼ੌਕ ਆ। ਅਤੇ ਮਾਂ ਬੈਠੀ ਅੱਜ ਚੁੱਲ੍ਹੇ 'ਤੇ ਰੋਟੀਆਂ ਖਾਓ, ਔਰ ਉਸੇ ਤਰ੍ਹਾਂ ਦੀਆਂ ਰਸੋਈਆਂ ਅਜੇ ਸਬਾਤਾਂ ਅਮਰੀਕਾ ਦੀ ਧਰਤੀ 'ਤੇ ਉਹ ਸਾਰੀਆਂ ਲੋਕਾਂ ਨੇ, ਕਿਉਂਕਿ ਆਪਣੇ ਵਿਰਸੇ ਨੂੰ ਘੱਟ ਭੁੱਲਦੇ ਆ। ਕਿਉਂਕਿ ਇਸੇ ਕਰਕੇ ਹੈਗਾ ਕਿ ਯਾਰ ਅਚਾਰ ਕੱਢੋ, ਹੈ ਨਾ, ਮੱਖਣ ਕੱਢੋ, ਲੱਸੀ ਲਿਆਓ, ਔਰ ਉਹ ਇਹਨਾਂ ਦੇ ਜ਼ਾਇਕੇਦਾਰ ਜਿਹੜੇ ਅਜੇ ਬਣੇ ਨੇ ਸਵਾਦ, ਉਹ ਨਹੀਂ ਉੱਥੇ ਉਹਨਾਂ ਨੂੰ ਭੁੱਲੇ। ਪਰ ਆਹ ਜਿਹੜੀ ਕਿੱਲਤ ਹੈ, ਇਹ ਸਾਨੂੰ ਸਾਰਿਆਂ ਨੂੰ ਬੜੀ ਗੱਲਬਾਤ ਜਿਹੜੀ ਹੈਗੀ ਹੈ, ਇਹ ਸਾਡੇ ਮਨ 'ਚ ਹੈਗੀ ਹੈ ਕਿ ਇੱਦਾਂ ਦੀ ਸੁਪਰ ਧਰਤੀ 'ਤੇ, ਇੱਦਾਂ ਦੇ ਜਿਹੜੇ ਖੁਸ਼ਹਾਲ ਦੇਸ਼ ਵਿੱਚ ਆਟੇ ਦੀ ਕਮੀ ਆ ਗਈ। ਔਰ ਅਮਰੀਕਾ ਦੇ ਵਾਈਟ ਹਾਊਸ, ਬਾਈਡਨ ਤੋਂ ਲੈ ਕੇ ਸੈਨੇਟ ਤੱਕ, ਉਹਨਾਂ ਨੂੰ ਤਾਂ ਇਹ ਹੈਗਾ ਕਿ ਆਟਾ ਮੁਹੱਈਆ ਕੀਤਾ ਜਾਵੇ। ਉਹਨਾਂ ਨੇ ਫਿਰ ਇੰਡੀਆ ਨਾਲ ਜਿਹੜਾ ਸਮਝੌਤੇ 'ਤੇ ਗੱਲ ਕੀਤੀ ਆ ਔਰ ਉਸ ਟ੍ਰੀਟੀ 'ਤੇ ਆਏ ਆ। ਉਹਨਾਂ ਨੇ ਕਿਹਾ ਵੀ ਆਟਾ ਜਿਸ ਤਰ੍ਹਾਂ ਸਾਨੂੰ ਪਹਿਲੋਂ ਆਉਂਦਾ ਸੀ, ਜੇ ਸਪਲਾਈ ਤਾਂ ਉਸੇ ਮਿਕਦਾਰ 'ਚ ਹੋਣਾ ਚਾਹੀਦਾ। ਹੁਣ ਤੱਕ ਸਗੋਂ ਹੋਰ ਪ੍ਰਵਾਸੀ ਭਾਰਤੀ ਹੋਰ ਚਲੇ ਗਏ, ਉੱਥੇ ਤਾਦਾਦ ਵੱਧਦੀ ਜਾ ਰਹੀ ਹੈ। ਜਿੰਨੇ ਮੁੰਡੇ ਨਵੇਂ ਪੜ੍ਹਨ ਜਾਂਦੇ ਆ, ਇਹ ਤਾਂ ਨਹੀਂ ਕਿ ਪੀਜ਼ਾ ਖਾ ਲੈਣਗੇ, ਬਰਗਰ ਖਾ ਲੈਣਗੇ, ਆਟੇ ਨੂੰ ਜਾ ਕੇ ਬਾਹਰ ਜ਼ਿਆਦਾ ਜੀਅ ਕਰਦਾ, ਕਿਉਂਕਿ ਉਹਨਾਂ ਦੇ ਵੀ ਮਾਂ ਦਾ ਆਟਾ ਜਿਹੜਾ ਨਾ ਗੁੰਨਿਆ, ਉਹ ਜ਼ਿਆਦਾ। ਸਹੀ ਗੱਲ ਹੈ, ਸਹੀ ਗੱਲ ਹੈ। ਔਰ ਦੇਖੋ ਨਾ, ਸਟਫ ਕੀਤੀ ਹੋਈ ਚੀਜ਼ ਹੈ। ਕਈ ਵਾਰ ਤਾਂ ਇੱਥੇ ਨਾ ਛੋਲਿਆਂ ਦੀ ਦਾਲ ਉਬਾਲ ਕੇ ਉਹਦੇ ਵੀ ਪਰੌਂਠੇ ਬਣਦੇ ਆ, ਉਹਨੂੰ ਮੈਸ਼ ਕਰਕੇ ਉਹਦੇ 'ਚ ਪਾ ਕੇ। ਪੰਜਾਬੀ ਖਾਣੇ ਦਾ ਤਾਂ ਮੈਂ ਨਾ ਪੰਜਾਬੀਆਂ ਤੇ ਕਮਾਲ ਕਰਦੇ ਨੇ। 3 ਪਰੌਂਠੇ ਖਾ ਲਏ, ਚੌਥਾ ਅੱਧਾ ਦੇ ਦਿਓ, ਅੱਧਾ ਖਾ ਕੇ ਹੁਣ ਅੱਧਾ ਵੀ ਕੀ ਛੱਡਣਾ, ਆਹ ਵੀ ਦੇ ਦਿਓ, 4 ਪਰੌਂਠੇ ਹੋ ਗਏ। ਤਾਂ ਇਹ ਦੇਖੋ, ਹੁਣ ਮੈਂ ਦੁਪਹਿਰੇ ਕੁਝ ਨਹੀਂ ਖਾਣਾ, ਰਾਤੀ ਖਾਊਂਗਾ, ਸਵੇਰੇ ਵੀ ਠੋਕਵਾਂ ਤੇ ਰਾਤੀ ਵੀ ਠੋਕਵਾਂ। ਹੁਣ ਦੁਪਹਿਰ ਕਿਹਨੇ ਦੇਖੀ, ਦੁਪਹਿਰੇ ਵੀ ਕੁਝ ਨਾ ਕੁਝ ਹੋ ਜਾਊਗਾ, ਕਿਉਂਕਿ ਪੰਜਾਬੀ ਆ ਬਈ, ਇੱਦਾਂ ਥੋੜ੍ਹਾ ਰਹਿ ਸਕਦੇ। ਤੰਦੂਰ 'ਤੇ ਪਰੌਂਠੇ ਵੀ ਬਣਦੇ ਆ, ਕਿਤੇ ਲੋਹ 'ਤੇ ਬਣਦੇ ਨਾ, ਚੁੱਲ੍ਹੇ 'ਤੇ ਜਾਂ ਜਿਹਦੇ ਉਹਨਾਂ ਨੂੰ ਬਣਾਓਗੇ ਤਵੇ 'ਤੇ ਘਿਓ ਲਾ ਕੇ ਬਣਦਾ ਨਾ, ਦੋਨੇ ਪਾਸੇ ਤੋਂ ਚੋਪੜ ਕੇ ਵਿੱਚ ਘਿਓ ਪਾ ਕੇ ਡਬਲ ਜਿਹੜਾ ਪੇੜਾ ਕਰਕੇ, ਬੜੇ ਹੈਵੀ ਪਰੌਂਠੇ ਬਣਦੇ। ਬੜੇ ਤਰ੍ਹਾਂ ਦੇ ਨੇ ਜੀ, ਬਲਕਿ ਵੈਜੀਟੇਰੀਅਨ ਪਰੌਂਠੇ, ਨਾਨ ਵੈਜੀਟੇਰੀਅਨ ਪਰੌਂਠੇ, ਕੀਮੇ ਵਾਲੇ ਪਰੌਂਠੇ ਵੀ ਆਪਾਂ ਦੇਖਦੇ ਹਾਂ, ਕਈ ਲੋਕ ਬਣਾਉਂਦੇ ਨੇ, ਖਾਂਦੇ ਨੇ ਬੜੇ ਤਰ੍ਹਾਂ। ਸੋ ਕਈ ਵਾਰ ਮੈਨੂੰ ਇੱਦਾਂ ਫੀਲ ਹੁੰਦਾ ਜਿਵੇਂ ਇਹ ਕਿਤੇ ਅਰਬ ਕੰਟਰੀ ਤੋਂ ਇਹ ਕੌਨਸੈਪਟ ਆਇਆ ਪਰੌਂਠਿਆਂ ਦਾ, ਸਾਡਾ ਪੰਜਾਬੀਆਂ ਦਾ ਨਹੀਂ ਹੈ। ਇਹ ਮੁਗਲਾਂ ਦੇ ਟਾਈਮ ਦਾ, ਸ਼ਾਇਦ ਮੁਗਲਾਂ ਦੇ ਟਾਈਮ, ਜਦੋਂ ਮੁਗਲ ਆਏ ਸੀ ਨਾ ਭਾਰਤ ਦੇ ਵਿੱਚ, ਉਹਨਾਂ ਨੇ ਪਰੌਂਠੇ ਬਣਾਉਂਗੇ ਤਕੜੇ ਉਹ ਵੀ ਬਹੁਤ ਸੀਗੇ। ਜਦੋਂ ਉਹਨਾਂ ਨੇ ਇੱਥੇ ਖਲਾਰਾ ਪਾਇਆ, ਇੱਥੇ ਆ ਕੇ ਹਮਲੇ ਕੀਤੇ ਆ, ਅਤੇ ਫਿਰ ਆਪਣੇ ਖਾਣੇ ਬਣਾਉਂਦੇ। ਤੰਦੂਰ ਵੀ ਉਸ ਟਾਈਮ ਦਾ ਗਾ, ਤੰਦੂਰ ਉਹ ਜਿੱਥੇ ਜੰਗ ਯੁੱਧ ਹੁੰਦੇ, ਉੱਥੇ ਤੰਦੂਰ ਮਿੱਟੀ ਦਾ ਬਣਾ ਕੇ ਉਹਦੇ ਵਿੱਚ ਗੱਡ ਦਿੰਦੇ ਸੀ, ਉਹਦੇ ਵਿੱਚ ਰੋਟੀਆਂ ਪਰੌਂਠੇ ਉਹਦੇ 'ਚ ਬਣਦੀਆਂ ਸੀ। ਪਹਿਲਾਂ ਆਪਣੇ ਤਵੇ ਦੀਆਂ ਰੋਟੀਆਂ ਬਣਦੀਆਂ ਰਹੀਆਂ ਇੰਡੀਆ 'ਚ, ਪਰ ਉਸ ਤੋਂ ਬਾਅਦ ਜਦੋਂ ਮੁਗਲ ਆ ਗਿਆ, ਮੀਟ ਵੀ ਉਦੋਂ ਰਿੱਝਣਾ ਸ਼ੁਰੂ ਹੋ ਗਿਆ, ਉਦੋਂ ਬਾਅਦ ਦਹੀਂ ਬਣਨਾ ਸ਼ੁਰੂ ਹੋ ਗਿਆ,
ਉਸ ਤੋਂ ਬਾਅਦ ਪਰੌਂਠੇ ਆ ਗਏ ਔਰ ਬੜੀਆਂ ਜ਼ਾਇਕੇਦਾਰ ਚੀਜ਼ਾਂ ਜਿਹੜੀਆਂ ਬਣਦੀਆਂ ਨੇ। ਅੱਜ ਵੀ ਅਫਗਾਨਿਸਤਾਨ ਦੀ ਧਰਤੀ 'ਤੇ ਜੇ ਤੁਸੀਂ ਪਰੌਂਠੇ ਖਾਓਗੇ, ਉਹਦੀ ਲਜ਼ਤ, ਉਹਦਾ ਸਵਾਦ, ਉਹਦਾ ਆਪਣੀ ਤਰ੍ਹਾਂ ਦੀ ਮਹਿਕ ਹੈਗੀ ਹੈ। ਇਹ ਤਰ੍ਹਾਂ ਦੇ ਲੋਕ ਨੇ। ਚਲੋ ਅਸੀਂ ਹੁਣ ਜਿਹੜੇ ਸਾਡੇ NRI ਬਰਾਦਰੀ ਉੱਥੇ ਹੈ ਪੰਜਾਬ ਦੇ ਵਿੱਚ, ਸਾਡੇ ਪੰਜਾਬੀ ਭਾਰਤੀ ਉੱਥੇ ਬੈਠੇ ਨੇ NRIs, ਹੁਣ ਉਹ ਅਸੀਂ ਮਹਿਸੂਸ ਕਰ ਸਕਦੇ ਹਾਂ ਪਰੌਂਠੇ ਨਹੀਂ ਮਿਲਦੇ ਪਏ ਤੇ ਫਿਰ ਮਹਿਸੂਸ ਤਾਂ ਹੋਣਾ ਹੀ ਹੈ। ਚਲੋ ਕੋਈ ਨਹੀਂ, ਹਾਂ ਨਹੀਂ ਚਲੋ ਕੋਈ ਨਹੀਂ ਹੈਗਾ, ਪਰੌਂਠੇ ਮਿਲਣਗੇ ਕੋਈ ਨਹੀਂ। ਅਸੀਂ ਮੀਡੀਆ ਦੇ ਰਾਹੀਂ ਇੱਥੇ ਸਰਕਾਰ ਨੂੰ ਇਹ ਬਿਲਕੁਲ ਇਹ ਗੱਲ ਕਰਦੇ ਹਾਂ ਔਰ ਇਹਨਾਂ ਨੂੰ ਪਰਸਿਊ ਕਰਦੇ ਹਾਂ ਕਿ ਇਹ ਗੱਲ ਪੂਰੀ ਕਰ ਦਿੱਤੀ ਜਾਵੇ, ਕਿਉਂਕਿ ਬਹੁਤ ਸਾਡੇ ਪ੍ਰਵਾਸੀ ਭਾਰਤੀ ਪੰਜਾਬ ਤੋਂ ਔਰ ਇੰਡੀਆ ਤੋਂ ਗਏ ਉੱਥੇ, ਜਵਾਨ ਮੁੰਡੇ ਵੀ ਆ, ਬੱਚੇ ਵੀ ਆ, ਬਜ਼ੁਰਗ ਵੀ ਆ। ਔਰ ਤੁਸੀਂ ਪਾਰਕਾਂ ਦੇ ਵਿੱਚ ਵੇਖੋ, ਪਾਰਕਾਂ ਭਰੀਆਂ ਪਈਆਂ, ਤਾਸ਼ ਖੇਡ ਰਹੇ ਉੱਥੇ ਬੈਠੇ ਆ, ਗੱਲਾਂ ਫਿਰ ਵੀ ਇਹ ਵੀ ਹੁੰਦੀਆਂ ਅੱਜ ਕਿੰਨੀਆਂ ਰੋਟੀਆਂ ਖਾਧੀਆਂ, ਅੱਜ ਕਿਹੜੀ ਸਬਜ਼ੀ ਨਾਲ ਰੋਟੀ ਖਾਧੀ। ਹੁਣ ਉੱਥੇ ਅੱਜ ਚਰਚਾ ਇਹ ਹੋ ਰਹੀ ਹੈ ਵੀ ਆਟਾ ਮਿਲਿਆ ਦੁਕਾਨ ਤੋਂ ਕਿ ਨਹੀਂ ਮਿਲਿਆ। ਪੈਕ ਮਿਲਦੇ ਆ ਨਾ ਆਟੇ ਦੇ 5 ਕਿਲੋ ਦਾ, 10 ਕਿਲੋ ਦਾ, ਜੀ ਉਸੇ ਤਰ੍ਹਾਂ ਦਾ ਦੁੱਧ ਵੀ ਇਸੇ ਤਰ੍ਹਾਂ। ਮੈਂ ਉਹੀ ਕਹਿ ਰਿਹਾ ਕਿ ਚਲੋ ਕੋਈ ਗੱਲ ਨਹੀਂ, ਥੋੜੇ ਦਿਨ ਜੇ ਨਹੀਂ ਵੀ ਖਾਣੇ ਪੈਣਗੇ ਫਿਰ ਆਟਾ ਆਊਗਾ ਨਾ, ਫਿਰ ਡਬਲ ਖਾ ਲਈ ਨਹੀਂ ਨਾ, ਪੂਰਾ ਕਰ ਲੈਣਾ। ਪੰਜਾਬੀ ਜਿੱਥੇ ਵੀ ਹੋਣੇ ਜੰਗਲ 'ਚ ਮੰਗਲ ਲਾ ਦਿੰਦੇ ਆ। ਹਾਂ ਚਲੋ ਆਪਾਂ ਅੱਗੇ ਵਧੀਏ। ਜੀ ਅੱਗੇ ਹੈ ਜੀ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਪੇਂਡੂ ਵਿਕਾਸ ਫੰਡ ਦੇਣ ਤੋਂ ਨਾ ਕਰ ਦਿੱਤੀ ਗਈ ਹੈ। ਪਹਿਲਾਂ ਵੀ ਲੱਗਦਾ ਸੀ ਨਾ ਕਰਨੀ ਹੈ ਔਰ ਹੁਣ ਨਾ ਕਰ ਦਿੱਤੀ ਹੈ ਪ੍ਰੈਕਟੀਕਲੀ। ਤੁਸੀਂ ਆ ਗਏ ਹੁਣ ਫਿਰ ਅਮਰੀਕਾ ਦੀ ਧਰਤੀ ਤੋਂ ਉਡਾਨ ਭਰ ਕੇ ਪੰਜਾਬ ਆ ਗਏ ਆ ਵਾਪਸ। ਪੰਜਾਬ ਦਿੱਲੀ ਵੀ ਗਏ, ਕੇਂਦਰ ਦਾ ਤੇ ਦਿੱਲੀ ਦਾ ਤੇ ਸਾਡਾ ਸੰਬੰਧ ਬੜਾ ਹੀ ਹੋਇਆ। ਗੱਲ ਤਾਂ ਵੈਸੇ ਬੜੀ ਗਲਤ ਹੈਗੀ ਆ। ਜੇ ਜ਼ਿਕਰ ਕੀਤਾ ਜਾਵੇ ਡਬਲ ਇੰਜਨ ਦਾ, ਡਬਲ ਡੱਬਿਆਂ ਦਾ, ਤੇ ਵਾਕਈ ਉਹ ਗੱਲ ਨਿਰਭਰ ਹੁੰਦੀ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਬਾਕੀ ਸੂਬਿਆਂ 'ਚ ਤਾਂ ਬਕਾਇਦਾ ਤੌਰ 'ਤੇ ਸਾਰਾ ਕੁਝ ਫੰਡ ਜਾ ਰਹੇ ਆ ਔਰ ਪੰਜਾਬ ਨਾਲ ਇਹ ਬਿਲਕੁਲ ਦੁਜਾਗੀ ਹੁੰਦੀ ਆ। ਇਹਨੂੰ ਮਤਰੇਆ ਬੱਚਾ ਦੀ ਤਰ੍ਹਾਂ ਜਾਣਿਆ ਜਾਂਦਾ ਔਰ ਇਹਦੇ ਵਿੱਚ 2800 ਕਰੋੜ ਦਾ ਇਹ ਬਜਟ ਸੀਗਾ ਜਿਹੜਾ ਪੰਜਾਬ ਦੇ ਵਿਕਾਸ ਲਈ ਜਾਂਦਾ ਹੈ। ਇਹਨੂੰ ਰੂਰਲ ਡਿਵੈਲਪਮੈਂਟ ਫੰਡ ਕਹਿੰਦੇ ਆ ਕੇਂਦਰ ਵੱਲੋਂ। ਔਰ ਇਹਦੇ ਵਿੱਚ ਉਹ ਜਿਹੜਾ ਇਹਦਾ ਹਿੱਸਾ ਸੀਗਾ ਐਤਕੀ ਇਹਨਾਂ ਕਿਹਾ ਤੁਰੰਤ ਬੰਦ ਕਰ ਦਿੱਤਾ। ਔਰ ਇਹਦੇ ਵਿੱਚ ਦੇਖੋ ਇਹਨਾਂ ਕੋਲ ਪਹਿਲਾਂ ਪੰਜਾਬ ਕੋਲ ਇਹਨਾਂ ਪੁੱਛਿਆ ਸੀਗਾ ਜਿਹੜੀ ਲਿਸਟ ਤੁਹਾਡੀ ਹੈਗੀ ਆ ਹੁਣ ਤੱਕ ਕਿਹੜੀਆਂ ਸਹੂਲਤਾਂ ਦਿੱਤੀਆਂ ਉਹ ਸਾਨੂੰ ਪਹਿਲਾਂ ਦਿਓ। ਇਹਨਾਂ ਨੇ ਲਿਸਟ ਬਣਾ ਕੇ ਮਾਨ ਸਰਕਾਰ ਨੇ ਭੇਜਤੀ ਆ, ਪਿਆ ਲਓ ਲਿਸਟ, ਅਸੀਂ ਇੱਥੇ ਕੰਮ ਕੀਤਾ। ਪਿੰਡਾਂ ਦੀਆਂ ਨਾਲੀਆਂ, ਸੜਕਾਂ, ਪੁਲੀਆਂ, ਪੁਲ ਔਰ ਪਿੰਡਾਂ ਦੇ ਖਾਲੇ ਪੱਕੇ ਕਰਤੇ ਆ। ਜੋ ਪੈਸਾ ਆਇਆ ਸੀ ਦੇ ਦਿੱਤਾ। ਉਹਨਾਂ ਨੇ ਲਿਸਟ ਵੇਖ ਲਈ ਪਰ ਉਦੋਂ ਬਾਅਦ ਇਗਨੋਰ ਮਾਰਤਾ ਉਹ ਲਾਪਰਵਾਹੀ ਦੇ ਤਰੀਕੇ ਨਾਲ ਵੀ ਨਹੀਂ ਹੁਣ ਪੈਸਾ ਨਹੀਂ ਦੇਵਾਂਗੇ ਕਿਉਂਕਿ ਇਸ ਵੇਲੇ ਸਾਡੇ ਕੋਲ ਫੰਡ ਨਹੀਂ ਹੈਗੇ। ਜਦੋਂ ਕਿ ਪੰਜਾਬ ਦੇ ਸਾਰੇ ਇਸ ਸੂਬੇ 'ਤੇ ਕਰਜ਼ੇ ਦੀ ਫੰਡ ਪਹਿਲਾਂ ਹੈਗੀ ਹੈ, ਕਰਜ਼ਾਈ ਲੋਕ ਬੈਠੇ ਨੇ ਇੱਥੇ ਔਰ ਸਾਰੀ ਸਰਕਾਰ ਕੋਲ ਵੀ ਇੰਨਾ ਪੈਸਾ ਨਹੀਂ। ਪਰ ਇਸ ਵੇਲੇ ਕੇਂਦਰ ਨੂੰ ਇਹ ਨਹੀਂ ਸੀ ਮੁੱਦਾ ਚੁੱਕਣਾ ਚਾਹੀਦਾ, ਇਸ ਤਰ੍ਹਾਂ ਹੱਥ ਨਹੀਂ ਸੀ ਛਡਾਉਣਾ ਚਾਹੀਦਾ ਕਿਉਂਕਿ ਇੱਥੋਂ ਫਿਰ ਆਲੋਚਨਾ ਹੋਏਗੀ। ਸਾਰੇ ਜਿਹੜੇ ਅਰਥ ਸ਼ਾਸਤਰੀ ਉਹ ਕਹਿਣਗੇ ਕਿ ਇਹ ਗੱਲ ਗਲਤ ਹੈਗੀ ਆ ਕਿਉਂਕਿ ਅੱਗੇ ਚੋਣਾਂ 2024 ਦੀਆਂ ਆ ਰਹੀਆਂ। ਇਹ ਜੇ ਐਤਕੀ ਇਸ ਤਰ੍ਹਾਂ ਦਾ ਰਸੂਖ ਰਿਹਾ ਪੰਜਾਬ ਨਾਲ ਤਾਂ ਆਉਣ ਵਾਲੀਆਂ ਚੋਣਾਂ 'ਚ ਫਿਰ ਇਹਨਾਂ ਦੀ ਫੱਟੀ ਪੋਚੀ ਜਾ ਸਕਦੀ ਹੈ ਕਿਉਂਕਿ ਜੇ ਹੁਣ ਪੰਜਾਬ ਤੋਂ ਇਹ ਆਪਣੀ ਬਾਂਹ ਛਡਾ ਲੈਣਗੇ ਤੇ ਪੰਜਾਬੀ ਨੂੰ ਪਤਾ, ਲੋਕ ਪੜ੍ਹੇ ਲਿਖੇ ਆ, ਪਤਾ ਲੱਗ ਗਿਆ ਇਹਨਾਂ ਨੂੰ ਕਿਹਾ ਹੁਣ ਜਿਹੜਾ ਰੂਰਲ ਡਿਵੈਲਪਮੈਂਟ ਨਹੀਂ ਆ ਰਹੀ। ਇਹਦੇ ਨਾਲ ਸਰਪੰਚਾਂ ਨੂੰ, ਮੈਂਬਰਾਂ ਨੂੰ, ਉਹਦੇ ਨਾਲ ਪੰਚਾਇਤਾਂ ਨੂੰ ਪਤਾ ਲੱਗ ਗਿਆ ਕਿ ਪੈਸਾ ਤਾਂ ਆਉਣਾ ਹੀ ਨਹੀਂ ਹੁਣ ਤੇ ਕਿੱਥੋਂ ਹੋਊਗਾ। ਔਰ ਉਹਦੇ ਨਾਲ ਪਿੰਡ ਜਿਹੜੇ ਅੱਗੇ ਬਹੁਤ ਪਛੜੇ ਆ, ਬਠਿੰਡੇ ਦਾ ਏਰੀਆ, ਮੁਕਤਸਰ ਦਾ ਏਰੀਆ, ਫਰੀਦਕੋਟ ਦਾ ਏਰੀਆ, ਕੁਛ ਇਹਨਾਂ ਦੇ ਹੈਗੇ ਆ ਜਿਹੜੇ ਪਿੰਡ ਬਹੁਤ ਪਿੱਛੇ ਆ ਜਿਨ੍ਹਾਂ ਦੇ ਪਿੰਡਾਂ 'ਚ ਸੜਕਾਂ ਵੀ ਨਹੀਂ ਅਜੇ ਤੱਕ ਪੱਕੀਆਂ ਹੋਈਆਂ। ਜਿਹੜੀਆਂ ਲਿੰਕ ਰੋਡ ਨੇ, ਲਿੰਕ ਰੋਡ ਦਾ ਪੈਸਾ ਵੀ ਉਹਦੇ 'ਚ ਹੁੰਦਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਾ ਪੈਸਾ ਆਉਂਦਾ, ਬੜੀਆਂ ਚੀਜ਼ਾਂ ਦੀਆਂ ਹੈਗੀਆਂ ਉਹਦੇ 'ਚ। ਜਿਹੜੇ ਘਰ ਬਣਾਉਣ ਦੇ ਆਵਾਸ ਯੋਜਨਾ ਉਹ 'ਚ ਵੀ ਪੈਸਾ ਆਉਂਦਾ ਪਰ ਉਹ 'ਚ ਜਿਹੜੀਆਂ ਸਾਰੇ ਕਲਿਆਣਮਈ ਯੋਜਨਾ ਨੇ ਸਾਰੀਆਂ ਇਹਨਾਂ ਨੇ ਇੱਕ ਸਿਰੇ ਲਾ ਦਿੱਤੀਆਂ। ਪਰ ਇਹ ਗੱਲ ਗਲਤ ਹੋ ਗਈ ਕਿਉਂਕਿ ਇਹਦੇ ਵਿੱਚ ਜਿੰਨੇ ਵੀ ਅਰਥ ਸ਼ਾਸਤਰੀ ਜਾਂ ਪਿੰਡਾਂ ਦੇ ਲੋਕ ਨੇ ਉਹ ਹੁਣ ਇਸ ਗੌਰਮੈਂਟ ਦੀ ਵਿਰੋਧਤਾ ਕਰਨਗੇ ਕਿਉਂਕਿ ਇਹ ਜਿਹੜੀ ਬੜਾ ਭਖਦਾ ਮਾਮਲਾ ਸੀਗਾ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਕਿਹਾ ਸੀ ਕਿ ਜਿਹੜੇ ਚਰਚਾ ਨਾਲ ਬਿਲਕੁਲ ਲਬਰੇਜ਼ ਨੇ ਮੁੱਦੇ ਅਸੀਂ ਉਹੀ ਲਵਾਂਗੇ। ਬਾਕਾਇਦਾ ਤੌਰ 'ਤੇ ਤੁਸੀਂ ਉੱਦਾਂ ਦਾ ਮੁੱਦਾ ਚੁਣਿਆ ਜਿਹੜਾ ਮੁੱਦਾ ਇਸ ਵੇਲੇ ਦਿੱਲੀ ਦੀ ਸਰਕਾਰ ਔਰ ਪੰਜਾਬ ਦੀ ਸਰਕਾਰ ਦਾ ਬਹੁਤ ਫਸਵਾਂ ਮੈਚ ਹੈ। ਮੰਨ ਲਓ ਇਹ ਫਸਵਾਂ ਮੈਚ ਹੁਣ ਦੇਖ ਲਓ ਕੌਣ ਗੋਲ ਪਹਿਲੋਂ ਕਰਦਾ ਅਤੇ ਕਿਹਦੇ ਜਿਹੜੇ ਗੋਲ 'ਚ ਇਹ ਭੱਜ ਜਾਂਦੇ ਆ ਅਤੇ ਕੌਣ ਇਹਨੂੰ ਕਿਸ ਤਰ੍ਹਾਂ ਨਿਰਵਾਹ ਕਰਦਾ। ਅਕੋਰਡਿੰਗ ਟੂ ਕੌਨਸਟੀਟਿਊਸ਼ਨ ਜਿਹੜੀ ਕੇਂਦਰ ਸਰਕਾਰ ਹੈ ਉਹਦੀਆਂ ਪਾਵਰ ਜ਼ਿਆਦਾ ਨੇ ਜੀ, ਉਹ ਤਾਂ ਹੋਗੀ। ਸੂਬਿਆਂ ਕੋਲ ਇੰਨੀਆਂ ਪਾਵਰ ਨਹੀਂ ਹੈਗੀਆਂ। ਹੁਣ ਦੇਖਿਆ ਇਹ ਜਾਵੇ ਕਿ ਜੇਕਰ ਆਪਾਂ ਮੰਨ ਲਈਏ ਨਾ ਭਾਰਤ ਇੱਕ ਸਰੀਰ ਹੈ ਤੇ ਸਾਰੇ ਸੂਬੇ ਉਹਦੇ ਵੱਖ-ਵੱਖ ਅੰਗ ਨੇ ਸਰੀਰ ਦੇ। ਹੁਣ ਜੇ ਇੱਕ ਅੰਗ ਕਮਜ਼ੋਰ ਰਹਿ ਜਾਊਗਾ ਤੇ ਭਾਰਤ ਕਮਜ਼ੋਰ ਹੋਏਗਾ। ਹੁਣ ਜੇ ਪੰਜਾਬ ਨੂੰ ਤੁਸੀਂ ਕਮਜ਼ੋਰ ਰੱਖਣਾ ਚਾਹੁੰਦੇ ਹੋ, ਉਹਨੂੰ ਫੰਡ ਨਹੀਂ ਦਿੰਦੇ, ਜਿਹੜੀ ਚੀਜ਼ ਦੀ ਉਹਨੂੰ ਲੋੜ ਹੈ ਉਹਨੂੰ ਨਹੀਂ ਦਿੱਤਾ ਜਾ ਰਿਹਾ। ਕਾਰਨ ਸਿਰਫ ਇਸ ਕਰਕੇ ਨਾ ਕਿ ਉੱਥੇ BJP ਦੀ ਗਵਰਨਮੈਂਟ ਨਹੀਂ ਹੈਗੀ ਪੰਜਾਬ ਦੇ ਵਿੱਚ ਔਰ ਸੈਂਟਰ ਦੇ ਵਿੱਚ BJP ਦੀ ਗਵਰਨਮੈਂਟ ਹੈ। ਹੁਣ ਇਹ ਪਾਰਟੀ ਖੇਡਣਾ। ਜਦੋਂ ਤੁਸੀਂ ਇੱਕ ਵਾਰੀ ਸੱਤਾ 'ਚ ਆ ਗਏ ਹੋ ਤਾਂ ਦੂਜੀ ਪਾਰਟੀ ਸੂਬੇ 'ਚ ਸੱਤਾ 'ਚ ਆ ਗਈ ਹੈ। ਹੁਣ ਦੇਸ਼ ਨੂੰ ਦੇਖਣਾ, ਸੂਬੇ ਨੂੰ ਦੇਖਣਾ। ਹੁਣ ਪਾਰਟੀ ਥੋੜ੍ਹਾ ਖੇਡਣਾ। ਉਹ ਤਾਂ ਇਲੈਕਸ਼ਨਸ ਵੇਲੇ ਖੇਡ ਲਵੋ, ਅਗਲੀ ਵਾਰ ਜਦੋਂ ਇਲੈਕਸ਼ਨਸ ਹੋਣਗੀਆਂ ਫਿਰ ਖੇਡੀਓ। ਹੁਣ ਇੱਦਾਂ ਦਾ ਬਿਹੇਵੀਅਰ ਕਿਉਂ? ਇਹ ਨਾ ਬਿਲਕੁਲ ਰਾਜ ਧਰਮ ਦੇ ਵੀ ਵਿਰੁੱਧ ਜਾਂਦਾ ਇਹ ਗੱਲ। ਤੁਸੀਂ ਦੇਖੋ ਨਾ ਹੁਣ ਸਾਡੇ ਸਰੀਰ ਦੇ ਵਿੱਚ ਸਭ ਜਗ੍ਹਾ ਦੇ ਉੱਤੇ ਖੁਰਾਕ ਨੇ ਪੂਰਾ
ਆਪਣਾ ਅਸਰ ਪਾਉਣਾ ਹੁੰਦਾ ਹੈ ਔਰ ਖੁਰਾਕ ਨੇ ਪੂਰੀ ਤਾਕਤ ਦੇਣੀ ਹੁੰਦੀ ਹੈ। ਕੁਦਰਤ ਕਦੀ ਵਿਤਕਰਾ ਨਹੀਂ ਕਰਦੀ। ਧੁੱਪ ਨਿਕਲਦੀ ਹੈ ਤਾਂ ਸਾਰਿਆਂ ਨੂੰ ਬਰਾਬਰ ਲੱਗਦੀ ਹੈ, ਹਵਾ ਚੱਲਦੀ ਹੈ ਤਾਂ ਸਭ ਨੂੰ ਬਰਾਬਰ ਲੱਗਦੀ ਹੈ। ਉਸੇ ਤਰ੍ਹਾਂ ਹੀ ਜੋ ਨਿਜ਼ਾਮ ਹੁੰਦਾ ਹੈ, ਜੋ ਉੱਤਰ ਸਿਰ ਦੇ ਉੱਤੇ ਬੈਠਾ ਹੋਇਆ ਨਿਜ਼ਾਮ ਹੁੰਦਾ, ਉਹਦਾ ਵੀ ਜੋ ਵਤੀਰਾ ਹੈ ਕੁਦਰਤੀ ਹੋਣਾ ਚਾਹੀਦਾ। ਸਭ ਨੂੰ ਬਰਾਬਰ, ਜਿੱਥੇ ਜਿਸ ਚੀਜ਼ ਦੀ ਲੋੜ ਹੈ ਉਸ ਚੀਜ਼ ਨੂੰ ਉਹ ਚੀਜ਼ ਦੇਣੀ ਹੈ, ਕਿਉਂਕਿ ਦੇਸ਼ ਨੂੰ ਮਜ਼ਬੂਤ ਰੱਖਣਾ ਹੈ। ਇਹ ਨਹੀਂ ਕਿ ਮੇਰੀ ਪਾਰਟੀ ਨਹੀਂ ਹੈਗੀ, ਮੇਰੀ ਪਾਰਟੀ ਨਹੀਂ ਹੈਗੀ, ਜਿੱਥੇ ਡਬਲ ਇੰਜਨ ਹੋਏਗਾ ਉੱਥੇ ਹੀ ਫੰਡ ਦੇਵਾਂਗੇ, ਜਿੱਥੇ ਡਬਲ ਇੰਜਨ ਨਹੀਂ ਉੱਥੇ ਫੰਡ ਨਹੀਂ ਦੇਣਾ। ਇਹ ਸੋਚ ਕਿਸੇ ਵੀ ਤਰੀਕੇ ਨਾਲ ਦੇਸ਼ ਦੇ ਹਿੱਤ ਵਿੱਚ ਤਾਂ ਨਹੀਂ ਹੈ। ਹਾਂ, ਤੁਸੀਂ ਆਪਣੀ ਪਾਰਟੀ ਦੇ ਹਿੱਤ ਵਿੱਚ ਰੱਖਣਾ ਚਾਹੁੰਦੇ ਹੋ, ਆਪਣੀ ਰਾਜਨੀਤੀ ਦੇ ਹਿੱਤ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਸੋਚ ਹੈ, ਬਲਕਿ ਇਹਨੂੰ ਆਪਾਂ ਕਹਾਂਗੇ ਸੌੜੀ ਸੋਚ ਹੈ, ਛੋਟੀ ਸੋਚ। ਮੈਂ ਇੱਕ ਗੱਲ ਕਹਾਂਗਾ ਕਿ ਜਿੱਦਾਂ ਆਪਾਂ ਹੁਣ ਸ਼ੁਰੂ ਕੀਤਾ ਕਿ ਜਿੱਦਾਂ ਡਬਲ ਇੰਜਨ ਵਾਲੀ ਗੱਲ ਹੈਗੀ, ਉਹਨਾਂ ਨੇ ਉੱਥੇ ਸਹੂਲਤਾਂ ਦੇਣੀਆਂ ਜਿਸ ਹੁਣ ਹਰਿਆਣਾ ਸਾਡੇ ਨਾਲ ਲੱਗਦਾ ਹੀ ਹੈ, ਅਨਡਿਵਾਈਡਡ ਪੰਜਾਬ ਦਾ ਹਿੱਸਾ ਹੈਗਾ, ਹਿਮਾਚਲ ਸਾਡਾ ਆਪਣਾ ਹੀ ਨਾਲ ਰਿਹਾ ਹੈਗਾ। ਉਹਨਾਂ ਸਟੇਟਾਂ 'ਚ ਸਾਰਾ ਬਾਕਾਇਦਗੀ ਤੌਰ 'ਤੇ ਉਹ ਮਿਲੂਗਾ, ਸਿਰਫ ਪੰਜਾਬ ਨਾਲ ਹੀ ਇਹ ਰਵੱਈਆ ਅਖਤਿਆਰ ਕੀਤਾ ਗਿਆ। ਨੰਬਰ 2, ਜੇ ਅਸੀਂ ਪ੍ਰਾਚੀਨ ਗਾਣਿਆਂ ਦੀ ਗੀਤਾਂ ਦੀ ਗੱਲ ਕਰੀਏ ਤਾਂ ਪੰਜਾਬ ਦਾ ਨਾਂ ਉਹਦੇ 'ਚ ਲਿਆ ਗਿਆ, ਜਿਸ ਵਿੱਚ ਭਾਰਤ ਹੈ ਵਾਂਗ ਮੁੰਦਰੀ ਦੇ ਵਿੱਚ ਨਗ ਪੰਜਾਬ ਦਾ, ਇਹਨੂੰ ਨਗ ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਕਿਉਂਕਿ ਖੁਸ਼ਹਾਲ ਸੂਬਾ ਸੀ ਔਰ ਦੇਸ਼ ਦੀਆਂ ਕੁਰਬਾਨੀਆਂ ਤੋਂ ਸਭ ਤੋਂ ਮੋਹਰੀ ਰਿਹਾ ਹੈਗਾ। ਜਿਸ ਤਰ੍ਹਾਂ ਅਸੀਂ ਦੂਜੀ ਗੱਲ ਕਰਾਂਗੇ ਜਿਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਜਿਹੜੇ ਸੂਬਿਆਂ ਨੂੰ ਵੀ ਨਾਂ ਰੱਖਿਆ ਜਾਵੇ। ਜੇ ਸਾਡਾ ਨੈਸ਼ਨਲ ਐਂਥਮ ਆ ਤਾਂ ਉਹਦੇ 'ਚ ਵੀ ਪੰਜਾਬ ਦਾ ਨਾਂ ਪੰਜਾਬ ਸਭ ਤੋਂ ਪਹਿਲਾਂ, ਪੰਜਾਬ, ਸਿੰਧ, ਗੁਜਰਾਤ, ਮਰਾਠਾ, ਦਰਾਵੜ, ਉਤਕਲ, ਬੰਗਾ। ਟੈਗੋਰ ਜੀ ਨੇ ਸਭ ਤੋਂ ਪਹਿਲਾਂ ਪੰਜਾਬ ਦਾ ਨਾਂ ਕਿਉਂ ਲਿਆ ਸੀਗਾ? ਇਸੇ ਕਰਕੇ ਰਿਸ਼ੀਆਂ ਮੁਨੀਆਂ ਦੀ ਧਰਤੀ ਆ, ਪੀਰਾਂ ਪੈਗੰਬਰਾਂ ਦੀ ਧਰਤੀ ਆ, ਗੁਰੂ ਸਾਹਿਬਾਨ ਦਾ ਇੱਥੇ ਉਪਦੇਸ਼ ਹੈ। ਲੋਕ ਚਾਹੁੰਦੇ ਨੇ ਇਸ ਧਰਤੀ 'ਤੇ ਉਪਾਸਨਾ ਔਰ ਇਸ ਧਰਤੀ ਨੂੰ ਮੁੜ ਉੱਥੇ ਸਰਜੀਤ ਕਰਨ ਲਈ ਚਾਹੁੰਦੇ ਨੇ ਕਿ ਅਸੀਂ ਉਸ ਧਰਤੀ ਦੇ ਦਰਸ਼ਨ ਕਰੀਏ। ਪਟਨਾ ਸਾਹਿਬ ਜੇ ਅਸੀਂ ਬਿਹਾਰ 'ਚ ਮੰਨਦੇ ਹਾਂ, ਪਰ ਉੱਥੇ ਗੁਰੂ ਸਾਹਿਬ ਨੇ ਵੀ ਆਪਣੇ ਸਾਰਾ ਕੁਛ ਸਾਰੇ ਲੋਕਾਂ ਨਾਲ ਆਪਣੇ ਉਪਦੇਸ਼ ਨਾਲ ਐਸੀ ਧਰਤੀ ਨੂੰ ਖੁਸ਼ਹਾਲ ਕੀਤਾ। ਬਿਹਾਰ 'ਚ ਸਮਝ ਲਓ, ਯੂਪੀ 'ਚ ਵੀ ਆ, ਸਾਰੇ ਦੇਸ਼ ਦੇ ਜਿੰਨੇ ਸੂਬੇ ਨੇ ਉਹਨਾਂ ਨਾਲ ਪੰਜਾਬ ਦਾ ਰਵੱਈਆ ਪਿਆਰ ਵਾਲਾ ਰਿਹਾ, ਬੜੀ ਮੁਹੱਬਤ ਵਾਲਾ ਰਿਹਾ। ਪਰ ਸੈਂਟਰ ਨੂੰ ਹੁਣ ਚਾਹੀਦਾ ਕਿ ਉਸੇ ਤਰ੍ਹਾਂ ਦਾ ਉਹਨੂੰ ਤਬਦੀਸ਼ ਦੇਵੇ, ਉਸੇ ਤਰ੍ਹਾਂ ਦੀ ਤਕਸੀਮ ਰਿਜ਼ਰਵ ਦੇ ਵਿੱਚ ਫੰਡ ਦੇਵੇ ਔਰ ਜਿੰਨਾ ਉਹਦਾ ਹਿੱਸਾ ਆਉਂਦਾ ਵਾ। ਜੇ ਉਹਦੇ ਵਿੱਚ ਇਹਨਾਂ ਨੇ ਕੱਟ ਲਾ ਦਿੱਤਾ ਤਾਂ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਪੰਜਾਬ ਇਹਦੇ ਤੋਂ ਪਿੱਛੇ ਰਹਿ ਜਾਊਗਾ। ਪੰਜਾਬ ਦੇ ਲੋਕਾਂ ਕੋਲ ਬਹੁਤ ਕੁਛ ਹੈਗਾ। ਜਿਸ ਤਰ੍ਹਾਂ ਤੁਸੀਂ ਪ੍ਰਵਾਸੀ ਭਾਰਤੀਆਂ ਦੀ ਗੱਲ ਕੀਤੀ ਹੈ, ਉਹ ਬੜਾ ਕੁਛ ਕਰ ਸਕਦੇ ਇੱਥੇ। ਹੁਣ ਬੜੇ ਸੰਮੇਲਨ ਹੋ ਰਹੇ ਆ ਪੰਜਾਬ ਦੇ ਵਿੱਚ, ਉਹਨਾਂ ਨੇ ਪੈਸਾ ਦੇ ਕੇ ਸਾਰਾ ਕੁਛ ਪੂਰਾ ਕਰ ਦੇਣਾ। ਪਰ ਫਿਰ ਸੈਂਟਰ ਦਾ ਰਵੱਈਆ ਜਿਹੜਾ ਹੈ ਬਿਲਕੁਲ ਕਾਣੀ ਵੰਡ ਵਾਲਾ ਰਵੱਈਆ ਹੋਊਗਾ। ਬਿਲਕੁਲ, ਜੇ ਤੁਸੀਂ ਸਾਰਾ ਦਿਨ ਇਹੀ ਗੇਮ ਖੇਡਣੀ ਹੈ ਕਿ ਕਿਹੜੇ ਸੂਬੇ 'ਚ ਕਿਹੜੀ ਸਰਕਾਰ ਹੈ, ਉਹ ਸਾਡੀ ਪਾਰਟੀ ਦੀ ਸਰਕਾਰ ਨਹੀਂ, ਤੇ ਉਹ ਸਰਕਾਰ ਨੂੰ ਡੇਗਣਾ ਕਿਵੇਂ ਹੈ ਜਾਂ ਉਸ ਸਰਕਾਰ ਨੂੰ ਕੰਮ ਕਿਵੇਂ ਨਹੀਂ ਕਰਨ ਦੇਣਾ, ਠੀਕ ਹੈ, ਉੱਥੇ ਅਸੀਂ ਆਪਣੀ ਪਾਰਟੀ ਦੀ ਸਰਕਾਰ ਉੱਥੇ ਬਣਾਉਣੀ ਹੈ ਤਾਂ ਉਹਦੇ ਵਾਸਤੇ ਹਰ ਹੀਲਾ ਵਰਤੀਏ, ਹਰ ਗੇਮ ਖੇਡੀਏ, ਹਰ ਰਾਜਨੀਤੀ ਦੀ ਗੇਮ ਖੇਡੀਏ। ਇਹ ਕੋਈ ਤਰੀਕੇ ਤਾਂ ਨਹੀਂ ਹੁੰਦੇ। ਨਹੀਂ, ਮੈਨੂੰ ਹਰ ਚੱਲੀ ਜਾਂਦੇ ਹੈ ਕਿ ਬਿਲਕੁਲ ਨਿਆਣੇ ਵਾਲੀ ਖੇਡ ਹੈ, ਨਿਆਣੇ ਵਾਲੀ ਖੇਡ। ਦੂਜੀ ਚੌਥੀ ਜਮਾਤ 'ਚ ਪੜ੍ਹਦੇ ਬੱਚੇ ਨਹੀਂ ਹੁੰਦੇ, ਕਿਸੇ ਨੇ ਸਾਈ ਡੋਲਤੀ, ਕਿਸੇ ਨੇ ਉਹਦੀ ਗਾਚੀ ਖਾ ਲਈ, ਕਿਸੇ ਨੇ ਉਹਦੀ ਕਿਤਾਬ ਪਾੜਤੀ, ਕਿਸੇ ਨੇ ਉਹਨੂੰ ਗਾਲ ਕੱਢ ਦਿੱਤੀ। ਇਹ ਰਵੱਈਆ ਹੋਇਆ ਇਸ ਵੇਲੇ। ਹੁਣ ਜੇ ਅਸੀਂ ਸੋਚੀਏ ਕਿ ਹੁਣ ਭਗਵੰਤ ਮਾਨ ਦੀ ਸਰਕਾਰ ਆਈ ਹੈ, ਲੋਕ ਕੋ ਇਸ ਵੇਲੇ ਉਡੀਕ ਰਹੇ ਆ ਕਿ ਕੀ ਐਲਾਨ ਕਰਦੇ ਅੱਗੇ, ਕਿਹੜੀ ਸਹੂਲਤ ਦਾ ਐਲਾਨ ਕਰਨਗੇ। ਔਰ ਜੇ ਐਲਾਨ ਤਾਦੀ ਹੋਣਗੇ, ਸਹੂਲਤਾਂ ਤਾਦੀ ਹੋਣਗੀਆਂ ਰੂਰਲ ਡਿਵੈਲਪਮੈਂਟ ਦੇ ਵਿੱਚ, ਪਿੰਡਾਂ ਦੀ ਖੋਜਖੋਰੀ ਦੇ ਵਿੱਚ, ਤਾਦੀ ਵਿਕਾਸ ਹੋਊਗਾ ਜੇ ਪੈਸਾ ਕੋਲ ਹੋਊਗਾ। ਜੇ ਇਹਨਾਂ ਕੋਲ ਪੈਸਾ ਕੇਂਦਰ ਦੇਊਗਾ ਤਾਂ ਤਦ ਸਾਰਾ ਕੁਛ ਹੋਣਾ। ਔਰ ਇਹ ਬੜੀ ਹਾਸੋਹੀਣੀ ਗੱਲ ਵੀ ਆ, ਸੀਰੀਅਸ ਗੱਲ ਵੀ ਆ, ਔਰ ਭਿਆਨਕ ਤੌਰ 'ਤੇ ਲੋਕਾਂ ਦੇ ਵਿੱਚ ਨੁਕਸਾਨਦੇਹ ਗੱਲ ਵੀ ਆ। ਔਰ ਉਹਦੇ ਵਿੱਚ ਸਰਪੰਚ ਪੰਚ ਕੱਲ੍ਹ ਨੂੰ ਉਹਨਾਂ ਨੇ ਫਿਰ ਖੜ੍ਹੇ ਹੋਣਾ, ਕੱਲ੍ਹ ਫਿਰ ਟਿਕਟ ਲੈਣੀ ਆ, MLA ਨੇ ਬੜਾ ਕੁਛ ਹੋਣਾ ਸਾਰਿਆਂ ਨੂੰ। ਉਹਨਾਂ ਕਹਿਣਾ ਪਿੱਛੋਂ ਕੀ ਕੀਤਾ ਸਾਡੇ ਪਿੰਡ ਦੀ, ਤੁਸੀਂ ਜਾਓ ਹੁਣ ਪਿੱਛੇ, ਆਪਣੀ ਤੁਹਾਡੀਆਂ ਸਫਾਂ ਲਪੇਟੀਆਂ ਗਈਆਂ, ਆਪਣੀ ਜੁੱਤੀ ਸੰਭਾਲੋ, ਆਪਣਾ ਡੰਡਾ ਫੜੋ ਅਤੇ ਤੁਰ ਜਾਓ ਪਿਛਾਂਹ ਨੂੰ। ਇਹ ਲੋਕਾਂ ਦਾ ਰਵੱਈਆ ਇਹ ਹੋਊਗਾ ਅਗਲੀ ਵਾਰ। ਇਹ ਉਹੀ ਚਾਹੁੰਦੇ ਆ ਕਿ ਇਸੇ ਤਰ੍ਹਾਂ ਹੋਵੇ, ਕਿਉਂਕਿ ਹੁਣ ਜਿਹੜੀਆਂ ਹਿਮਾਚਲ ਦੀਆਂ ਚੋਣਾਂ ਹੋ ਕੇ ਹਟੀਆਂ, ਗੁਜਰਾਤ ਦੀਆਂ ਚੋਣਾਂ ਆ ਰਹੀਆਂ, ਕਰਨਾਟਕ ਦੀਆਂ, ਬਾਕੀ ਸੂਬਿਆਂ ਦੀਆਂ ਆ ਰਹੀਆਂ, ਅਤੇ ਉਹਦੇ ਵਿੱਚ ਫਿਰ ਉਹੀ ਸਾਰਾ ਕੁਛ ਹੋਗਾ। ਜਿੱਥੇ ਐਕਚੁਅਲੀ ਕਈ ਜਗ੍ਹਾ 'ਤੇ ਆਪ ਨੇ ਆਪਣਾ ਉੱਥੇ ਕੋਈ ਨਾ ਕੋਈ ਪੁਆਇੰਟ ਬਣਾ ਲਿਆ, ਉੱਥੇ ਉਹਨਾਂ ਨੂੰ ਕੁਛ ਨਾ ਕੁਛ ਆਪਣਾ ਖਾਤਾ ਖੋਲ੍ਹਿਆ ਵਾ। ਹਰਿਆਣੇ ਦੇ ਵਿੱਚ ਵੀ ਹੈ। ਔਰ ਮੇਰਾ ਖਿਆਲ ਸੈਂਟਰ ਹੋ ਸਕਦਾ ਇਸ ਗੱਲ ਨੂੰ ਵੀ ਥੋੜ੍ਹਾ ਜਿਹਾ ਚਾਹੁੰਦਾ ਹੋਵੇ ਕਿ ਆਪ ਦਾ ਜਿੱਥੇ ਜਿੱਥੇ ਨਾਂ ਬਣਦਾ ਥੋੜ੍ਹਾ ਜਿਹਾ ਘੱਟ ਬਣੇ, ਕਿਉਂਕਿ ਬਾਕੀ ਪਾਰਟੀਆਂ ਤਾਂ ਇਹਨਾਂ ਦੀਆਂ ਆਪਣੀਆਂ ਪਾਰਟੀਆਂ, ਇਹਨਾਂ ਦਾ ਗੱਠਜੋੜ ਦੀਆਂ ਪਾਰਟੀਆਂ ਹੈਗੀਆਂ। ਬਿਹਾਰ 'ਚ ਨਹੀਂ ਹੈਗੀ, ਯੂਪੀ 'ਚ ਇਹਨਾਂ ਦੀਆਂ ਆਪਣੀਆਂ ਕੁਝ ਜਗ੍ਹਾ 'ਤੇ ਪਾਰਟੀਆਂ ਹੈਗੀਆਂ, ਬੰਗਲੌਰ ਵਾਲੇ ਪਾਸੇ, ਕਰਨਾਟਕਾ 'ਚ ਇਹਨਾਂ ਦੀਆਂ ਆਪਣੀਆਂ ਪਾਰਟੀਆਂ ਬੈਠੀਆਂ, ਹਰ ਜਗ੍ਹਾ 'ਤੇ ਇਹਨਾਂ ਦੀਆਂ ਆਪਣੇ ਸੈੱਲ ਹੈਗੇ ਆ। ਪਰ ਪੰਜਾਬ 'ਚ ਸਾਫ਼ ਤੌਰ 'ਤੇ ਚਿੱਟਾ ਮਾਲ ਹੋ ਗਿਆ। ਇੱਥੇ ਖਾਸ ਤੌਰ 'ਤੇ ਕੋਈ ਪਾਰਟੀ ਦਾ ਹੁੰਜਾ ਫਿਰ ਗਿਆ। ਅਕਾਲੀ ਦਲ ਇੱਕ ਪਾਸੇ ਲੱਗ ਗਿਆ, ਇਹਨਾਂ ਦਾ ਕੰਬਾਈਨਡ BJP ਅਕਾਲੀ ਦਲ ਦਾ ਇੱਕ ਗੱਠਜੋੜ ਸੀਗਾ, ਇਹ ਖਤਮ ਹੋ ਗਿਆ। ਕਾਂਗਰਸ ਦਾ ਕਾਇਆ ਕਲੇਸ਼, ਕਾਂਟਾ ਕਲੇਸ਼, ਰੌਲਾ, ਲੜਾਈ ਝਗੜਾ ਉਹ ਵੀ ਇਹਨਾਂ ਨੂੰ ਲੈ ਬੈਠਾ। ਇਸ ਵੇਲੇ ਜੋ ਮੂਲ ਮੁੱਦੇ ਤੌਰ 'ਤੇ ਜੋ ਕੋਈ ਵਿਕਾਸ ਦੀ ਦਰ 'ਤੇ ਬੈਠੀ ਆ, ਇਹਨਾਂ ਦੇ ਬੂਹੇ 'ਤੇ ਬੈਠੀ, ਉਹ ਆਪ ਸਰਕਾਰ ਹੈਗੀ ਹੈ। ਪਰ ਇਹਦੇ ਬਾਅਦ ਦੇਖੋ ਅੱਗੇ ਕੀ ਕਰਦੇ ਨੇ ਲੋਕ, ਔਰ ਕੀ ਕਰਦਾ ਕੇਂਦਰ, ਔਰ ਕੀ ਕਰਦੇ ਨੇ ਨੇਤਾ। ਦੇਖੋ ਸਭ ਨੂੰ ਸਮਝ ਆ ਰਿਹਾ ਕੀ ਹੋ ਰਿਹਾ। ਵਾਹ ਵਾਹ, ਸਭ ਨੂੰ ਸਮਝ ਆ ਰਿਹਾ। ਸਹੀ ਗੱਲ, ਸਹੀ ਗੱਲ, ਬਿਲਕੁਲ ਸਹੀ। ਸਾਰਿਆਂ ਨੂੰ ਸਮਝ ਆ ਗਈ। ਅਸੀਂ ਮੀਡੀਆ 'ਤੇ ਜੋ ਮਰਜ਼ੀ ਬੋਲੀਏ, ਜੋ ਮਰਜ਼ੀ ਗੱਲ ਕਰੀਏ, ਐਕਸਪਲੇਨ ਕਰ ਦਈਏ, ਪਰ ਲੋਕ ਜਾਣ ਨੇ, ਉਹਨਾਂ ਨੂੰ ਪਤਾ ਹੈ। ਲੋਕ ਸਾਡੇ ਤੋਂ ਵੱਧ ਜਾਣਦੇ ਨੇ। ਹਾਂ, ਸਾਡੇ ਤੋਂ ਵੱਧ ਜਾਣਦੇ। ਬਿਲਕੁਲ ਸਹੀ ਗੱਲ ਹੈ। ਹਾਂ,
ਸੋ ਜੀ ਅੱਗੇ ਵਧਦੇ ਹਾਂ। ਗੁਜਰਾਤ ਚੋਣਾਂ ਸਿਖਰ ਤੇ ਪ੍ਰਚਾਰ ਖਤਮ, ਵੋਟਾਂ ਪੈਣਗੀਆਂ। ਹੁਣ ਤੇ ਵੋਟਾਂ ਆ ਗਈਆਂ, ਭਲਕੇ ਵੋਟਾਂ ਪੈਣੀਆਂ ਨੇ। ਨੈਚੁਰਲੀ ਕੋਡ ਆਫ ਕੰਡਕਟ ਲੱਗ ਜਾਂਦਾ, ਉਸ ਤੋਂ ਪਹਿਲਾਂ ਪ੍ਰਚਾਰ ਬੰਦ ਹੋ ਜਾਂਦਾ। ਪਰ ਬੜੇ ਹੀ ਹੌਸਲੇ ਵਿੱਚ ਨੇ ਆਮ ਆਦਮੀ ਪਾਰਟੀ ਵਾਲੇ ਕਿ ਇਸ ਵਾਰ ਸਾਡੀ ਸਰਕਾਰ ਬਣਨੀ ਹੈ, ਕਿਉਂਕਿ ਤਕਰੀਬਨ 27 ਸਾਲ ਹੋ ਗਏ ਨੇ ਮੇਰੇ ਖਿਆਲ ਬੀਜੇਪੀ ਨੂੰ ਉੱਥੇ ਗੁਜਰਾਤ ਦੇ ਵਿੱਚ। ਇੰਨੇ ਕੁ ਸਾਲ ਤੇ ਹੋ ਹੀ ਗਏ ਨੇ, 25 ਸਾਲ ਤੋਂ ਉੱਤੇ ਹੀ ਹੋ ਗਏ ਨੇ। ਸੋ ਹੁਣ ਕਹਿੰਦੇ ਨੇ ਕਿ ਵਾਰੀ ਆਏਗੀ ਸਾਡੀ, ਕਿਉਂਕਿ ਲੋਕ ਬਦਲਾਅ ਚਾਹੁੰਦੇ ਨੇ। ਸਾਡੀਆਂ ਰੈਲੀਆਂ ਦੇ ਵਿੱਚ ਇਕੱਠ ਵੀ ਹੈਗਾ, ਸਾਡੇ ਰੋਡ ਸ਼ੋਅਜ਼ ਦੇ ਵਿੱਚ ਇਕੱਠ ਵੀ ਹੈਗਾ। ਲੋਕ ਦਬੀ ਜ਼ੁਬਾਨ ਦੇ ਵਿੱਚ ਇਹ ਕਹਿੰਦੇ ਵੀ ਨੇ ਕਿ ਸਾਨੂੰ ਹੁਣ ਪੰਜਾਬ ਵਾਕਣ ਗੁਜਰਾਤ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਹਕੂਮਤ ਚਾਹੀਦੀ ਹੈ। ਉਹ ਹੈਗਾ ਨਾ ਇੱਕ ਇੱਦਾਂ ਦੀਆਂ ਲਾਈਨਾਂ ਹੈਗੀਆਂ ਦੋ ਕਿ ਉੱਤਰ ਕਾਂਟੋ ਮੈਂ ਚੜ੍ਹਾਂ ਕਿੰਨਾ ਦੇਰ ਰਹਿਣਾ ਚੜ੍ਹ ਕੇ। ਹੁਣ ਜਿਹੜੀ ਇੱਕ ਉੱਤੇ ਕਾਂਟੋ ਆ ਜਿਹੜੀ ਉੱਤੇ ਬੈਠੇ ਨੇ, ਉਹ ਸਰਕਾਰ ਬੈਠੀ ਆ, ਹੁਣ ਉਹਦੀ ਵਾਰੀ ਆ ਗਈ ਥੱਲੇ ਆਉਣ ਦੀ। ਥੱਲੇ ਆ ਕੇ ਉਹਨਾਂ ਨੇ ਜਦੋਂ ਕਿਹਾ ਤਾਂ ਮਜਬੂਰਾ ਬੰਨ੍ਹਿਆ ਪਿਆ ਇਹਨਾਂ ਨੇ ਆਪ ਸਰਕਾਰ ਨੇ ਕਿ ਜਿੰਨੇ ਵੀ ਹੈਗੇ ਆ ਅਸੀਂ ਇਹਦੀ ਜਿੱਤ ਪ੍ਰਾਪਤ ਕਰਾਂਗੇ ਬਹੁਤ ਗਿਣਤੀ ਵਿੱਚ। ਕੇਜਰੀਵਾਲ ਸਾਹਿਬ ਨੇ ਲਿਖਤੀ ਤੌਰ 'ਤੇ ਬਿਆਨ ਦੇ ਦਿੱਤਾ ਕਿ ਅਸੀਂ ਸਾਰਾ ਕਰਾਂਗੇ, ਜੋ ਕੁਝ ਸਹੂਲਤਾਂ ਅਸੀਂ ਮੁਹੱਈਆ ਕੀਤੀਆਂ ਸੀ, ਜੋ ਅਨਾਊਂਸ ਕੀਤੀਆਂ ਪੰਜਾਬ 'ਚ, ਉਸੇ ਤਰ੍ਹਾਂ ਦਾ ਮਾਡਲ ਅਸੀਂ ਇੱਥੇ ਲੈ ਕੇ ਆਏ ਹਾਂ। ਔਰ ਉਹਦੇ ਵਿੱਚ ਇੰਨੇ ਬੱਚਿਆਂ ਨੂੰ ਜੋਬ ਦੇਵਾਂਗੇ, ਇੰਨੀਆਂ ਕੁੜੀਆਂ ਜਿਹੜੀਆਂ ਫ੍ਰੀ ਕੰਪਲਸਰੀ ਐਜੂਕੇਸ਼ਨ ਦੇਵਾਂਗੇ ਕੁੜੀਆਂ ਲਈ। ਔਰ ਉਹਦੇ ਵਿੱਚ ਬਜ਼ੁਰਗਾਂ ਲਈ ਜਿਹੜੀ ਉਹਨਾਂ ਦੀ ਪੈਨਸ਼ਨ ਵਧਾ ਰਹੇ ਆ, ਸ਼ਗਨ ਸਕੀਮਾਂ ਸ਼ੁਰੂ ਕਰਤੀਆਂ, ਔਰ ਕਈ ਤਰ੍ਹਾਂ ਦੀਆਂ ਡਿਵੈਲਪਮੈਂਟ ਦੀਆਂ ਸਕੀਮਾਂ ਸ਼ੁਰੂ ਕਰਤੀਆਂ। ਪਰ ਪਾ ਲਾ ਕੇ ਉਹੀ ਹੋਣਾ ਜੋ ਹੁਣ ਪੰਜਾਬ 'ਚ ਹੋ ਰਿਹਾ। ਇਸ ਕਰਕੇ ਹੋਣਾ ਕਿ ਇੱਥੇ ਜਦੋਂ ਕੇਂਦਰ ਨੇ ਦਿੱਤਾ ਹੀ ਕੋਈ ਨਹੀਂ ਪੈਸਾ, ਜੇ ਉੱਥੇ ਵੀ ਸਰਕਾਰ ਬਣ ਗਈ ਉਹਨਾਂ ਦੀ ਤਾਂ ਰੂਰਲ ਡਿਵੈਲਪਮੈਂਟ ਦਾ ਜਿਹੜਾ ਪੈਸਾ ਫਿਰ ਠੱਪ ਹੋ ਗਿਆ। ਉਹ ਜਿਹੜਾ ਹੁਣ 2800 ਕਰੋੜ ਸੀ ਜਿਹੜਾ ਮਿਲਦਾ ਸੀਗਾ, ਇੱਥੇ ਜ਼ੀਰੋ ਕਰਤਾ। ਇਹੋ ਹਾਲ ਫਿਰ ਉੱਥੇ ਹੋ ਜਾਣਾ ਨਾਲ ਹੀ, ਅਤੇ ਗੁਜਰਾਤ 'ਚ ਵੀ ਜੇ ਦੂਜੀ ਸਰਕਾਰ ਆ ਗਈ। ਔਰ ਉਹਨਾਂ ਨੇ ਪਹਿਲਾਂ ਸੰਕੇਤ ਦੇ ਦਿੱਤਾ ਕਿ ਜਿਹੜੀ ਇਸ ਕਰਕੇ ਹੈਗੀ ਜਿੱਥੇ ਡਬਲ ਇੰਜਣ ਹੈਗਾ, ਅੱਗੇ ਪਿੱਛੇ ਦੋਵੇਂ ਇੰਜਣ ਸਾਡੇ ਹੋਣਗੇ, ਅਤੇ ਇੱਕ ਤਾਂ ਅਗਲਾ ਇੰਜਣ ਤਾਂ ਜਿਹੜਾ ਦਿੱਲੀ ਦਾ ਹੈਗਾ, ਉਹ ਜਿਹੜੇ ਉੱਥੋਂ ਦੇ ਵੱਡੇ ਤਖ਼ਤ ਦਾ ਹੈਗਾ, ਜਿਹਦੇ 'ਚ ਪਾਰਲੀਮੈਂਟ ਹੈਗਾ, ਜਿਸ 'ਚ ਲੋਕ ਸਭਾ ਰਾਜ ਸਭਾ ਉਹਨਾਂ ਦੇ ਹੱਥ 'ਚ ਹੈਗੀ ਆ। ਇਹ ਉੱਥੋਂ ਕਮਾਉਣੇ ਆ। ਫਿਰ ਬਾਕੀ ਜਿਹੜਾ ਪਿਛਲਾ ਇੰਜਣ ਆ ਉਹ ਸੂਬੇ ਦਾ ਇੰਜਣ, ਜਿੱਥੇ ਉਹਨਾਂ ਦੀ ਸਰਕਾਰ ਹੈ। ਪੈਸਾ ਕਿੱਧਰ ਦੀ ਆਊਗਾ? ਫਿਰ ਪੈਸਾ ਉਸੇ ਤਰ੍ਹਾਂ ਆਊਗਾ AC ਡੱਬਿਆਂ ਦੇ ਵਿੱਚ ਦੀ ਪੈਸਾ ਉੱਥੇ ਪਹੁੰਚ ਜਾਊਗਾ। ਔਰ ਜਿਹੜਾ ਦੂਜੇ ਡੱਬੇ ਹੋਣਗੇ ਉਹ ਜਨਤਾ ਦੇ ਡੱਬੇ ਹੋਣਗੇ, ਉਹ 'ਚ ਹੋਣਗੇ ਅਨਰਿਜ਼ਰਵਡ ਲੋਕ, ਜਿਹਦੇ 'ਚ ਕੋਈ ਟਿਕਟ ਨਹੀਂ ਹੈਗੀ, ਕੁਛ ਨਹੀਂ ਹੈਗਾ, ਉਹ ਧੱਕਾ ਮੁੱਕੀ ਚਪੇੜਾਂ ਹੈ ਨਾ ਵਿੱਚ ਡਾਂਗ ਸੋਟਾ, ਉਹ ਉਹਨਾਂ ਡੱਬਿਆਂ 'ਚ ਹੁੰਦਾ। AC 'ਚ ਲੋਕ ਆਰਾਮ, ਗੱਡੀ ਇੱਕੋ ਹੀ ਹੈ ਔਰ ਉਹਦੇ 'ਚ AC ਵਾਲੇ ਆਰਾਮ ਨਾਲ ਸੁੱਤੇ ਆ, ਹੈ ਨਾ। AC ਉੱਥੇ ਟੈਂਪਰੇਚਰ ਵਧੀਆ ਤਰੀਕੇ ਨਾਲ, ਕੋਈ ਗਰਮੀ ਨਹੀਂ, ਕੋਈ ਸਰਦੀ ਨਹੀਂ, ਕੁਛ ਨਹੀਂ ਹੈ। ਉਹ ਉੱਥੇ ਆਪਣੇ ਪਏ ਸੀਟਾਂ 'ਤੇ ਔਰ ਐਸ਼ ਕਰ ਰਹੇ ਆ। ਅਤੇ ਜਿਹੜੇ ਦੂਜੇ ਪਾਸੇ ਹੈਗੇ ਵਿਚਾਰੇ, ਉਹ ਤਾਂ ਨਾ ਬਹਿਣ ਦੀ ਜਗ੍ਹਾ ਨਾ ਖਲੋਣ ਦੀ ਜਗ੍ਹਾ ਹੈਗਾ ਉੱਥੇ। ਤਾਂ ਇਹ ਹਾਲ ਹੈ। ਇਹ ਸਾਡੇ ਦੂਜੇ ਸੂਬਿਆਂ ਦਾ ਹਾਲ ਹੈ। ਅਤੇ AC ਸੂਬੇ ਉਹ ਨੇ ਜਿੱਥੇ ਉਹਨਾਂ ਦਾ ਆਪਣਾ ਰਾਜ ਹੈ। ਇਹ ਹੁਣ ਜਿਹੜੀ ਹੈ ਇਸ ਵੇਲੇ ਕੱਲ੍ਹ ਤੋਂ ਇਹਨਾਂ ਨੇ ਸਾਰਾ ਕੁਝ ਸ਼ੁਰੂ ਹੋ ਜਾਣਾ, ਕਿਉਂਕਿ ਪ੍ਰਚਾਰ ਬੰਦ ਹੋ ਗਿਆ। ਕੱਲ੍ਹ ਤੋਂ ਵੋਟਿੰਗ ਸ਼ੁਰੂ ਹੋ ਰਹੀ ਹੈ, 5 ਤਰੀਕ ਤੱਕ ਵੀ ਹੈਗੀ। ਇਹਨਾਂ ਨੇ ਫੇਜ਼ ਬਣਾਉਣ 'ਤੇ ਹੈ, ਚੋਣ ਅਧਿਕਾਰੀ ਪਹੁੰਚ ਚੁੱਕੇ ਉੱਥੇ, ਹੈ ਨਾ, ਡੱਬੇ ਪਹੁੰਚ ਗਏ ਉੱਥੇ, ਸਾਰਾ ਕੁਝ ਹੋ ਰਿਹਾ। ਔਰ ਉਸੇ ਤਰ੍ਹਾਂ ਹੀ ਲੋਕਾਂ ਨੂੰ ਪ੍ਰਚਾਰ ਹੋ ਗਿਆ ਵਾ, ਉਹਨਾਂ ਦਾ ਪ੍ਰਚਾਰ ਬੰਦ ਹੋ ਗਿਆ। ਪਰ ਇਸ ਵੇਲੇ ਜਿਹੜੀ ਠਣੀ ਪਈ ਆ, ਇੱਕ ਦੇ ਜ਼ੋਰ ਨਾਲ ਆਪ ਨੇ ਕਹਿ ਤਾ ਕਿ ਅਸੀਂ ਐਤਕੀ ਜਿੱਤਾਂਗੇ। ਇਹਨਾਂ ਦੀ ਪਸ਼ੀਨ ਗੋਈ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੇ ਵਿੱਚ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ ਕੇਜਰੀਵਾਲ ਸਾਹਿਬ ਨੇ। ਉਹ ਪਿਛਲੀ ਵਾਰੀ ਵੀ ਉਹਨਾਂ ਨੇ ਪੰਜਾਬ ਬਾਰੇ ਕਿਹਾ ਸੀ ਕਿ ਵੀ ਅਸੀਂ ਹੁੰਜਾ ਫਿਰ ਜਿਹੜੀ ਉਹ ਜਿੱਤ ਕਰ ਲਾਂਗੇ, ਲਿਖਤੀ ਰੂਪ 'ਚ ਦਿੱਤਾ, ਲਿਖਤੀ ਰੂਪ 'ਚ ਹੈ ਕਿ ਨਹੀਂ। ਉਹ ਉਹਨਾਂ ਨੇ ਕਿਹਾ ਸੀਗਾ। ਔਰ ਵੇਖ ਲਓ 92 ਸੀਟਾਂ ਲੈਣੀਆਂ, ਕੋਈ ਖਾਲਾ ਜੀ ਦਾ ਵਾੜਾ ਨਹੀਂ ਗਾ। ਔਰ ਇੱਥੇ ਵੀ ਇਹ ਕੁਛ ਨਾ ਕੁਛ ਕਰਨਗੇ। ਉੱਥੇ ਕੋਈ ਲੋਕਾਂ ਦੇ ਕਿੰਤੂ ਪਰੰਤੂ ਤਾਂ ਹੋਏ ਨਹੀਂ, ਲੋਕਾਂ ਦਾ ਇਸ਼ਾਰਾ ਸਮਝਿਆ ਜਾਂਦਾ। ਔਰ ਇਹ ਬੰਦੇ ਪੜ੍ਹੇ ਲਿਖੇ ਨੇ, ਇਹਨਾਂ ਨੂੰ ਪਤਾ ਲੱਗ ਜਾਂਦਾ। ਬਾਕੀ ਲੀਡਰ ਤਾਂ ਜਿਹੜੇ ਆ ਨਾ, ਕੋਈ ਗੂਠਾ ਛਾਪ, ਕਈ ਬਾਕੀ ਉੱਦਾਂ ਹੀ ਊਲ ਜਲੂਲ ਹੀ ਬੋਲਣ ਵਾਲੇ ਹੈਗੇ ਆ। ਪਰ ਇਹ ਬੋਲਦੇ ਵੀ ਅੱਛਾ ਹੈ, ਬੋਲਦੇ ਆ, ਲਿਖ ਪੜ੍ਹ ਕੇ ਸਾਰਾ ਕੁਝ ਕਰਦੇ ਆ। ਔਰ ਦਿੱਲੀ ਵਰਗੇ ਜਿਹੜੇ ਸਟੇਟ ਨੂੰ ਸੰਭਾਲਿਆ ਪਿਆ ਇਹਨਾਂ ਨੇ। ਔਰ ਮੈਨੂੰ ਲੱਗਦਾ ਪੰਜਾਬ ਦੂਜਾ ਆ ਗਿਆ, ਤੀਜਾ ਮੁੜ ਕੇ ਆ ਗਿਆ ਇਹਨਾਂ ਕੋਲ ਗੁਜਰਾਤ। ਫਿਰ ਹੌਲੀ ਹੌਲੀ ਸਾਰਿਆਂ ਸੂਬਿਆਂ 'ਤੇ ਕਬਜ਼ਾ ਮਾਰਨਗੇ। ਇਸ ਵੇਲੇ ਇੱਕ ਸੰਕੇਤ ਹੋਰ ਸੀ ਗੱਲ ਹਰਿਆਣੇ ਦਾ। ਹਰਿਆਣੇ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਪੰਚਾਇਤ ਸਮਿਤੀ ਦੀਆਂ ਜਿੰਨੀਆਂ ਵੋਟਾਂ ਹੈਗੀਆਂ, ਉਹਨਾਂ 'ਚ ਫਿਰ ਇਹ ਅੱਗੇ ਰਹੇ, ਭਾਰੂ ਰਹੇ। ਉਹਨਾਂ ਨੂੰ 102 ਦੇ ਕਰੀਬ ਆਏ, 114 ਤੋਂ ਅੱਗੇ ਨਿਕਲ ਗਏ। ਇਹ ਚੀਜ਼ ਹੈਗੀ ਹੈ, ਕਈ ਜਗ੍ਹਾ ਸੂਬਿਆਂ 'ਚ ਪਤਾ ਲੱਗ ਜਾਂਦਾ। ਹਾਲਾਂਕਿ ਹਰਿਆਣੇ 'ਚ ਉਹੀ ਹਾਲ ਸੀਗਾ, ਗੁਜਰਾਤ ਵਾਲਾ ਹੀ ਇਸੇ ਤਰ੍ਹਾਂ ਦਾ ਆ। ਇਸੇ ਦੇ ਰਣਕੱਚ ਦੀ ਲੜਾਈ ਹੈ, ਪੂਰਾ ਟੱਕਰਬਾਜ਼ੀ ਹੈ ਵੱਡੀ। ਇਹ ਸਿਰਫ ਜਿਹੜੀ ਸਿਆਸੀ ਲੜਾਈ ਹੈ, ਇਹ ਬੰਬਾਰਮੈਂਟ ਨਹੀਂ ਕਰਦੇ, ਇਹ ਕੱਟਵੱਡ ਨਹੀਂ ਕਰਦੇ, ਇਹ ਵਿਚਾਰਾਂ ਨਾਲ, ਹੈ ਨਾ, ਭਾਸ਼ਣ ਨਾਲ, ਉਹਦੇ ਨਾਲ ਇਹ ਜ਼ਖਮ ਕਰ ਦਿੰਦੇ ਲੋਕਾਂ ਦੇ ਸੀਨਿਆਂ 'ਤੇ। ਇਹ ਵਿਚਾਰ ਤਾਂ ਨਹੀਂ ਹੈਗੇ, ਬਟ ਵਿਚਾਰਾਂ ਤੋਂ ਬਿਨਾਂ ਜਿਹੜੀਆਂ ਗੱਲਾਂ ਨੇ ਉਹ ਹੈਗੀਆਂ ਨੇ। ਇੱਕ ਦੂਜੇ ਦੇ ਉੱਤੇ ਚਿੱਕੜ ਕਿਵੇਂ ਸੁੱਟਣਾ ਵਾ, ਇੱਕ ਦੂਜੇ ਨੂੰ ਨੀਵਾਂ ਕਿਵੇਂ ਵਿਖਾਉਣਾ, ਹੈ ਨਾ। ਕਿਉਂਕਿ ਜੇ ਵਿਚਾਰ ਵਾਲੀ ਗੱਲ ਹੋਵੇ ਫਿਰ ਤਾਂ ਇਹੋ ਜਿਹੀਆਂ ਗੱਲਾਂ ਨਹੀਂ ਹੋਣਗੀਆਂ। ਵਿਚਾਰਾਂ ਦੀ ਲੜਾਈ ਤੇ ਜਿਹੜੀ ਉਹ ਮਾੜੀ ਨਹੀਂ ਹੁੰਦੀ। ਵਿਚਾਰਾਂ ਦੀ ਲੜਾਈ ਤੇ ਭਗਤ ਸਿੰਘ ਕਹਿੰਦਾ ਹਮੇਸ਼ਾ ਲੜਾਈ ਹੀ ਵਿਚਾਰਾਂ ਦੀ ਹੁੰਦੀ। ਹਾਂ ਬਿਲਕੁਲ, ਉਹਨੇ ਕਿਤਾਬਾਂ ਲਿਖੀਆਂ ਤੇ ਬਹੁਤ ਕੁਝ ਕੀਤਾ। ਬਿਲਕੁਲ, ਫਲਸਫਾ ਬੰਦੂਕਾਂ ਚੁੱਕਣ ਦੀ ਲੋੜ ਹੀ ਨਹੀਂ। ਬਿਲਕੁਲ। ਔਰ ਤੁਹਾਡੇ ਜਿਹੜੇ ਵਿਚਾਰ ਨੇ, ਕਹਿੰਦਾ ਜਿਵੇਂ ਤਲਵਾਰ ਨੂੰ ਸਾਣ ਤੇ ਤੇਜ਼ ਕਰੀਦਾ, ਇੱਦਾਂ ਹੀ ਆਪਣੇ ਵਿਚਾਰਾਂ ਨੂੰ, ਆਪਣੀ ਬੁੱਧੀ ਦੀ ਸਾਣ ਤੇ ਤੇਜ਼ ਕਰੋ। ਜਿਹੜਾ ਕੱਟਿਆ ਨਾ, ਤਲਵਾਰ ਦਾ ਕੱਟਿਆ ਜ਼ਖਮ ਤਾਂ ਅੱਲਾ ਹੋ ਜਾਂਦਾ ਹੌਲੀ ਹੌਲੀ। ਜਿਹੜਾ ਜ਼ੁਬਾਨ ਦਾ ਕੱਟਿਆ ਹੁੰਦਾ ਨਾ ਜਿਹੜਾ ਜ਼ਖਮ, ਉਹ ਸ਼ਾਇਦ ਪੂਰੀ ਜ਼ਿੰਦਗੀ ਨਹੀਂ ਤੁਹਾਨੂੰ ਭੁੱਲਦਾ।
ਤੇ ਦੇਖੋ ਫਿਰ ਇਹ ਕੀ ਬੋਲਦੇ ਨੇ ਸਟੇਜਾਂ ਦੇ ਉੱਤੋਂ, ਇੱਕ ਦੂਜੇ ਦੇ ਖਿਲਾਫ ਕੀ ਬੋਲਦੇ ਨੇ। ਤਾਂ ਇਹ ਦੇਖਣ ਵਾਲੀਆਂ ਗੱਲਾਂ ਨੇ। ਔਰ ਕਿਤੇ ਨਾ ਕਿਤੇ ਇਹ ਵੀ ਗੱਲ ਤੋਂ ਆਈ ਕਿ ਕਿਸੇ ਨੇ ਇਹ ਵੀ ਸਟੇਟਮੈਂਟ ਦਿੱਤੀ ਸੀ ਕਿ ਹਰਿਆਣੇ ਦੀ ਤਰੱਕੀ ਤੋਂ ਪੰਜਾਬ ਛੱਡਦਾ। ਦੱਸੋ, ਇਹ ਵੀ ਸਟੇਟਮੈਂਟ ਆ ਚੁੱਕੀ ਹੈ। ਪੰਜਾਬ ਜਿੱਦਾਂ ਬਹੁਤ ਮਿੱਟੀ ਨਾਲ ਘੁਲ ਰਿਹਾ, ਪੰਜਾਬ ਦੀ ਤਰੱਕੀ ਤਾਂ ਬਾਕੀ ਸੂਬਿਆਂ ਤੋਂ ਕਿਤੇ ਅੱਗੇ ਹੈਗਾ, ਪਰ ਕੈਪੀਟਲ ਇਨਕਮ ਜੋ ਪੰਜਾਬ ਕੋਲ ਕਿਸੇ ਕੋਲ ਵੀ ਹੈ ਨਹੀਂ। ਗੱਲ ਇਹ ਹੈ ਕਿ ਸੂਬਾ ਨਹੀਂ ਖੇਡਣਾ, ਆਪਾਂ ਪੂਰੀ ਸਰੀਰ ਦੀ ਬਣਤਰ ਦੀ ਗੱਲ ਕਰਦੇ ਪਏ ਸੀ ਕਿ ਭਾਰਤ ਇੱਕ ਸਰੀਰ ਹੈ, ਉਹਨੂੰ ਕਿੱਦਾਂ ਤਾਕਤਵਰ ਬਣਾਉਣਾ ਹੈ। ਗੱਲ ਇੱਥੇ ਆਉਂਦੀ ਹੈ। ਯੂਨਾਈਟਿਡ ਸਟੇਟ ਵੀ ਇਦਾਂ ਹੀ ਹੈ, ਸਾਰੇ ਸਟੇਟ ਇਕੱਠੇ ਹੋ ਕੇ ਯੂਨਾਈਟਿਡ ਸਟੇਟ ਬਣਿਆ। ਪੁਰਾਣੇ ਟਾਈਮ ਦੇ ਵਿੱਚ ਸਾਰੇ ਕਬੀਲੇ ਹੀ ਸੀਗੇ, ਸਾਰੀਆਂ ਸਟੇਟਸ ਹੀ ਸੀ, ਨਿੱਕੀਆਂ ਨਿੱਕੀਆਂ ਰਿਆਸਤਾਂ ਹੀ ਸਾਰੀਆਂ। ਯੂਨਾਈਟਿਡ ਕਿੰਗਡਮ ਕੀ ਹੈ, ਉਹ ਵੀ ਉਹੀ ਹੈ, ਸਾਰੇ ਇਕੱਠੇ। ਬ੍ਰਿਟੇਨ ਇਹੀ ਹੈ, ਬਿਲਕੁਲ ਯੂਨਾਈਟਿਡ ਕੀਤਾ ਗਿਆ। ਹਰ ਥਾਂ ਤੇ ਏਦਾਂ ਨਿੱਕੇ ਨਿੱਕੇ ਕਬੀਲਿਆਂ ਨੇ ਇਕੱਠੇ ਹੋ ਕੇ ਇੱਕ ਦੇਸ਼ ਬਣਾ ਲਿਆ। ਹਰ ਥਾਂ ਤੇ ਇਹੀ ਹੈ। ਪਹਿਲਾਂ ਆਦਿਵਾਸੀ ਤੋਂ ਜਾ ਕੇ ਜੰਗਲਾਂ ਤੋਂ ਵੇਖੋ ਜਾ ਕੇ ਇਕੱਠੇ ਹੋ ਕੇ ਜਦੋਂ ਸੋਝ ਜੀ ਆ ਗਈ, ਸੋਝ ਹੋਣ ਤੋਂ ਬਾਅਦ ਸਟੇਟ ਬਣ ਗਏ, ਰਿਆਸਤਾਂ ਬਣੀਆਂ। ਸਟੇਟ ਜਿਹੜੇ ਬਣੇ ਆ ਇਹਦਾ ਅਹੁਦਾ ਦਿੱਤਾ ਵਾ ਅੰਗਰੇਜ਼ਾਂ ਨੇ। ਪਹਿਲਾਂ ਤਾਂ ਰਿਆਸਤਾਂ 'ਚ ਵੰਡਿਆ ਹੁੰਦਾ, ਚੌਧਰੀ ਹੁੰਦੇ ਸੀ ਰਿਆਸਤਾਂ ਦੇ। ਉਸ ਤੋਂ ਬਾਅਦ ਉਹ ਰਿਆਸਤਾਂ ਤੋਂ ਇਕੱਠੇ ਹੋਏ, ਜਿੱਦਾਂ ਮਹਾਰਾਣਾ ਪ੍ਰਤਾਪ ਰਹੇ ਆ, ਜਿਸ ਤਰ੍ਹਾਂ ਸ਼ਿਵਾਜੀ ਰਹੇ ਮਰਾਠਾ। ਔਰ ਇਸੇ ਤਰ੍ਹਾਂ ਪੰਜਾਬ 'ਚ ਵੀ ਇਸ ਤਰ੍ਹਾਂ ਦਾ ਬਹੁਤ ਰਿਆਸਤਾਂ 'ਚ ਵੰਡਿਆ ਸੀ। 12 ਮਿਸਲਾਂ ਸੀ ਪਹਿਲਾਂ ਪੰਜਾਬ ਦੇ ਵਿੱਚ, ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਉਹ ਕਿੱਥੋਂ ਕਾਬਲ ਕੰਧਾਰ ਤੱਕ ਕਿੱਥੋਂ ਕੂਚ ਫੇਰਦੇ, ਔਰ ਲਾਹੌਰ ਨੂੰ ਜਿੱਤ ਕੇ ਆਪਣੀ ਰਾਜਧਾਨੀ ਬਣਾ ਕੇ ਕਿੱਥੋਂ ਤੱਕ ਰਾਜ ਫੈਲ ਗਿਆ। ਉਸ ਵੇਲੇ ਖਾਲਸੇ ਦਾ ਰਾਜ ਸੀ, ਜਿਸ ਨੂੰ ਇਸ ਤਰ੍ਹਾਂ ਪੁਕਾਰਿਆ ਜਾਂਦਾ ਸੀ। ਔਰ ਇਹ ਗੱਲ ਤਾਂ ਹੋਣੀ ਹੈ ਕਿ ਹੁਣ ਜੇ ਵੰਡ ਵੀ ਹੋ ਗਈ ਆ ਤਾਂ ਫਿਰ ਵੀ ਸਾਈਕੀ ਉਹੀ ਹੈ, ਭਾਵੇਂ ਵੱਖਰੇ ਆ ਰਿਆਸਤਾਂ ਹੋ ਕੇ ਅੱਡੋ ਫਾਟ ਹੀ ਹੋ ਜਾਂਦੇ। ਜਿੱਦਾਂ ਇੱਕ ਘਰ ਦੇ ਵਿੱਚ 5 ਭਰਾ ਨਾ, ਅਤੇ 5 ਭਰਾ ਨੇ ਆਪਣੇ ਪੰਜ ਮਕਾਨ ਬਣਾ ਲਏ, ਪੰਜਾਂ ਵਿੱਚ ਕੰਧਾਂ ਹੋ ਗਈਆਂ। ਕੰਧਾਂ ਤੋਂ ਬਾਅਦ ਉੱਤੋਂ ਦੀ ਆਵਾਜ਼ਾਂ ਮਾਰਨੀਆਂ, ਅੱਜ ਕੀ ਬਣਾਇਆ ਯਾਰ, ਅੱਜ ਕੀ ਰੋਟੀ ਬਣਾਈ ਹੈ, ਪਰੌਂਠੇ ਬਣਾਏ। ਇਹ ਆਵਾਜ਼ਾਂ ਵੱਜਣਗੀਆਂ, ਪਰ ਘਰ ਦੀਆਂ ਰਸੋਈਆਂ ਵੱਖਰੀਆਂ ਹੋ ਜਾਂਦੀਆਂ, ਘਰ ਦਾ ਪਰਿਵਾਰ ਵੱਖਰਾ ਹੋ ਜਾਂਦਾ, ਮੰਜਾ ਲੱਤਾ ਵੱਖਰਾ ਹੋ ਜਾਂਦਾ, ਕੱਪੜੇ ਵੱਖਰੇ ਜਾਂਦੇ ਆ। ਇਹ ਚੀਜ਼ਾਂ ਹੁਣ ਹਿੰਦੁਸਤਾਨ 'ਚ ਵੀ ਦੁਬਾਰਾ ਸੁਰਜੀਤ ਹੋ ਰਹੀਆਂ। ਪਰੌਂਠਿਆਂ ਤੋਂ ਮੈਨੂੰ ਯਾਦ ਆਇਆ, ਸਾਗ ਦਾ ਮੌਸਮ ਹੈ ਜੀ, ਤੇ ਕਿਤੇ ਗੁਆਂਢ 'ਚ ਸਾਗ ਬਣਦਾ ਸੀ, ਖੁਸ਼ਬੂਆਂ ਆਈਆਂ। ਉਹਨੇ ਪੁੱਛ ਲਿਆ, ਹਾਂਜੀ ਸਾਗ ਧਰਿਆ? ਕਹਿੰਦੇ ਹਾਂਜੀ। ਦਿੰਦੇ ਆ ਹੁਣੇ? ਹਾਂ ਲਿਆ ਬਈ, ਫੜ ਕੌਲੀ, ਫੜ ਪਾ ਕੇ ਦਈਏ ਭਰਾ ਨੂੰ। ਉਹ ਕਾਹਨੂੰ ਭਾਂਡੇ ਲਪੇਟਦੇ ਨੇ, ਕੌਲੀ 'ਚ ਕਾਹਨੂੰ ਪਾਣਾ? ਆ 2 ਪਰੌਂਠਿਆਂ ਉੱਤੇ ਰੱਖ ਕੇ ਦੇ ਦਿਓ ਸਾਗ ਮੈਨੂੰ। ਨਾਲ ਪਰੌਂਠੇ ਵੀ ਆਉਣਗੇ, ਨਾਲ ਸਾਗ ਵੀ ਆਊਗਾ। ਬੜੇ ਸਿਆਣੇ ਕਹਿੰਦੇ ਹਰੀਆਂ ਮਿਰਚਾਂ ਤੇ 4 ਜਿਹੜਾ ਮੈਂ ਘਰੋਂ ਪਾ ਲੂੰਗਾ, ਹਰੀਆਂ ਮਿਰਚਾਂ ਵੀ ਨਾਲ ਹੋਣਗੀਆਂ। ਚਲੋ ਆਪਾਂ ਅੱਗੇ ਵਧੀਏ। ਜੀ। NIA, ਕਿਉਂਕਿ ਹੁਣ ਅਸੀਂ ਆਪਣੇ ਕਾਰਗੁਜ਼ਾਰੀ ਤੇ ਆ ਜਾਈਏ ਨਾ, ਜਿਹੜੇ ਅਸੀਂ ਕੰਮ ਕਰਦੇ ਹਾਂ, ਹੁਣ ਕੰਮਾਂ ਦਾ ਵੀ ਆਪਾਂ ਖੁਲਾਸਾ ਕਰਨਾ ਹੈ। NIA ਵੱਲੋਂ ਪੰਜਾਬ, ਹਰਿਆਣਾ, UP, ਰਾਜਸਥਾਨ, ਦਿੱਲੀ ਵਿੱਚ ਹੁਣ ਛਾਪੇ ਹੋ ਰਹੇ ਨੇ। ਭ੍ਰਸ਼ਟ ਲੋਕਾਂ ਨੂੰ ਫੜੋ, ਕਿਤੇ ਗੈਂਗਸਟਰਸ ਨੂੰ ਫੜੋ, ਕਿਤੇ ਭ੍ਰਸ਼ਟ ਲੋਕਾਂ ਨੂੰ ਫੜੋ। ਸੋ NIA ਦਾ ਇਹ ਵੀ ਕੰਮ ਹੈ, ਕਿਉਂਕਿ ਜੇ ਇਹ ਭ੍ਰਸ਼ਟ ਲੋਕ ਨਹੀਂ ਹੋਣਗੇ, ਗੈਂਗਸਟਰਸ ਨਹੀਂ ਹੋਣਗੇ, ਤਾਂ NIA ਵਿਹਲੀ ਬਹਿ ਜਾਏਗੀ, ਉਹਨਾਂ ਕੋਲ ਕੋਈ ਰੋਜ਼ਗਾਰ ਨਹੀਂ ਹੋਏਗਾ, ਏਜੰਸੀ ਵਿਹਲੀ ਬਹਿ ਜਾਏਗੀ। ਤੇ ਇਸ ਕਰਕੇ ਉਹਨਾਂ ਨੂੰ ਕੰਮ ਦਿੱਤਾ ਹੋਇਆ ਗੈਂਗਸਟਰਸ ਨੇ, ਔਰ ਕੰਮ ਦਿੱਤਾ ਹੋਇਆ ਭ੍ਰਸ਼ਟਾਚਾਰੀਆਂ ਨੂੰ। ਹਾਂ, ਨੈਸ਼ਨਲ ਇੰਟੈਲੀਜੈਂਸ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਜਿਹੜੀ, ਇਹਨਾਂ ਨੇ ਪਹਿਲਾਂ ਵੀ ਬੜੇ ਛਾਪੇ ਮਾਰੇ, ਬੜੀ ਜਗ੍ਹਾ 'ਤੇ ਗਏ। ਪਰ ਹੁਣ ਜਿਹੜਾ ਹੈਗਾ ਸਪੈਸ਼ਲ, ਜਿੱਥੇ ਗੈਂਗਵਾਦ ਫੈਲਿਆ, ਜਿੱਥੇ ਉਹ ਮੁੰਡੇ ਬੈਠੇ ਆ, ਜਿੱਥੇ ਉਹਨਾਂ ਦਾ ਗੜ੍ਹ ਬਣਿਆ ਪਿਆ, ਉਹਨਾਂ ਨੂੰ ਰੋਕਣ ਲਈ ਇਹਨਾਂ ਨੇ ਸਾਰੇ ਸੂਬਿਆਂ 'ਚ ਦੁਬਾਰਾ ਰੇਡ ਕੀਤੇ ਆ। ਔਰ ਇਹਦੇ ਵਿੱਚ ਕੁਛ ਨਾ ਕੁਛ ਫੜੇ ਵੀ ਆ। ਪੰਜਾਬ 'ਚ ਵੀ ਉਹਨਾਂ ਨੇ ਕੀਤਾ, ਇਹਦੇ ਵਿੱਚ ਇਸ ਰੇਡ ਦੇ ਵਿੱਚ ਕਈ ਮੁੰਡੇ ਇਹਨਾਂ ਨੇ ਕੈਪਚਰ ਕੀਤੇ ਆ ਬਿਸ਼ਨੋਈ ਗਰੁੱਪ ਦੇ। ਔਰ ਉਸੇ ਤਰ੍ਹਾਂ ਹੀ ਹਿਮਾਚਲ 'ਚ ਵੀ ਵੇਖੀਏ, ਕਿਉਂਕਿ ਪਹਾੜੀਆਂ ਵਾਲਾ ਏਰੀਆ ਸਾਰਾ। ਔਰ ਰਾਜਸਥਾਨ 'ਚ ਵੀ ਭੱਜ ਦੌੜ ਦਾ, ਲੁਕਣ ਦਾ ਮਾਮਲਾ ਬਹੁਤ ਕੁਛ ਹੈਗਾ। ਪੰਜਾਬ ਅਜੇ ਮੈਦਾਨੀ ਏਰੀਆ, ਇਹਦੇ ਵਿੱਚ ਭੱਜ ਦੌੜ ਨਹੀਂ ਸਕਦੇ, ਜਾਂ ਕਮਾਦਾਂ 'ਚ ਲੋਕ ਜਾਣਗੇ ਮੁੰਡੇ ਜਾਂ ਕਿੱਥੇ ਹੈਗੇ, ਉੱਥੋਂ ਪੁਲਿਸ ਫੜ ਕੇ ਲੈ ਆਉਂਦੀ ਹੈ। ਔਰ ਇਹ ਜਿਹੜਾ ਤਸ਼ੱਦਦ ਹੋ ਰਿਹਾ, ਜਿੰਨਾ ਜ਼ੁਲਮ ਹੋ ਰਿਹਾ, ਉਹਨੂੰ ਰੋਕਣ ਲਈ ਇਹਨਾਂ ਨੇ ਕਿਹਾ ਕਿ ਇਹਨੂੰ ਜੋ ਅਸੀਂ ਤੇ ਕੰਟਰੋਲ ਨਹੀਂ ਕਰਾਂਗੇ, ਇਹਨੂੰ ਨਕੇਲ ਨਹੀਂ ਪਾਵਾਂਗੇ ਤਾਂ ਕੰਮ ਖਰਾਬ ਹੋਊਗਾ। ਕਿਉਂਕਿ ਜਿਹੜੀ ਨੈਸ਼ਨਲ ਪਾਲਿਸੀ ਆ, ਉਹਦੀ ਫੇਵਰ 'ਚ ਆ ਕੇ ਇਹਨਾਂ ਨੇ ਇਹ ਕੰਮ ਕੀਤਾ। ਹੁਣ ਦੇਖੋ, ਇਹ ਜੋ ਇਹਨਾਂ ਨੇ ਕੰਟਰੋਲ ਕੀਤਾ, ਕੰਟਰੋਲ ਨਾਲ ਜੇ ਲੱਗਦਾ ਕਿ ਕੁਛ ਨਾ ਕੁਛ ਸ਼ਾਂਤੀ ਬਹਾਲ ਹੋਊਗੀ ਤਾਂ ਵਧੀਆ ਗੱਲ ਆ। ਨਹੀਂ ਤਾਂ ਪੰਜਾਬ ਵਿੱਚ ਵੀ ਬੜੀ ਹਫੜਾ ਦਫੜੀ ਰਹੀ ਹੈ। ਪੰਜਾਬ ਵਿੱਚ ਵੀ ਜਿਹੜੀ ਹਿੰਸਾ ਫੈਲ ਗਈ ਸੀ, ਬਿਲਕੁਲ ਸਰ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਤੇ ਕਤਲ ਹੋਇਆ, ਬੜਾ ਕੁਛ ਹੋਇਆ। ਪਰ ਜਦੋਂ ਇਹ ਕੰਮ ਲੜਾਈ ਝਗੜਾ ਹੋ ਜਾਂਦਾ, ਉਦੋਂ ਤੁਹਾਡੀ ਗਰੋਥ, ਤੁਹਾਡੀ ਖੁਸ਼ਹਾਲੀ, ਤੁਹਾਡੀ ਇਨਕਮ 'ਚ ਬਹੁਤ ਵੱਡੀ ਸੈਟਬੈਕ ਲੱਗਦੀ ਹੈ। ਪੰਜਾਬ ਦੇ ਵਿੱਚ ਜਾਂ ਜਿੱਦਾਂ ਤੁਸੀਂ ਕਿਹਾ ਕਿ ਪੰਜਾਬ ਦੇ ਤੋਂ ਸੜ ਰਿਹਾ ਕਿ ਹਰਿਆਣਾ ਅੱਗੇ ਵੱਧ ਰਿਹਾ, ਪੰਜਾਬ ਦੇ ਨਾਲ ਹਰਿਆਣਾ ਵੀ ਵੱਧ ਰਿਹਾ। ਦੋਵੇਂ ਭਰਾ ਵਾ, ਸਕੇ ਭਰਾਵਾਂ ਵਾਲੀ ਗੱਲ ਹੀ ਆ। ਲੜਦਾ ਝਗੜਦਾ ਤਾਂ 100 ਗੱਲਾਂ ਹੁੰਦੀਆਂ, ਕੋਈ ਸੜਦਾ ਨਹੀਂ, ਕੋਈ ਐਸੀ ਗੱਲ ਨਹੀਂ ਹੈ, ਕੋਈ ਐਸੀ ਬਾਤ ਨਹੀਂ। ਗੱਲ ਤਾਂ ਹੈ ਕਿ ਸਾਡੇ ਵਿਕਾਸ ਵਾਸਤੇ ਸਾਨੂੰ ਪੈਸੇ ਕਿਉਂ ਨਹੀਂ ਦਿੰਦੇ ਪਏ, ਪੈਸੇ ਨਹੀਂ, ਬਸ ਇਹੀ ਗੱਲ ਆ। ਗੱਲ ਤਾਂ ਇਹ ਹੈ। ਔਰ ਕਿਸੇ ਵਕਤ ਅਫਗਾਨਿਸਤਾਨ ਤੋਂ ਲੈ ਕੇ ਉਹ ਯਮੁਨਾ ਨਦੀ ਤੱਕ ਸਾਰਾ ਪੰਜਾਬ ਹੀ ਸੀ, ਪੰਜਾਬ ਸੀਗਾ। ਸਤਲੁਜ ਤੋਂ ਅੱਗੇ ਤੱਕ ਅੱਗੇ ਅੰਗਰੇਜ਼ਾਂ ਦਾ ਰਾਜ ਸੀਗਾ। ਮਹਾਰਾਜਾ ਰਣਜੀਤ ਸਿੰਘ ਨਾਲ ਇਹਨਾਂ ਦੀ ਸੰਧੀ ਹੋ ਗਈ ਸੀ ਕਿ ਅਸੀਂ ਅੱਗੇ ਨਹੀਂ ਵਧਾਂਗੇ, ਬਾਕੀ ਰਾਜ ਤੁਹਾਡਾ। ਫਿਰ ਇੱਕ ਦਿਨ ਸ਼ੇਰੇ ਪੰਜਾਬ ਨੇ ਨਹਾਉਂਦੇ ਸੀ, ਉੱਪਰ ਵਾਲ ਸਕਾਰੇ ਸੀ। ਜਦੋਂ ਉਹਨਾਂ ਨੇ ਨਕਸ਼ਾ ਵੇਖਿਆ, ਉਹ ਕਹਿੰਦੇ ਹੋਰ ਥੋੜ੍ਹੇ ਤੁਰੰਤ ਹੀ ਆਉਂਦਾ ਪੰਜਾਬ ਲਾਲ ਹੋ ਜਾਏਗਾ। ਲਾਲ ਦਾ ਮਤਲਬ ਬਲੱਡ ਛੱਡ ਨਹੀਂ ਗਾ, ਅੰਗਰੇਜ਼ਾਂ ਦਾ ਰਾਜ ਹੋ ਜਾਊਗਾ। ਉਸ ਤੋਂ ਬਾਅਦ ਡੋਗਰੇ ਆ ਗਏ ਵਿੱਚ, ਧਿਆਨ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ ਆਉਣ ਨਾਲ ਪੰਜਾਬ 'ਤੇ ਫਿਰ ਉਹ ਸਫਾਂ ਵਿਛ ਗਈਆਂ ਉਹਨਾਂ ਲੋਕਾਂ ਦੀਆਂ, ਬਿਲਕੁਲ। ਗੋਰੇ ਅੰਦਰ ਆ ਗਏ। ਹੁਣ ਇਹ ਤੋਂ ਬਾਅਦ
ਉਹੀ ਹਾਲ ਆ ਜਿਹੜਾ ਉਹੀ ਅੱਗੇ ਆਪਾਂ ਹਾਲ ਆ। ਸੋਚਦੇ ਸੀ। ਔਰ ਜਿਹੜੇ ਅਸੀਂ ਆਪਣੀ ਪੁਰਾਤਨ ਗੱਲਾਂ ਕਰਦੇ ਆ ਨਾ ਜੀ, ਆਪਣੇ ਵੇਦਾਂ ਦੀਆਂ ਗੱਲਾਂ ਕਰਦੇ ਆ, ਹਾਂ, ਉਹਨਾਂ ਦੀ ਰਚਨਾ ਵੀ ਪੰਜਾਬ ਦੀ ਧਰਤੀ ਬਿਲਕੁਲ ਤੇ ਹੀ ਸਹੀ ਹੋਈ ਹੈ। ਚਾਰਾਂ ਵੇਦਾਂ ਦੀ ਰਚਨਾ ਪੰਜਾਬ ਦੀ ਧਰਤੀ ਤੇ ਹੋਈ ਹੈ। ਰਿਗਵੇਦ, ਸਭ ਕੁਝ, ਯਜੁਰਵੇਦ, ਸਾਮਵੇਦ, ਸਾਰੇ ਦਾ ਅਥਰਵੇਦ। ਔਰ ਜਿਹੜੇ ਧਾੜਵੀ ਸਭ ਤੋਂ ਪਹਿਲਾਂ ਪੰਜਾਬ ਵਿੱਚ, ਉਹਨਾਂ ਦੇ ਨਾਲ ਸੂਫੀ ਸੰਤ ਸਭ ਤੋਂ ਪਹਿਲਾਂ ਪੰਜਾਬ ਵਿੱਚ, ਉਹਨਾਂ ਦੇ ਵੱਲੋਂ ਆਰਟਿਸਟ ਸਾਰੇ ਪੰਜਾਬ ਦੇ ਵਿੱਚ, ਕਵੀ ਸਾਰੇ ਪੰਜਾਬ ਦੇ ਵਿੱਚ, ਜ਼ਰੂਰ ਜੋ ਵੀ ਹੋਇਆ ਪੰਜਾਬ ਦੇ ਵਿੱਚ। ਫਿਰ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਪੰਜਾਬ ਦੇ ਵਿੱਚ। ਬਿਲਕੁਲ ਸਹੀ ਗੱਲ। ਮਤਲਬ ਕਿਹੜੀ ਚੀਜ਼ ਹੈ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੈ? ਪੰਜਾਬ ਨੇ ਹੀ ਤਾਂ ਦਿੱਤਾ ਸਭ ਕੁਝ, ਕਿਉਂਕਿ ਇਹ ਸਾਰੀ ਧਰਤੀ, ਜੇ ਪੁਰਾਤਨ ਇਤਿਹਾਸ ਦੇਖੋ, ਇਹ ਸਾਰੀ ਧਰਤੀ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ। ਪੰਜਾਬ ਆਸ਼ਰਮਾਂ ਦੀ ਧਰਤੀ ਹੈ, ਜਿੱਥੇ ਪੁਰਾਣੇ ਰਿਸ਼ੀ ਮੁਨੀ ਰਹਿੰਦੇ ਸੀ। ਸੋ ਉੱਥੋਂ ਇਹ ਗਿਆਨ ਦਾ ਸੋਮਾ ਫੁੱਟਿਆ ਹੈ ਤੇ ਕਿੱਦਾਂ ਦੀਆਂ ਗੱਲਾਂ ਪੰਜਾਬ ਬਾਰੇ ਕੀਤੀਆਂ ਜਾਂਦੀਆਂ ਨੇ। ਮੈਂ ਤੇ ਹੈਰਾਨ ਹੁੰਦਾ ਸੋਚ ਕੇ। ਹਾਂ, ਅੱਗੇ ਚੱਲੀਏ ਜੀ। ਜੀ, ਆ ਲਓ। ਹਾਂ, ਹੋਰ ਕੀ ਹੋਣਾ? ਹੋਰ ਕੰਮ ਫੜੋ। ਹਾਂ, ਸੱਚਾਈ ਘੁਟਾਲਾ। ਅੱਛਾ, ਹਾਂਜੀ, ਸ਼ਰਨਜੀਤ ਢਿੱਲੋਂ ਜੀ ਔਰ ਸਰਵੇਸ਼ ਜੀ ਵਿਜੀਲੈਂਸ ਅੱਗੇ ਪੇਸ਼ ਨਾ ਹੋਏ ਤੇ ਓਪੀ ਸੋਨੀ ਤੇ ਵਿਜੀਲੈਂਸ ਨੇ ਪੁੱਛ ਪੜਤਾਲ ਕੀਤੀ ਹੈ। ਵੀ ਆਰ ਨੋਨ ਫॉर ਦਿਸ ਕਪਲੇ। ਜੇ ਕਪਲੇ ਨਹੀਂ ਕਰਾਂਗੇ ਤਾਂ ਸਾਡੀ ਪਛਾਣ ਕਿੱਦਾਂ ਬਣੇਗੀ? ਸਾਡੀ ਪਛਾਣ ਹੀ ਇੱਦਾਂ ਦੀ ਹੈ। ਉਹ ਕਹਿੰਦੇ ਨੇ ਨਾ, ਬਦਨਾਮ ਹੋਂਗੇ ਤਾਂ ਕਿਆ ਨਾਮ ਨਾ ਹੋਗਾ। ਤਾਂ ਇਹ ਨਾਮ ਨਾ ਖੱਟਦੇ ਪਏ ਹਾਂ ਜੀ ਅਸੀਂ ਭ੍ਰਸ਼ਟਾਚਾਰ ਦੇ ਵਿੱਚ, ਕਪਲਿਆਂ ਦੇ ਵਿੱਚ। ਇਹ ਕਪਲਾ ਵੈਸੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਟਾਈਮ ਦਾ, ਸ਼ਰਨਜੀਤ ਢਿੱਲੋਂ ਉਸ ਵੇਲੇ ਸਿੰਚਾਈ ਮੰਤਰੀ ਸੀ ਔਰ ਸਰਵੇਸ਼ ਕੌਸ਼ਲ ਜੀ ਉਸ ਵੇਲੇ ਸਕੱਤਰ ਸੀਗੇ, IAS ਅਫੀਸਰ ਆ। ਪਰ ਅੱਜ ਕੱਲ੍ਹ ਉਹ ਇੱਥੇ ਨਹੀਂ ਗਏ, ਉਹ ਕਿਤੇ ਬਾਹਰ ਉਡਾਰੀ ਮਾਰੀ ਆ, ਹੁਣ ਬਾਹਰਲੇ ਦੇਸ਼ 'ਚ ਬੈਠੇ ਉਸ ਦੌਰੇ 'ਤੇ ਆ। ਔਰ ਸ਼ਰਨਜੀਤ ਢਿੱਲੋਂ ਦੀ ਕੋਈ ਸਿਹਤ ਸੂਤ ਮੇਰਾ ਖਾਲਿਸਤਾਨ ਦੀ ਨਾਸਾਜ਼ਗਰ ਸੀ, ਉਹਨਾਂ ਨੇ ਤਾਂ ਕਹਿ ਦਿੱਤਾ ਸੀ ਕਿ ਮੈਂ ਨਹੀਂ ਆ ਸਕਦਾ। ਔਰ ਉਹਦੇ ਨਾਲ ਇਹ ਹੋ ਸਕਦਾ ਕਿ ਵਿਜੀਲੈਂਸ ਤੋਂ ਡਰਦੇ ਜਾਂ ਆਪਣਾ ਸਾਰਾ ਪ੍ਰਮੋਸ਼ਨ ਉਹਨਾਂ ਨੂੰ ਦੇਣ ਲਈ, ਇਨਫੋਰਮੇਸ਼ਨ ਦੇਣ ਲਈ ਇਹ ਅੱਗੇ ਨਹੀਂ ਆ ਸਕੇ ਤੇ ਨਹੀਂ ਪਹੁੰਚੇ। ਨਾਲ ਲੱਗਦੇ ਵਿਜੀਲੈਂਸ 'ਚ ਓਪੀ ਸੋਨੀ ਜਿਹੜੇ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ, ਹਾਂ, ਜਿਹੜੇ ਉਪ ਮੁੱਖ ਮੰਤਰੀ ਰਹੇ ਇੱਥੇ ਔਰ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਰਹੇ, ਉਹਨਾਂ ਦੇ ਪਿੱਛੇ ਵੀ ਵਿਜੀਲੈਂਸ ਲੱਗੀ ਆ। ਉਹਨਾਂ ਦੇ ਇਸ ਕਰਕੇ ਲੱਗੀ ਕਿ ਉਹਨਾਂ ਕੋਲ ਜਿਹੜਾ ਪੈਸਾ ਸੀ, ਜੋ ਆਮਦਨ ਸੀਗਾ, ਉਹਦੇ ਅਕੋਰਡਿੰਗ ਜੋ ਕੁਛ ਉਹਨਾਂ ਨੇ ਬਣਾਇਆ ਵਾ, ਜੋ ਉਹਨਾਂ ਦੀ ਜਾਇਦਾਦ ਉਹ ਤਾਂ ਲੱਖਾਂ ਕੋਹਾਂ ਅੱਗੇ ਆ। ਉਹਨਾਂ ਨੇ ਦੇਖਿਆ ਕਿ ਜਦੋਂ ਇਹਨਾਂ ਨੇ ਇਲੈਕਸ਼ਨ ਲੜੀ, ਉਦੋਂ ਇਹਨਾਂ ਨੇ ਕੀ ਦਿੱਤਾ ਸੀ ਇਨਕਮ ਟੈਕਸ ਨੂੰ, ਕਿ ਮੇਰੇ ਕੋਲ ਇੰਨੇ ਕਰੋੜ ਹੈਗਾ, ਮੇਰੇ ਕੋਲ ਇਹਦੋਂ ਵੱਧ ਹੈ ਨਹੀਂ। ਪਰ ਜਦੋਂ ਇਹ ਮੰਤਰੀ ਬਣੇ ਆ, ਜਦੋਂ ਆਪਣੇ ਤੋਂ ਬਾਅਦ ਆਪਣਾ ਉਪ ਮੁੱਖ ਮੰਤਰੀ ਬਣੇ ਆ, ਉਦੋਂ ਇਹਨਾਂ ਤੋਂ ਪਤਾ ਨਹੀਂ ਬੇਸ਼ੁਮਾਰ ਪੈਸਾ ਕਿੱਥੋਂ ਆ ਗਿਆ। ਉਹਨਾਂ ਨੇ ਇਹਨਾਂ ਦੀਆਂ ਕੋਠੀਆਂ ਨੂੰ ਮੇਜਰਮੈਂਟ ਕੀਤਾ, ਇਹ ਕਿੰਨੇ ਸਟੋਰੀਆਂ ਬਣ ਗਈਆਂ, ਇਹਦੇ ਵਿੱਚ ਕਿੰਨੇ ਸਵਿਮਿੰਗ ਪੂਲ ਆ, ਕਿੰਨਾ ਕੁਛ ਹੈਗਾ। ਬੇਸ਼ੁਮਾਰ ਪੈਸਾ ਜਿਹੜਾ ਲੱਗਿਆ, ਉਹ ਕਹਿੰਦੇ ਕਿਹੜੇ ਅਰਸ਼ਾਂ ਤੋਂ ਆ ਗਿਆ, ਕਿਸ ਚੋਰ ਮੋਰੀ ਰਾਹੀਂ ਆ ਗਿਆ। ਔਰ ਉਹਨਾਂ 'ਤੇ ਵੀ ਇਹ ਬੜਾ ਸਕੰਜਾ ਕੱਸਿਆ ਪਿਆ ਇਸ ਵੇਲੇ ਵਿਜੀਲੈਂਸ ਦਾ। ਔਰ ਆਹ ਜਿਹੜੀ ਸ਼ਰਨਜੀਤ ਢਿੱਲੋਂ ਦੀ ਗੱਲ ਹੈਗੀ ਹੈ, ਸਿੰਚਾਈ ਘੁਟਾਲਾ ਹੈ। ਦੇਖੋ, ਆਪ ਕਿਸਾਨ ਹੋ ਕੇ ਮੰਤਰੀ, ਔਰ ਉਹਦੇ ਵਿੱਚ ਆਪ ਜਿੱਥੇ ਸਿੰਚਾਈ ਘੁਟਾਲਾ, ਉਹਦੇ 'ਚ ਜਿਹੜਾ ਪੈਸਾ ਹੈ, ਜਿੱਥੇ ਖਾਲ, ਨਾਲੇ, ਸੂਏ, ਨਹਿਰਾਂ, ਜਿਹਦੇ 'ਚ ਪਾਣੀ ਦੇ ਜਿਹੜੇ ਸੋਰਸ ਨੇ, ਜਿਹਦੇ 'ਚ ਪਾਣੀ ਦੇ ਵਾਟਰ ਰਿਸੋਰਸ ਹੈਗੇ, ਉਹਨਾਂ ਲਈ ਪੈਸਾ ਆਇਆ ਸੀਗਾ, ਉਹ ਪੈਸਾ ਸਾਰਾ ਇਹਨਾਂ ਦੀ ਜੇਬਾਂ 'ਚ ਪੈ ਗਿਆ। ਔਰ ਬਾਦਲ ਸਾਹਿਬ ਦੀ ਸਰਕਾਰ ਸੀ ਉਦੋਂ ਜਿਹੜੇ ਹੈਗੇ ਆ ਆਪਣੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸੀਗੇ। ਔਰ ਉਹਦੇ ਵਿੱਚ ਦੇਖ ਲਓ, ਉਹਨਾਂ ਦੇ ਵਿੱਚ ਉਦੋਂ ਵੀ ਘਟਾਲੇ ਹੁੰਦੇ ਰਹੇ। ਬੀਇੰਗ ਗਏ ਫਾਰਮਰ, ਆਪ ਕਿਸਾਨ ਨੇ, ਜਦੋਂ ਵੀ ਮੁੱਖ ਮੰਤਰੀ ਸਾਹਿਬ ਆਪ ਕਿਸਾਨ ਨੇ, ਕਿੰਨੀ ਵੱਡੀ ਜ਼ਮੀਨ ਉਹਨਾਂ ਕੋਲ। ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਜੇ ਡਾਕਾ ਮਾਰਨਾ ਤਾਂ ਅਸੀਂ ਆਪਣੇ ਘਰ 'ਚ ਹੀ ਮਾਰਨੇ ਆ। ਜੇ ਅੱਜ ਜਾਂ ਕੱਲ੍ਹ ਜੋ ਪਾਣੀ ਲੋਕਾਂ ਨੂੰ ਮਿਲਣਾ, ਫਸਲ ਕਿੱਦਾਂ ਹੋਊਗੀ? ਫਸਲ ਬਰਬਾਦ ਹੋ ਜੂਗੀ। ਝਾੜ ਕਿੰਨਾ ਕੁ ਹੋ ਜੂਗਾ? ਕੁਝ ਵੀ ਨਹੀਂ ਹੋਣਾ। ਝਾੜ, ਝੋਨਾ ਕਿੱਦਾਂ ਲੱਗੂਗਾ? ਫਿਰ ਪਤਾ ਕੀ ਆਂਦੇ, ਪਾਣੀ ਥੱਲਿਓਂ ਜਿਹੜਾ ਜ਼ਮੀਨ ਦਾ ਪਾਣੀ ਇਹ ਸੁੱਕ ਗਿਆ, ਥੱਲਿਓਂ ਪਾਣੀ ਘੱਟ ਆ ਰਿਹਾ। ਪਰ ਜਿਹੜਾ ਪਾਣੀ ਤੁਹਾਡਾ ਨਹਿਰਾਂ ਦਾ ਆ ਰਿਹਾ, ਹਿਮਾਚਲ 'ਚੋਂ ਪਾਣੀ ਆ ਰਿਹਾ ਨਹਿਰਾਂ ਦਾ, ਦਰਿਆਵਾਂ ਦੇ ਰਾਹੀਂ, ਉਹ ਪਾਣੀ ਤਾਂ ਤੁਸੀਂ ਸੰਭਾਲਦੇ ਨਹੀਂ, ਜਿਹਦੇ 'ਚ ਖਾਲ, ਨਾਲੇ, ਹੈ ਨਾ, ਟੋਬੇ, ਸਾਰਾ ਕੁਝ ਬਣਦਾ। ਇੱਕ ਜ਼ਮਾਨਾ ਇਹ ਸੀਗਾ ਜਦੋਂ ਪਾਣੀ ਜ਼ਿਆਦਾ ਹੁੰਦਾ ਸੀਗਾ, ਕਿਸਾਨਾਂ ਕੋਲ ਖੇਤ ਨਹੀਂ ਸੀ ਪਾਣੀ ਚੱਲਦੇ, ਤਾਂ ਛੱਪੜ ਨੂੰ ਪਾਣੀ ਛੱਡ ਦਿੰਦੇ, ਉਹ 'ਚ ਗਾਵਾਂ, ਮੱਝਾਂ ਆਪ ਲੋਕ ਨਹਾਉਂਦੇ ਹੁੰਦੇ ਸੀ, ਪਾਣੀ ਇੰਨਾ ਸਾਫ਼ ਹੁੰਦਾ ਸੀ। ਹੁਣ ਸਿਰਫ ਫਸਲਾਂ ਨੂੰ ਪੂਰਾ ਨਹੀਂ ਹੋ ਰਿਹਾ। ਕੀ ਗੱਲ, ਫਸਲਾਂ ਹੁਣ ਜ਼ਿਆਦਾ ਬੀਜਣ ਲੱਗ ਪਏ, ਉਦੋਂ ਵੀ ਫਸਲਾਂ ਬੀਜਦੇ, ਉਦੋਂ ਵੀ ਕਣਕਾਂ ਬੀਜਦੇ। ਸਿਰਫ ਅਤੇ ਸਿਰਫ ਘਟਾਲੇ ਆ। ਜਿਸ ਤਰ੍ਹਾਂ ਫੂਡ ਐਂਡ ਸਪਲਾਈ 'ਚ ਘਟਾਲਾ ਹੋ ਗਿਆ, ਉਹ ਵੀ ਮੰਤਰੀ ਫਸੇ। ਇਹ ਵੀ ਸੇਮ ਆ। ਜਿਹੜੀ ਵੀ ਸਰਕਾਰ ਆਉਂਦੀ ਆ, ਉਹ ਗੱਫੇ ਆਪਣੇ ਕੋਲ ਰੱਖਦੀ ਆ, ਸਾਰੇ ਤੋਂ ਵੱਡੇ ਝਾੜ ਕੇ ਆਪਣੇ ਅੰਦਰ ਲੈ ਜਾਂਦੀ ਹੈ। ਇਹੀ ਹਾਲ ਆ ਜਿਹੜਾ ਹੁਣ ਵਿਜੀਲੈਂਸ ਨੇ ਸਾਰਿਆਂ ਦੇ ਸਾਹਮਣੇ ਲੈ ਆਂਦਾ ਵਾ। ਹੁਣ ਅੱਗੇ ਵੇਖੋ ਵਿਜੀਲੈਂਸ ਕੀ ਕਰਦੀ ਆ। ਇਹਨਾਂ 'ਤੇ ਬਲੇਮ ਤਾਂ ਹੋ ਗਿਆ। ਉਹ IAS ਆਫੀਸਰ ਸੀ ਸਰਵੇਸ਼ ਕੌਸ਼ਲ ਜੀ, ਉਹਦੇ IAS ਆਫੀਸਰ ਜਿਹੜੀ ਇਹ ਪਾਲਿਸੀ ਬਣਾਉਂਦੇ ਆ। ਉਹਨਾਂ ਨੇ ਕਿਹਾ, ਉਹਨਾਂ ਨੇ ਬਜਟ ਪਾਸ ਕੀਤਾ, ਕਿੰਨਾ ਪੈਸਾ ਇੱਥੇ ਲਾਉਣਾ। ਸਿੰਚਾਈ ਵਿਭਾਗ ਦੀ ਹੈਗੀ ਆ, ਇਰੀਗੇਸ਼ਨ ਡਿਪਾਰਟਮੈਂਟ ਦੀ ਸਾਰੀ ਕੁਛ ਹੈਗਾ। ਦੇਖ ਲਓ ਕਿੱਥੇ ਲੋਕਾਂ ਨੂੰ ਪਾਣੀ ਪਾਤਾ। ਉਹ ਵਿਚਾਰੇ ਪਾਣੀ ਡੀਕਦੇ ਆ, ਕਿੱਥੋਂ ਤੱਕ ਨੱਕੇ ਮੋੜਨੇ ਆ, ਅਤੇ ਪਾਣੀ ਆ ਨਹੀਂ ਰਿਹਾ। ਖੂਹ ਵੈਸੇ ਬੰਦ ਹੋ ਗਏ, ਨਹੀਂ ਤਾਂ ਖੂਹ ਦੇ ਨੱਕੇ ਮੋੜਦੇ ਕਿਆਰਿਆਂ ਰਾਹੀਂ ਵਾਹੀ ਕਰਨ ਲੱਗਿਆ, ਪਤਾ ਲੱਗਦਾ। ਕਦੇ ਤੁਸੀਂ ਸੋਚਦੇ ਹੋ ਇਹ ਘਪਲੇ ਕਰਦੇ ਕਿਉਂ ਨੇ? ਪੈਸਾ ਜੇਬਾਂ ਭਰ ਲਈ, ਆਪਣੇ ਰਿਸ਼ਤੇਦਾਰਾਂ ਨੇ ਜੇਬਾਂ ਭਰ ਲਈ, ਆਪਣੇ ਬੱਚਿਆਂ ਨੂੰ ਅੱਗੇ ਵਧਾਉਣ ਲਈ ਇਹ ਹੈਗਾ, ਵੱਡੀਆਂ ਕੰਟਰੀਆਂ 'ਚ ਪੜ੍ਹਾਉਣ ਲਈ ਇਹ ਪੈਸਾ ਇਹ ਜਾਂਦਾ। ਅਤੇ ਇਸੇ ਕੰਮ ਲਈ
ਇਸੇ ਕੰਮ ਨੂੰ ਕਰਨ ਲਈ ਸਾਡੇ ਕੋਲ ਆਉਂਦੇ ਨੇ, ਸਾਨੂੰ ਸੇਵਾ ਦਾ ਮੌਕਾ ਦਿਓ। ਵਾਹ, ਇਹੀ ਸੇਵਾ, ਇਹ ਸੇਵਾ ਆਪਣੀ ਕਰਦੇ, ਬਾਅਦ 'ਚ ਉਹਨਾਂ ਦੀ ਸੇਵਾ ਨਹੀਂ ਕਰਦੇ, ਇਹ ਮੁੜ ਕੇ ਡੰਡੇ ਨਾਲ ਵੀ ਸੇਵਾ ਕਰਦੇ ਆ, ਪੁਲਿਸ ਦੇ ਨਾਲ। ਮਤਲਬ ਕੋਈ ਸੈਂਸ ਆਫ ਰਿਸਪੌਂਸਿਬਿਲਟੀ ਨਹੀਂ ਕਿ ਕਿਸੇ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਔਰ ਵਿਸ਼ਵਾਸ ਕਰਕੇ ਤੁਹਾਨੂੰ ਵੋਟ ਪਾ ਕੇ ਜਿਤਾਇਆ, ਤੁਹਾਨੂੰ ਇਸ ਅਹੁਦੇ ਤੇ ਪਹੁੰਚਾਇਆ। ਤੁਸੀਂ ਉਹਨਾਂ ਲੋਕਾਂ ਨਾਲ ਹੀ ਤੁਸੀਂ ਚਾਲ ਚੱਲਦੇ ਹੋ, ਉਹਨਾਂ ਲੋਕਾਂ ਨਾਲ ਹੀ ਤੁਸੀਂ ਗੇਮ ਖੇਡਦੇ ਹੋ ਜਿਨ੍ਹਾਂ ਨੇ ਤੁਹਾਨੂੰ ਇਸ ਅਹੁਦੇ ਤੇ ਪਹੁੰਚਾਇਆ, ਔਰ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਥੇ ਬੈਠੇ ਹੀ ਇਸ ਲਈ ਹਾਂ ਕਿ ਅਸੀਂ ਸਰਕਾਰੀ ਖਜ਼ਾਨੇ ਨੂੰ ਆਪਣੇ ਘਰ ਹੀ ਲੈ ਜਾਈਏ। ਬੜਾ ਅਜੀਬ ਲੱਗਦਾ। ਮਤਲਬ ਇਨਸਾਨੀਅਤ ਦੇ ਨਾਤੇ ਵੀ ਦੇਖ ਲਵੋ ਤਾਂ ਇਹ ਗੱਲ ਸਹੀ ਨਹੀਂ ਹੈ। ਜੇ ਦੇਸ਼ ਦੇ ਨਾਤੇ ਦੇਖ ਲਓ, ਜਿਵੇਂ ਆਪਾਂ ਪਹਿਲਾਂ ਰਾਜ ਧਰਮ ਦੀ ਗੱਲ ਕੀਤੀ ਕਿ ਤੁਸੀਂ ਰਾਜਾ ਬਣ ਗਏ ਹੋ, ਮਤਲਬ ਦੇਸ਼ ਨੂੰ ਚਲਾਉਂਦੇ ਪਏ ਹੋ, ਇਹ ਤੁਹਾਡਾ ਧਰਮ ਹੈ, ਤੁਹਾਨੂੰ ਇੱਦਾਂ ਕਰਨਾ ਚਾਹੀਦਾ ਨਹੀਂ, ਤਾਂ ਵੀ ਤੁਸੀਂ ਕਰਦੇ ਹੋ। ਸਹੀ ਗੱਲ। ਮਤਲਬ ਇਹ ਹੈ ਕਿ ਲੋਕਾਂ ਦੇ ਉੱਤੇ ਤਸ਼ੱਦਦ, ਲੋਕੀ ਵਿਚਾਰੇ ਰੁਲਦੇ ਪਏ ਨੇ, ਭੁੱਖਮਰੀ ਦੇ ਆਲਮ ਦੇ ਅਸੀਂ ਸ਼ਿਕਾਰ ਬਣੇ ਪਏ ਨੇ, ਸਾਡੇ ਬਸ਼ਿੰਦੇ ਪੰਜਾਬ ਦੇ ਇੱਥੇ ਕਪਲੇ ਹੁੰਦੇ ਨੇ ਹਜ਼ਾਰਾਂ ਕਰੋੜ ਦੇ। ਜਿਹੜੀ ਥਾਲੀ 'ਚ ਖਾਂਦੇ ਨੇ ਉਸੇ 'ਚ ਮੋਰੀ ਕਰ ਰਹੇ ਆ, ਜਿਹੜੀ 'ਚ ਤੁਸੀਂ ਖਾਣਾ ਪਾਇਆ ਉਹਦੇ 'ਚ ਮੋਰੀ ਕਰ ਰਹੇ ਆ, ਕਿਉਂਕਿ ਉਹਨੇ ਇਹ ਨਹੀਂ ਕਿਹਾ ਵੀ ਥਾਲੀ ਕਿਹਨੇ ਦਿੱਤੀ ਸਾਨੂੰ, ਖਾਣਾ ਕਿਹਨੇ ਪਰੋਸ ਕੇ ਦਿੱਤਾ, ਕਿੱਥੋਂ ਆ ਗਿਆ ਸਾਨੂੰ, ਇਹ ਭੁੱਲ ਜਾਂਦੇ ਆ। ਕੁਰਸੀ ਇਸ ਤਰ੍ਹਾਂ ਦੀ ਚੀਜ਼ ਹੈ, ਇਹ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਦਿੰਦੀ ਹੈ, ਤੁਹਾਨੂੰ ਅੱਗੇ ਕੁਛ ਨਹੀਂ ਦਿਸਣ ਦਿੰਦੀ, ਸਿਰਫ ਦਿਸਣ ਦਿੰਦੀ ਆ ਆਪਣਾ ਘਰ, ਆਪਣੇ ਲੋਕ, ਉਹੀ ਸਾਰਾ ਕਲਚਰ, ਉਹੀ ਸਾਰਾ ਕੁਛ। ਲੋਕ ਕਹਿੰਦੇ ਕੋਈ ਨਹੀਂ, ਵੋਟਿੰਗ ਹੋ ਗਈ ਤਾਂ ਕੋਈ ਗੱਲ ਨਹੀਂ, 5 ਸਾਲ ਤੁਹਾਨੂੰ ਮੌਜਾਂ, 5 ਸਾਲ ਅਸੀਂ ਬਾਦਸ਼ਾਹ ਹਾਂ, ਅਸੀਂ ਕੁਰਸੀ ਦੇ ਮਾਲਕ ਹਾਂ, ਸਾਨੂੰ ਕੋਈ ਇੱਥੋਂ ਉਠਾ ਨਹੀਂ ਸਕਦਾ। ਇਹ ਹੁੰਦੀ ਹੈ ਆਰਬਿਟਰੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਆਪਣੀ ਮਨ ਮਰਜ਼ੀ, ਪਰ ਲੋਕਾਂ ਤੱਕ ਨਹੀਂ ਪਹੁੰਚ ਦਿੰਦੀ। ਅੱਜ ਨਹੀਂ ਕੱਲ੍ਹ ਨਹੀਂ ਲੋਕਾਂ ਨੇ ਤੁਹਾਨੂੰ ਥੱਲੇ ਲਾ ਹੀ ਦੇਣਾ। ਜੇ ਕੁਝ ਕਹੋ ਤਾਂ ਫਿਰ ਉਹ ਹਾਸਾ ਜਿਹਾ ਜਿਹੜਾ ਉਹ ਛੀ ਕਰਕੇ ਜਿਹੜਾ ਹੱਸਦੇ ਨੇ ਨਾ, ਬੜਾ ਮੁਸ਼ਕੜੀਆਂ 'ਚ ਮੀਸਣਾ ਹਾਸਾ, ਔਰ ਦੂਜੇ ਦਾ ਮਖੌਲ ਉਡਾਉਂਦੇ ਨੇ ਕਿ ਇਹ ਕਿਸ ਤਰ੍ਹਾਂ ਦੇ ਨਾ ਖਿੜਖਿੜ ਕੇ ਹੱਸਣਾ ਬਹੁਤ ਹੈ ਨਾ, ਵੱਖੀਆਂ 'ਚੋਂ ਹਾਸਾ ਨਿਕਲਣਾ ਉਹ ਹੋਰ ਤਰ੍ਹਾਂ ਦਾ, ਮੁਸ਼ਕੜੀਆਂ 'ਚ ਹੱਸਣਾ ਹੋਰ ਹੈਗਾ, ਇਹ ਮੀਸਣਾ ਹਾਸਾ, ਖਿੜਖੜਾ ਕੇ ਹੱਸਣਾ, ਇਹ ਮੀਸਣਾ ਹਾਸਾ। ਇਹ ਮੀਸਣਾ ਹਾਸਾ ਕਿ ਇਹਨਾਂ ਨੇ ਤਾਂ ਇਦਾਂ ਹੀ ਬੋਲਦੇ ਰਹਿਣਾ, ਪਰ ਅਸੀਂ ਜਿਹੜੀ ਗੇਮ ਖੇਡਣੀ ਅਸੀਂ ਆਪਣੀ ਗੇਮ ਖੇਡਦੇ ਰਹਿਣਾ। ਬਾਕੀ ਜਿਹੜੀ ਵਿਜੀਲੈਂਸ ਆਏਗੀ ਜਾਂ ਹੋਰ ਸਾਡੇ ਰੇਡਸ ਹੋਣਗੇ, ਆਪਾਂ ਸੈਟਿੰਗ ਕਰ ਲਾਂਗੇ ਅੰਦਰ ਖਾਤੇ। ਉਹਨੇ ਸੈਟਿੰਗ ਹਰ ਥਾਂ ਤੇ ਥੋੜਾ ਹੋ ਸਕਦੀ ਹੈ, ਇਹ ਸੋਚ, ਇਹ ਸੈਟਿੰਗ ਹਰ ਥਾਂ ਤੇ ਨਹੀਂ ਹੁੰਦੀ। ਕਈ ਆਫਿਸਰਸ ਬੜੇ ਇਮਾਨਦਾਰ ਹੁੰਦੇ ਨੇ, ਉਹ ਸੈਟਿੰਗ ਨਹੀਂ ਕਰਦੇ, ਉਹਨਾਂ ਦੀ ਟ੍ਰਾਂਸਫਰ ਬਹੁਤ ਹੁੰਦੀ। ਜਿਹੜੇ ਇਮਾਨਦਾਰ ਹਨ ਤੇ ਚੌਥੇ ਦਿਨ ਬਿਸਤਰੇ ਨੂੰ ਰੱਸੀ ਪਾ ਕੇ ਰੱਖਦੇ ਆ, ਇਦਾਂ ਨਹੀਂ ਸਾਜ ਉਹ। ਬਿਲਕੁਲ ਠੀਕ ਹੈ, ਇਮਾਨਦਾਰੀ ਨਾਲ ਨੌਕਰੀ ਕਰਨੀ। ਮਤਲਬ ਨਿਜ਼ਾਮ ਦੇ ਵਿੱਚ ਦੋ ਚੀਜ਼ਾਂ ਨੇ, ਇੱਕ ਕਪਲੇ, ਇੱਕ ਟ੍ਰਾਂਸਫਰ। ਇਹ ਦੋ ਚੀਜ਼ਾਂ ਮੇਨ ਚੱਲਦੀਆਂ। ਟ੍ਰਾਂਸਫਰਾਂ 'ਚ ਵੀ ਪੈਸਾ, ਟ੍ਰਾਂਸਫਰਾਂ 'ਚ ਵੀ ਪੈਸਾ। ਕਿੱਥੇ ਦੀ ਟ੍ਰਾਂਸਫਰ ਚਾਹੁੰਦੇ ਹੋ? ਪੀਏ ਸਾਹਿਬ ਨੂੰ ਕਹਿ ਦਿਓ ਜੀ, ਆਹੋ ਕਿੱਥੋਂ ਦੇ ਆਰਡਰ ਲੈਣੇ ਆ ਗਏ ਜੀ, ਇੰਨਾ ਪੈਸਾ ਦੇ ਦਿਓ ਜੀ। ਕਈ ਅੱਜ ਵੀ ਬਹੁਤ ਫੜੇ ਗਏ ਆ, ਜਿੱਥੇ ਵਿਜੀਲੈਂਸ ਵਾਲਿਆਂ ਨੇ ਦੂਜਿਆਂ ਨੇ ਫੜੇ ਬੰਦੇ ਜਿਹੜੇ ਪੈਸਾ ਲੈਂਦੇ ਆ। ASI ਵੀ ਉੱਚ ਹੈਗੇ, ਥਾਣੇਦਾਰ ਵੀ ਹੈਗੇ ਉਹਦੇ 'ਚ, ਹੈ ਨਾ, ਮਾਲ ਵਿਭਾਗ ਦੇ ਬੰਦੇ ਵੀ ਹੈਗੇ ਆ, ਬੜੇ ਕੁਛ ਹੈਗੇ ਲੋਕ। ਇਹ ਨਹੀਂ, ਮੈਂ ਫਿਲਮ ਦੇਖਦਾ ਪਿਆ ਸੀ, ਉਹਦੇ ਵਿੱਚ ਨਾ ਇੱਕ ਫਾਦਰ ਆਪਣੇ ਨਿੱਕੇ ਜਿਹੇ ਬੱਚੇ ਨੂੰ ਬੜੀ ਸੋਹਣੀ ਨਸੀਹਤ ਦਿੰਦੇ ਪਏ ਨੇ ਅੱਜ ਕੱਲ੍ਹ ਦੀ ਦੁਨੀਆ ਦੇ ਮੁਤਾਬਿਕ। ਕਹਿੰਦੇ ਪੁੱਤਰ, ਪੈਸੇ 'ਚ ਬੜੀ ਤਾਕਤ ਹੁੰਦੀ ਹੈ, ਜੇ ਤੁਹਾਡੇ ਕੋਲ ਪੈਸਾ ਨਹੀਂ ਤੇ ਤੁਹਾਡੇ ਆਪਣੇ ਵੀ ਬੇਗਾਨੇ ਬਣ ਜਾਂਦੇ ਨੇ, ਜੇ ਤੁਹਾਡੇ ਕੋਲ ਪੈਸਾ ਹੈ ਤਾਂ ਬੇਗਾਨੇ ਵੀ ਆਪਣੇ ਬਣ ਜਾਂਦੇ ਨੇ। ਪੈਸੇ 'ਚ ਬੜੀ ਤਾਕਤ ਹੁੰਦੀ ਹੈ। ਮੈਂ ਸੋਚਿਆ, ਮੈਂ ਕਿਹਾ ਇਹ 10 ਸਕਿੰਟ ਦਾ ਕਲਿੱਪ ਹੈਗਾ, ਲੇਕਿਨ 10 ਸਕਿੰਟ ਦੇ ਕਲਿੱਪ ਦੇ ਵਿੱਚ ਇਸ ਬੰਦੇ ਨੇ ਪੂਰੀ ਜ਼ਿੰਦਗੀ ਦਾ ਅਰਥ ਕੱਢ ਕੇ ਦੇ ਦਿੱਤਾ, ਜੋ ਅੱਜ ਕੱਲ੍ਹ ਦੀ ਜ਼ਿੰਦਗੀ ਦਾ ਅਰਥ ਹੈ। ਬਿਲਕੁਲ ਬਿਲਕੁਲ, ਜੋ ਹੈਗਾ ਪੈਸੇ ਦੀ ਦੁਨੀਆ ਹੀ ਹੈ, ਪੈਸੇ ਨਾਲ ਨਾਪਿਆ ਜਾਂਦਾ ਹਰ ਚੀਜ਼। ਬਿਲਕੁਲ, ਉਹਦੀ ਲਿਆਕਤ ਨਹੀਂ ਹੁੰਦੀ ਉਹਦੇ 'ਚ, ਕੋਈ ਉਹਦੇ 'ਚ ਉਹਦੀ ਸੂਝਵਾਨ ਨਹੀਂ ਉਹਨੂੰ ਸਮਝਣ ਜਾਂਦੇ। ਜਿਹਦੇ ਜੇਬ ਭਾਰੀ ਹੈ, ਜਿਹਦੇ ਪੈਸੇ ਹੈਗੇ, ਉਹਦੇ ਮਗਰ 35 ਬੰਦੇ ਹੋਰ ਤੁਰੇ ਫਿਰਨਗੇ ਵੀ ਇਹਦੇ ਕੋਲ ਪੈਸਾ ਹੈਗਾ। ਜਦੋਂ ਕੋਲ ਤੁਹਾਡੇ ਕੋਲ ਕੋਈ ਨਹੀਂ ਹੈਗਾ ਪੈਸਾ, ਤੁਸੀਂ ਟੁੱਕੋਂ ਆਤਰ ਜੇ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਛੱਡ ਕੇ ਤੁਹਾਨੂੰ ਦੂਜੇ ਪਾਸੇ ਬਹਿ ਜਾਣਗੇ ਕਿ ਜੇ ਇਹਦੇ ਨਾਲ ਦੀ ਲੰਗੇ ਨੇ ਕਹਿਣਾ ਯਾਰ ਮੇਰਾ ਤਾਂ ਬਹੁਤ ਮਾੜਾ ਹਾਲ ਹੈ, ਮੇਰੇ ਕੋਲ ਰੋਜ਼ੀ ਰੋਟੀ ਦੀ ਬਹੁਤ ਖਪਤ ਨਹੀਂ ਹੈਗੀ, ਬੱਚੇ ਮੇਰੇ ਭੁੱਖੇ ਮਰਦੇ, ਸਾਨੂੰ ਪੈਸੇ ਦੇਣੇ ਪੈਣੇ, ਸਕੇ ਭਰਾ ਵੀ ਭੱਜ ਜਾਂਦੇ। ਬਿਲਕੁਲ, ਇੱਕ ਪੰਜਾਬੀ ਗੀਤ ਵੀ, ਕਿਉਂਕਿ ਤੁਸੀਂ ਤਾਂ ਕਾਫੀ ਲਿਟਰੇਚਰ ਦੀ ਨੌਲੇਜ ਰੱਖਦੇ ਹੋ, ਜੀ ਕਰਦਾ ਹੈ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰਦੇ ਹਾਂ। ਰਫੀ ਨੇ ਗਾਇਆ, ਇਹ ਦੁਨੀਆ ਪੂਜੇ ਪੈਸੇ ਨੂੰ, ਇਨਸਾਨ ਦੀ ਕੀਮਤ ਕੁਝ ਵੀ ਨਹੀਂ। ਜੀ ਕਰਦਾ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ। ਬੜਾ ਅੱਛਾ ਗਾਣਾ ਮੁਹੰਮਦ ਰਫੀ ਜੀ ਨੇ ਗਾਇਆ ਕਿਸੇ ਫਿਲਮ 'ਚ, ਪੰਜਾਬੀ ਫਿਲਮ 'ਚ, ਬੜਾ ਵਧੀਆ ਗਾਣਾ। ਦੁਨੀਆ ਪੂਜੇ ਪੈਸੇ ਨੂੰ, ਇਨਸਾਨ ਦੀ ਕੀਮਤ ਕੁਝ ਵੀ ਨਹੀਂ। ਸਹੀ ਹੈ। ਔਰ ਹਿਊਮਨ ਲਾਈਫ ਮੈਟਰਸ, ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ, ਇਨਸਾਨ ਦੀ ਕੀਮਤ ਹੁੰਦੀ ਹੈ, ਬਹੁਤ ਵੱਡੀ ਕੀਮਤ ਹੁੰਦੀ ਹੈ। ਇਹ ਸਾਨੂੰ ਗੁਰੂ ਸਾਹਿਬਾਨ ਸਮਝਾਉਂਦੇ ਨੇ। ਆਪਾਂ ਅੱਗੇ ਚੱਲੀਏ ਜੀ। ਪੰਜਾਬ ਵਿੱਚ ਹੋਣ ਵਾਲੇ 5 NRI ਸੰਮੇਲਨਾਂ ਦਾ ਐਲਾਨ ਹੋ ਗਿਆ। G20 ਤੋਂ ਬਾਅਦ ਤੇ ਕਾਫੀ ਚਰਚਾ ਸੀ, ਹੁਣ ਇਹ NRI ਸੰਮੇਲਨ ਹੋ ਰਹੇ ਨੇ। ਔਰ ਵੈਸੇ ਵੀ ਭਗਵੰਤ ਮਾਨ ਗਵਰਨਮੈਂਟ ਕਹਿੰਦੀ ਆ ਕਿ ਅਸੀਂ NRIs ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕਰਾਂਗੇ, ਤਾਂ ਕਿ ਉਹਨਾਂ ਨੂੰ ਪੰਜਾਬ ਦੀ ਧਰਤੀ 'ਤੇ ਆਉਣ ਲੱਗਿਆਂ ਕਿਸੇ ਤਰ੍ਹਾਂ ਦਾ ਡਰ ਨਾ ਲੱਗੇ, ਪੰਜਾਬ ਦੀ ਧਰਤੀ 'ਤੇ ਇਨਵੈਸਟ ਕਰਨ ਲੱਗਿਆਂ ਕਿਸੇ ਤਰ੍ਹਾਂ ਦਾ ਡਰ ਨਾ ਲੱਗੇ। ਹਾਂ, ਇਹ ਬਹੁਤ ਵੱਡਾ ਮਸਲਾ ਹੈਗਾ। ਪੰਜਾਬ ਗੌਰਮੈਂਟ ਨੇ ਇਹਨੂੰ ਅੱਗੇ ਲਿਆਂਦਾ ਕਿ ਜਿਹੜੇ ਪ੍ਰਵਾਸੀ ਭਾਰਤੀ ਆ ਉਹਨਾਂ ਨੂੰ ਇੱਥੇ ਸੰਮੇਲਨ ਰਾਹੀਂ ਸੰਬੋਧਨ ਕੀਤਾ ਜਾਵੇ, ਉਹਨਾਂ ਦੇ ਵਿਚਾਰ ਸੁਣੇ ਜਾਣ, ਔਰ ਇਹਨਾਂ ਨੇ ਜਗ੍ਹਾ ਬਿਲਕੁਲ ਇਸ ਵੇਲੇ ਪੱਕੀਆਂ ਕਰ ਲਈਆਂ ਜਿੱਥੇ ਜਿੱਥੇ ਹੈਗਾ
ਸੰਗਰੂਰ ਵੀ ਹੈਗਾ, ਜਲੰਧਰ ਵੀ ਹੈਗਾ, ਕਪੂਰਥਲਾ ਵੀ ਹੈਗਾ, ਅੰਮ੍ਰਿਤਸਰ ਵੀ ਹੈ ਔਰ ਜ਼ਿਲ੍ਹਿਆਂ ਦੇ ਵਿੱਚ ਹੈ। ਜਦੋਂ ਕਿ ਜਲੰਧਰ ਜਿਹੜਾ ਇਹ NRI ਹੱਬ ਆ, ਇੱਥੇ NRI ਦੀ ਐਸੋਸੀਏਸ਼ਨ ਵੀ ਹੈ, ਇੱਥੇ ਪ੍ਰਧਾਨਗੀ ਵੀ ਇਹਨਾਂ ਦੀ ਹੈਗੀ ਹੈ। ਕਿਉਂਕਿ NRI ਪਹਿਲਾਂ ਥੋੜ੍ਹਾ ਜਿਹਾ ਮੂੰਹ ਮੋੜ ਗਏ ਸੀ ਇੱਥੋਂ ਜਾਇਦਾਦ ਦਾ ਕਰਕੇ, ਜਾਇਦਾਦ ਹੜੱਪ ਹੋ ਗਈਆਂ ਉਹਨਾਂ ਦੀਆਂ, ਉਹਨਾਂ ਦੇ ਮਸਲੇ ਜਿਹੜੇ ਹੱਲ ਨਹੀਂ ਸੀ ਹੋ ਰਹੇ। ਕਈ ਜਗ੍ਹਾ 'ਤੇ ਉਹਨਾਂ ਦੀ ਜ਼ਮੀਨਾਂ ਉੱਦਾਂ ਹੀ ਲੋਕਾਂ ਨੇ ਕਬਜ਼ੇ ਮਾਰ ਲਏ ਔਰ ਬਹੁਤ ਕੁਝ ਹੋਇਆ। ਪਰ ਇਹ ਸਰਕਾਰ ਨੇ ਥੋੜ੍ਹੀ ਜਿਹੀ ਸਰਗਰਮੀ ਦਿਖਾਈ ਹੈ ਕਿ ਇਹਨਾਂ ਦੇ ਜਿਹੜੇ ਮਸਲੇ ਉਹਨਾਂ ਨੂੰ ਹੱਲ ਕਰੀਏ ਤਾਂ ਕਿ ਉਹਨਾਂ ਦੇ ਪਹਿਲਾਂ ਜ਼ਬਾਨੀ ਸੁਣੀਏ। ਹੁਣ NRI ਬਹੁਤ ਆਉਣਗੇ ਇੱਥੇ ਔਰ ਉਹ ਤੋਂ ਬਾਅਦ ਹਵਾਈ ਟਿਕਟਾਂ ਉਹਨਾਂ ਨੇ ਬੁੱਕ ਕਰਵਾਤੀਆਂ ਇੰਡੀਆ ਆਉਣ ਦੀਆਂ, ਜਦੋਂ ਕਿ ਕੈਨੇਡਾ ਦੀ ਜਿਹੜੀ ਹੈ ਟਿਕਟ ਹੈ ਇਸ ਵੇਲੇ ਬਹੁਤ ਮਹਿੰਗੀ ਹੋ ਰਹੀ ਹੈ। ਦਸੰਬਰ ਤੋਂ ਉੱਥੇ ਇੱਕ ਸੈਸ਼ਨ ਸ਼ੁਰੂ ਹੋ ਰਿਹਾ, ਜਨਵਰੀ ਤੱਕ ਜਿਹੜੀ ਹੈਗੀ ਜਿੱਥੇ 60,000 ਦੀ ਜਾਂ 50,000 ਦੀ ਜਾਂ 70,000 ਦੀ ਹੁੰਦੀ ਸੀ, ਉਹ 1.5 ਲੱਖ ਦੀ ਹੈ। 1.5 ਲੱਖ ਤੋਂ ਬਾਅਦ ਜਿਹੜੇ ਜਨਵਰੀ ਦੇ ਵਿੱਚ 2.5 ਲੱਖ ਦੀ ਹੋ ਜਾਊਗੀ। ਸਿੰਗਲ ਟਿਕਟ ਇੰਨੀਆਂ ਮਹਿੰਗੀਆਂ ਹੋ ਰਹੀਆਂ ਕਿਉਂਕਿ NRI ਵੀ ਇੱਥੇ ਵੀਰਾਂ ਕੱਤ ਰਹੇ ਆ। ਫਿਰ ਬਾਕੀ ਜਿਹੜੇ ਆ ਉੱਥੇ ਜਿਹੜੇ ਲੋਕ ਜਾ ਰਹੇ ਆ, ਸੈਸ਼ਨ ਹੋ ਰਹੇ ਆ ਪਾਰਲੀਮੈਂਟ ਦੇ ਜਿਹੜੇ ਸੈਸ਼ਨ ਹੋਣੇ ਆ, ਸਮਾਗਮ ਹੋਣੇ, ਉਹਦੇ ਲਈ ਵੀ ਉੱਥੇ ਉਹਨਾਂ ਨੂੰ ਰਹਿਣਾ ਪੈਣਾ। ਇਸ ਵੇਲੇ ਜਿਹੜੇ NRI ਹੈ ਬੜੇ ਬਿਜ਼ੀ ਆ ਕਿਉਂਕਿ ਇਹਨਾਂ ਨੇ ਵਿੱਚ ਮਸਲੇ ਰੱਖ ਲਏ ਆਪਣੇ ਔਰ ਇਹਦੇ ਵਿੱਚ ਧਾਲੀਵਾਲ ਜਿਹੜੇ ਮੰਤਰੀ ਨੇ ਉਹ ਇਹਦੇ ਵਿੱਚ ਸਭ ਤੋਂ ਅੱਗੇ ਆ। ਜਿਹੜੇ ਰੂਰਲ ਦੇ ਪੰਚਾਇਤ ਦੇ ਮੰਤਰੀ ਹੈ, ਡਿਵੈਲਪਮੈਂਟ ਮਿਨਿਸਟਰ ਆ, ਉਹਨਾਂ ਨੇ ਆਪਣਾ ਉਹ ਸਾਰਾ ਅਨਾਊਂਸ ਕਰਤਾ ਅੱਜ ਵੀ ਇਸ ਜਗ੍ਹਾ 'ਤੇ ਹੋਊਗਾ, ਉਹਨਾਂ ਨੂੰ ਅਸੀਂ ਸਹੂਲਤਾਂ ਦੇਵਾਂਗੇ। ਹੋਟਲ ਬੁੱਕ ਕਰਵਾ ਦਿੱਤੇ ਗਏ, ਉਹਨਾਂ ਦੇ ਖਾਣ ਪੀਣ ਦੇ ਪ੍ਰਬੰਧ ਕਰ ਦਿੱਤੇ ਉਹਨਾਂ ਦੇ। ਕੁਝ ਪਰਿਵਾਰ ਲੈ ਕੇ ਆ ਰਹੇ ਆ, ਕੁਝ ਇਕੱਲੇ ਆ ਰਹੇ ਆ ਔਰ ਮੇਰੇ ਖਿਆਲ ਨਾਲ ਇਹ ਜਿਹੜਾ ਮੁੱਦਾ ਉਹਨਾਂ ਨੇ ਲਿਆ ਵਾ ਬੜਾ ਅੱਛਾ ਵਾ ਕਿਉਂਕਿ ਇਹਨਾਂ ਨੇ ਕਿਹਾ ਕਿ NRI ਲਿਸਟ ਪਹਿਲਾਂ ਪੜ੍ਹੋ ਜਿਹਦੇ 'ਚ ਕਿੰਨੇ NRI ਪ੍ਰਵਾਸੀ ਭਾਰਤੀ ਹੈ, ਫਿਰ ਉਹ ਤੋਂ ਬਾਅਦ ਇਨਕਲੂਡ ਕੀਤੇ ਜਾ ਸਕਦੇ ਜਿਹੜੇ ਨਵੇਂ ਆ, ਜਿਨ੍ਹਾਂ ਨੂੰ NRI ਜਿਨ੍ਹਾਂ ਨੂੰ ਹੁਣ ਜਾ ਕੇ ਉੱਥੇ PR ਮਿਲੀ ਹੈ ਜਾਂ ਉੱਥੋਂ ਦੇ ਸਿਟੀਜ਼ਨ ਬਣ ਗਏ ਆ ਸਾਰੇ ਕੰਟਰੀਆਂ 'ਚ। ਇਹ ਨਹੀਂ ਕਿ USA ਤੋਂ ਆ ਰਿਹਾ, NRI ਮੀਨਸ ਸਾਰੇ ਕੰਟਰੀਆਂ 'ਚੋਂ ਜਿਹੜੇ ਆ ਰਹਿਣਗੇ ਪ੍ਰਵਾਸੀ ਭਾਰਤੀ। ਅੱਗੇ ਵੀ ਸੰਮੇਲਨ ਹੁੰਦੇ ਰਹੇ ਪਰ ਐਤਕੀ ਲਾਮਬੰਦ ਵੱਡੇ ਤਰੀਕੇ ਨਾਲ ਹੋ ਰਿਹਾ। ਇਹ ਸਰਕਾਰ ਨੇ ਕਰਵਾਇਆ, ਅਕਾਲੀ ਦਲ ਨੇ ਵੀ ਪਹਿਲਾਂ ਕਰਾਇਆ ਸੀ, ਕਾਂਗਰਸ ਵੀ ਕਰਾਉਂਦੀ ਰਹੀ ਹੈ, ਪਰ ਖਾਸ ਤੌਰ 'ਤੇ ਇੱਥੇ ਜਲੰਧਰ ਜ਼ਿਆਦਾ ਹੁੰਦੇ ਰਹੇ ਔਰ ਬਾਕੀ ਜਿਹੜੇ ਸੂਬੇ ਨੇ ਉਹਨਾਂ 'ਚੋਂ ਵੀ ਲੋਕ ਆ ਸਕਦੇ ਆ। ਪਰ ਬੇਸਿਕਲੀ ਪੰਜਾਬ ਨੇ ਕੀਤਾ, ਜਿਸ ਤਰ੍ਹਾਂ ਇਹਨਾਂ G20 ਵਾਲਾ ਸ਼ੁਰੂ ਕਰ ਦਿੱਤਾ, ਉਹ ਵੀ ਲੱਗ ਰਿਹਾ ਅੰਮ੍ਰਿਤਸਰ ਔਰ ਇਹਦੇ ਨਾਲ ਇਹ ਰੌਣਕਾਂ ਲੱਗਣਗੀਆਂ ਪੰਜਾਬ ਦੇ ਵਿੱਚ। ਅੱਛੀ ਗੱਲ ਹੈਗੀ ਹੈ, ਵਧੀਆ, ਠੀਕ ਹੈ ਜੀ। NRIs ਆਉਣ ਅਤੇ ਆਪਣੇ ਪੰਜਾਬ ਨੂੰ ਸੰਭਾਲਣ ਜੀ। ਅਤੇ ਜਿਹੜੀ ਅਮਰੀਕਾ ਦੇ ਵਿੱਚ ਪਰੌਂਠਿਆਂ ਦੀ ਕਮੀ ਹੋ ਗਈ, ਕਮੀ ਨੂੰ ਵੀ ਪੂਰਾ ਕਰਨਗੇ। ਉਹ ਹੁਣ ਇਹਨਾਂ ਨੇ ਰੱਖਣੇ, ਉਹ ਇਸ ਮਸਲਿਆਂ 'ਚ ਆਊਗੀ। ਉਹਨਾਂ ਨੇ ਕਹਿਣਾ ਭਗਵੰਤ ਮਾਨ ਜੀ ਹੁਣ ਤਾਂ ਨਾ ਕੋਈ ਪਰੌਂਠਾ ਦਾ ਮਸਲਾ ਰਹਿ ਗਿਆ ਉਹਦਾ ਅਤੇ ਨਾ ਆਟਾ ਜਾ ਰਿਹਾ, ਤੁਸੀਂ ਅੱਜ ਜਿਹੜੀਆਂ ਬੋਰੀਆਂ ਲਾਈਆਂ ਆਪਣੇ ਪਿੰਡ ਕਣਕ ਦੀਆਂ ਕਿਉਂ ਨਹੀਂ ਭੇਜਦੇ ਹਵਾਈ ਜਹਾਜ਼ 'ਤੇ? ਹਵਾਈ ਜਹਾਜ਼ ਉਹਨਾਂ ਦੇ ਆਪਣੇ ਹੈਗੇ ਆ, ਬਹੁਤ ਪ੍ਰਵਾਸੀ ਭਾਰਤੀਆਂ ਦੇ ਹਵਾਈ ਜਹਾਜ਼ ਆਪਣੇ। ਟੱਟ ਬ੍ਰਦਰਜ਼ ਨੇ ਹੈਗੇ ਉੱਥੇ ਆ ਔਰ ਬੜੇ ਬਾਠ ਹੈਗੇ ਆ ਉੱਥੇ, ਬੜੇ ਅਮਰੀਕਾ 'ਚ ਹੀ ਬੈਠੇ ਲੋਕ, ਉਹਨਾਂ ਕੋਲ ਆਪਣੇ ਔਰਚਡ ਆ, ਬਾਗ ਬਗੀਚੇ ਆ ਬਹੁਤ ਵੱਡੇ। ਬਿਲਕੁਲ ਜੀ, ਬਿਲਕੁਲ ਲੋਕ। ਸੋ ਠੀਕ ਹੈ ਜੀ, ਪਰੌਂਠਿਆਂ ਦਾ ਮਸਲਾ ਜ਼ਰੂਰ ਹੱਲ ਹੋਣਾ ਚਾਹੀਦਾ ਅਤੇ ਬਹੁਤ ਵੱਡਾ ਇਸ਼ੂ, ਨੈਸ਼ਨਲ ਇਸ਼ੂ ਬਣ ਗਿਆ ਹੁਣ ਤੇ। ਇਸ਼ੂ ਬਣ ਗਿਆ। ਚਲੋ ਜੀ, ਕੇਂਦਰ ਨੇ ਕੋਲਜ਼ੀਅਮ ਨੂੰ ਕਈ ਜੱਜਾਂ ਦੀਆਂ ਨਿਯੁਕਤੀਆਂ ਦੀਆਂ ਫਾਈਲਾਂ ਮੋੜੀਆਂ। ਇਹ ਬਹੁਤ ਤਗੜਾ ਪੰਗਾ ਪਿਆ ਹੋਇਆ ਜੀ। ਇਹ ਮਾਮਲਾ ਬੜਾ ਸੰਗੀਨ ਮਾਮਲਾ ਸੀਗਾ ਜਿਹੜਾ ਕੋਲਜ਼ੀਅਮ ਦਾ ਬਣਿਆ ਸੀਗਾ। ਜਿਊਰੀ ਇਹਨਾਂ ਦੇ ਵਿੱਚ ਚੀਫ ਜਸਟਿਸ ਆ, ਉਹਨਾਂ ਨਾਲ ਬਾਕੀ ਜਿਊਰੀ ਬੈਠਦੀ ਹੈ ਔਰ ਕੇਂਦਰ ਨੂੰ ਉਹਨਾਂ ਨੇ ਭੇਜਿਆ ਪ੍ਰਮੋਟ ਕਰਕੇ ਕਿ ਜਿਹੜੇ ਜੱਜ ਨੇ ਹਾਈ ਕੋਰਟ ਦੇ, ਹੁਣ ਸੁਪਰੀਮ ਕੋਰਟ ਦੇ ਜੱਜ ਬਣਨ ਲਈ ਲਾਇਕ ਨੇ, ਇਹਨਾਂ ਦੀ ਫਾਈਲ ਤੁਹਾਡੇ ਕੋਲ ਚਲੇ ਗਈ ਹੈ, ਇਹਨੂੰ NOC ਸਾਨੂੰ ਇਹਦੀ ਦੇ ਦਿਓ, ਅਪਰੂਵਲ 'ਤੇ ਸਾਈਨ ਕਰ ਦਿਓ। ਸਬਮਿਟ ਹੋ ਗਈ ਫਾਈਲ। ਉਹ ਪਹਿਲਾਂ ਤਾਂ ਫਾਈਲ ਉੱਥੇ ਪਈ ਰਹੀ, ਕਿਸੇ ਨੇ ਵੇਖਿਆ ਨਹੀਂ। ਬਾਅਦ 'ਚ ਉਹਨਾਂ ਨੇ ਕੱਟ ਵੱਢ ਕਰ ਦਿੱਤੀ। ਇੱਕ ਕਿਰਪਾਲ ਜੀ ਆ ਜਿਹੜੇ ਸਮਲਿੰਗਿੰਗ ਵੀ ਹੈ, ਉਹਨਾਂ ਨੂੰ ਇਹਨਾਂ ਨੇ ਉੱਤੇ ਜ਼ਿਆਦਾ ਇਤਰਾਜ਼ ਕੀਤਾ। ਉਹਨਾਂ ਦੇ ਫਾਦਰ, ਕਿਰਪਾਲ ਜੀ ਦੇ ਫਾਦਰ ਆਪ ਜੀ ਚੀਫ ਜਸਟਿਸ ਰਹੇ ਸੁਪਰੀਮ ਕੋਰਟ ਦੇ ਔਰ ਉਹ ਤੋਂ ਬਾਅਦ ਉਹਨਾਂ ਦੇ ਜ਼ਿਆਦਾ ਇਹਨਾਂ ਨੇ ਸਾਰਾ ਕੁਛ ਗੱਲ ਨੂੰ ਰੋਕਿਆ। ਉਹਨਾਂ ਦੀ ਫਾਈਲ 'ਤੇ ਜ਼ਿਆਦਾ ਮਾਰਕ ਕਰਕੇ ਲਿਖ ਦਿੱਤਾ ਉਹਨਾਂ 'ਤੇ ਔਰ ਇਹ ਤੋਂ ਬਾਅਦ ਬਾਕੀ ਜੱਜ ਨੇ ਉਹਨਾਂ ਵਿੱਚ ਕੁਛ ਨੂੰ ਇਹਨਾਂ ਅਪਰੂਵਲ ਦੇ ਦਿੱਤੀ ਹੈ, ਸੈਂਟਰ ਨੇ ਕੁਛ ਨੂੰ ਨਹੀਂ ਦਿੱਤੀ। ਪਰ ਇਹਦੇ ਨਾਲ ਓਵਰਆਲ ਕੀ ਹੋਊਗਾ? ਇਹਦਾ ਓਵਰਆਲ ਸਿਸਟਮ ਡਿੱਗੇਗਾ। ਇਹਦੇ ਨਾਲ ਜਿਹੜਾ ਪ੍ਰਸ਼ਾਸਨ ਕਰਨ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਉਹ ਪ੍ਰਸ਼ਾਸਨ ਦੇ ਵਿੱਚ ਵੀ ਬੜੀ ਵਿਘਨ ਪਏਗਾ। ਜਿਉਂ ਕਿ ਇਹਨਾਂ ਨੇ ਲੇਟ ਕਰਤਾ ਅਤੇ ਫੈਸਲੇ ਫਿਰ ਉੱਥੇ ਦੇ ਉੱਥੇ ਰਹਿ ਜਾਣੇ। ਅੱਗੇ ਵੀ ਫੈਸਲੇ ਜਿਹੜੇ ਆ ਉਹਨੇ ਕੁਇਕਲੀ ਨਹੀਂ ਹੋ ਰਹੇ। ਜਦੋਂ 'ਚ ਲੋਕ ਸੰਗਤ ਦਰਸ਼ਨ ਨਾਲ ਬਾਦਲ ਸਾਹਿਬ ਦੇ ਕੋਲ ਆ ਕੇ ਜਾਂਦੇ ਸੀ, ਜਿਊਰੀ ਨਾਲ ਬੈਠਦੀ, ਉਸ ਵੇਲੇ ਸੋਲਵ ਕਰ ਦਿੰਦੇ ਸੀ। ਪੰਜਾਬ ਦੇ ਮਸਲੇ ਬਹੁਤ ਸੀ, ਕਤਲਾਂ ਦੇ ਮਾਮਲੇ ਆ, ਜ਼ਮੀਨਾਂ ਦੇ ਮਾਮਲੇ ਆ, ਬੜਾ ਕੁਝ ਸੀਗੇ, ਹਰ ਸੂਬੇ ਦੇ ਮਾਮਲੇ ਆ। ਬਿਲਕੁਲ ਸਹੀ ਗੱਲ। ਪਰ ਜੇ ਹੁਣ ਇਹਨਾਂ ਨੂੰ ਨਹੀਂ ਇਹ ਨਜਿੱਠਣਗੇ, ਜੇ ਸੈਂਟਰ ਨੂੰ ਕੁਇਕਲੀ ਨਹੀਂ ਭੇਜੂਗੀ ਸਾਈਨ ਕਰਕੇ, ਤੇ ਇਹਦਾ ਮਤਲਬ ਉਹ ਨਾਮ ਵਾਲੀ ਗੱਲ ਹੀ। ਦੇਖੋ ਨਾ, ਗੱਲ ਇਹ ਹੈ ਨਾ, ਇਹ ਜਿਹੜੇ ਵੱਡੇ ਵੱਡੇ ਅਹੁਦੇ ਨੇ ਹਾਈ ਕੋਰਟ ਦੇ, ਸੁਪਰੀਮ ਕੋਰਟ ਦੇ, ਇਹ ਕਿਤੇ ਨਾ ਕਿਤੇ ਜਾ ਕੇ ਇਹ ਪੋਲੀਟੀਕਲ ਪੋਸਟ ਹੀ ਹੁੰਦੀਆਂ ਨੇ। ਪੋਲੀਟੀਕਲ ਉੱਤੋਂ ਪ੍ਰੈਸ਼ਰ ਹੁੰਦਾ, ਕਿਉਂਕਿ ਅਸੀਂ ਵੈਸੇ ਕਹਿੰਦੇ ਹਾਂ ਕਿ ਜਿਹੜੀ ਸਾਡੀ ਜੁਡੀਸ਼ਰੀ ਹੈ ਅਕੋਰਡਿੰਗ ਟੂ ਕੌਨਸਟੀਟਿਊਸ਼ਨ ਇਹ ਵੱਖਰੀ ਹੈ, ਆਜ਼ਾਦ ਹੈ, ਇਹ ਸਿਰਫ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਅੰਡਰ ਆਉਂਦੀ ਹੈ, ਠੀਕ ਹੈ ਨਾ। ਪਰ ਕਿਤੇ ਨਾ ਕਿਤੇ ਜਿਹੜੀਆਂ ਵੱਡੀਆਂ ਨਿਯੁਕਤੀਆਂ ਹੁੰਦੀਆਂ ਨੇ ਉਹਦੇ ਵਿੱਚ ਪੋਲੀਟਿਕਸ ਦੀ ਇੰਟਰਫੇਰੈਂਸ ਹੁੰਦੀ ਹੈ ਔਰ ਪੋਲੀਟੀਕਲ ਪ੍ਰੈਸ਼ਰਸ ਹੁੰਦੇ ਨੇ। ਇਹ ਪੋਸਟ ਪੋਲੀਟੀਕਲ ਦੀ ਹੁੰਦੀਆਂ ਨੇ ਔਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਿੱਦਾਂ ਵਿੱਚੋਂ ਕੋਈ ਨਿਊਜ਼ ਆਉਂਦੀ ਹੈ, ਕਈ ਵਾਰ ਇਹਦੇ ਉੱਤੇ ਚੈਲੰਜ ਵੀ ਕੀਤਾ ਜਾਂਦਾ ਹੈ। ਕਿਤੇ ਨਾ ਕਿਤੇ ਦੇਖਦੇ ਹਾਂ ਕਿ ਜਿਹੜੇ ਫੈਸਲੇ ਨੇ
ਉਹਨਾਂ ਉੱਤੇ ਵੀ ਕਈ ਵਾਰ ਪ੍ਰੈਸ਼ਰ ਮਹਿਸੂਸ ਹੁੰਦਾ ਕਿ ਇਹ ਸ਼ਾਇਦ ਕਿਸੇ ਪ੍ਰੈਸ਼ਰ ਦੇ ਵਿੱਚ ਲਿੱਤਾ ਗਿਆ ਫੈਸਲਾ ਹੈ। ਇਹ ਵੀ ਇਦਾਂ ਦੀਆਂ ਗੱਲਾਂ ਵੀ ਕਈ ਐਕਸਪਰਟਸ ਕਰਦੇ ਨੇ। ਜਿਸ ਤਰ੍ਹਾਂ ਤੁਹਾਨੂੰ ਦੱਸੀਏ ਕਿ ਜਿਸ ਤਰ੍ਹਾਂ ਜਿਹੜੀਆਂ ਏਜੰਸੀਆਂ ਜਿਸ 'ਚ CBI ਹੈ, ED ਹੈ, ਜਿਸ 'ਚ ਵਿਜੀਲੈਂਸ ਹੈ, ਜਿਸ 'ਚ ਸਾਰੀਆਂ ਏਜੰਸੀਆਂ ਇਨਕੁਆਰੀ ਵਾਲੀਆਂ, ਉਹ ਸਾਰੀਆਂ ਦਾ ਸਾਰਾ ਜੋ ਕੁਛ ਉਹਦੇ ਪਿੱਛੇ ਲੱਗਿਆ ਹੁੰਦਾ, ਜੋ ਪਿਛੋਕੜ ਹੁੰਦਾ ਸਰਕਾਰ ਦਾ ਹੁੰਦਾ, ਸਰਕਾਰ ਵੱਲੋਂ ਹੀ ਹੁਕਮ ਹੁੰਦੇ ਆ ਅਤੇ ਉਹ ਸਾਰਾ ਕੁਛ ਹੁੰਦਾ। ਹੁਣ ਪੰਜਾਬ 'ਚ ਵਿਜੀਲੈਂਸ ਕਿੰਨੇ ਕੇਸ ਫੜੀ ਜਾਂਦੀ ਹੈ, ਕਿੰਨਾ ਕੁਛ ਹੋ ਰਿਹਾ, ਮੰਤਰੀ ਅੰਦਰ ਕਰ ਰਿਹਾ, ਇੱਧਰ ਜੰਗਲਾਤ ਵਾਲਾ ਜੀ, ਫੂਡ ਐਂਡ ਸਪਲਾਈ ਦਾ ਮਾਮਲਾ ਹੈਗਾ ਜੀ, ਇਹ 'ਚ ਚਾਰਾ ਘੁਟਾਲਾ ਜੀ, ਫਲਾਨਾ ਘੁਟਾਲਾ, ਪਤਾ ਨਹੀਂ ਕਿੰਨੇ ਘੁਟਾਲੇ ਆ ਗਏ। ਉਦੋਂ ਕਿਉਂ ਨਹੀਂ ਸੀ ਆਈ, ਉਦੋਂ ਕਿਉਂ ਨਹੀਂ ਉਂਗਲ ਕਿਸੇ ਨੇ ਚੁੱਕੀ, ਉਦੋਂ ਵਿਜੀਲੈਂਸ ਕੀ ਕਰਦੀ ਸੀ? ਇਸ ਵੇਲੇ ਪਤਾ ਕਿ ਜਦੋਂ ਦੂਜੀ ਗੌਰਮੈਂਟ ਆਉਂਦੀ ਹੈ ਉਹ ਫਿਰ ਪੋਣ ਛਾਣ ਕਰਦੀ ਆ ਕੇ, ਫਾਈਲਾਂ ਉਹਨਾਂ ਕੋਲ ਪਈਆਂ ਹੁੰਦੀਆਂ, ਉਹ ਸਾਰੀਆਂ ਉੱਥੇ ਪਈਆਂ ਵਿਧਾਨ ਸਭਾ 'ਚ ਉਹਨਾਂ ਦੀ ਅਲਮਾਰੀਆਂ 'ਚ, ਉਹ ਜਦੋਂ ਕੱਢਦੇ ਆ ਫਿਰ ਘਪਲੇ ਦੇ ਘਪਲਾ ਸਾਰਾ ਕੁਛ ਨਿਕਲ ਆਉਂਦਾ। ਇਹੀ ਹਾਲ ਬਾਕੀ ਸੂਬਿਆਂ ਦਾ, ਸੈਂਟਰ 'ਚ ਵੀ ਇੱਦਾਂ ਬੜਾ ਕੁਛ ਹੁੰਦਾ। ਇਹ ਇੰਡੀਆ ਦਾ ਜਿਹੜਾ ਸਾਡਾ ਸਾਰਾ ਕੁਛ ਦੇਸ਼ ਆ ਜਿਹਨੂੰ ਅਸੀਂ ਭਾਰਤ ਵਰਸ਼ ਕਹਿੰਦੇ, ਇਹਦੇ ਵਿੱਚ ਇੱਕ ਨਹੀਂ ਗਾ, ਇਹਦੇ 'ਚ ਕਈ ਚੀਜ਼ਾਂ ਬੈਠੀਆਂ ਨੇ, ਸਿਰਫ ਆਟੇ 'ਚ ਲੂਣ ਨਹੀਂ ਗਾ, ਇਹ ਸਾਰਾ ਕੁਛ ਉਹੀ ਵਿਗੜਿਆ ਸਾਰਾ। ਉਹ ਜਿੱਦਾਂ ਆਉਂਦੇ ਵੀ ਦਾਲਾਂ 'ਚ ਜਿਹੜੇ ਕੋਕੜੂ ਹੁੰਦੇ ਆ, ਉਹ ਕੋਕੜੂ ਨਹੀਂ, ਸਾਰਾ ਕੋਕੜੂ ਹੀ ਆ, ਦਾਲ ਤਾਂ ਘੱਟ ਹੀ ਹੈ। ਇਹ ਹਾਲ ਐਗਜ਼ੈਕਟਲੀ। ਔਰ ਇਹ ਜਿਹੜੀ ਹੈ ਸਿਹਤ ਵਾਸਤੇ ਠੀਕ ਨਹੀਂ ਹੈ, ਦੇਸ਼ ਦੀ ਸਿਹਤ ਵਾਸਤੇ ਇੱਦਾਂ ਦੀ ਖੁਰਾਕ ਠੀਕ ਨਹੀਂ ਹੈ। ਇਹ ਖੁਰਾਕ ਚੇਂਜ ਹੋਣੀ ਚਾਹੀਦੀ ਹੈ, ਸਹੀ ਖੁਰਾਕ ਮਿਲਣੀ ਚਾਹੀਦੀ ਹੈ। ਅਮਰੀਕਾ 'ਚ ਤਾਂ ਇਕੱਲੇ ਪਰੌਂਠਿਆਂ ਨੂੰ ਹੁੰਦੇ, ਇੱਥੇ ਤੇ ਆਟਾ ਕੀ, ਇੱਥੇ ਤੇ ਕੁਛ ਜਿਹੜਾ ਨਾ ਅਚਾਰ ਵੀ ਨਹੀਂ ਮਿਲੂਗਾ, ਇੱਥੇ ਸਾਰਾ ਆਵਾ ਉੱਤੇ, ਇੱਥੇ ਗੰਢੇ ਨਾਲ ਰੋਟੀ ਖਾਣੀ ਮੁਸ਼ਕਿਲ ਹੋ ਜੂਗੀ ਇਸ ਹਿਸਾਬ ਨਾਲ। ਬਿਲਕੁਲ ਸਹੀ ਗੱਲ ਹੈ। ਬੜੀ ਸੋਹਣੀ ਟਰਾਂਸਲੇਸ਼ਨ ਕਿਸੇ ਨੇ ਕੀਤੀ ਸੀ, ਆਪਾਂ ਕਹਿੰਦੇ ਆ ਨਾ ਟੋਟਲ ਕਿਓਸ, ਇੱਕ ਨੂੰ ਕੀ ਰੋਨੀ ਹੈ, ਇੱਥੇ ਤੇ ਆਵਾ ਹੀ ਉੱਤੇ ਪਿਆ। ਇੰਨੀ ਅੱਛੀ ਗੱਲ ਹੈ। ਇਹ ਅਖਾਣ ਮੁਹਾਵਰੇ ਹੁੰਦੇ ਆ ਨਾ, ਲੋਕੋਕਤੀਆਂ ਹੁੰਦੀਆਂ ਜਿਹਨਾਂ ਨੂੰ ਆਪਾਂ ਕਹਿੰਦੇ, ਉਹ ਮੁਹਾਵਰੇ। ਔਰ ਕਿਸੇ ਨੇ ਇਹਨੂੰ ਹਿੰਦੀ 'ਚ ਟਰਾਂਸਲੇਟ ਕਰ ਦਿੱਤਾ ਉਵੇਂ ਐਜ਼ ਇਟ ਇਜ਼। ਇੱਕ ਕੋ ਕਿਆ ਰੋਤੀ ਹੈ, यहाँ तो आवा ही ऊता पड़ा है। मैं क्या भाजी मेरे ते दया करो, ਇਹ ਟਰਾਂਸਲੇਸ਼ਨ ਰੱਖੋ ਆਪਣੇ ਕੋਲ, ਸਾਨੂੰ ਨਹੀਂ ਚਾਹੀਦੀ। ਆਪਣੀ ਭਾਸ਼ਾ 'ਚ ਆਪਣਾ ਪਰ ਜੋ ਬੇਸਿਕ ਖਾਣ ਦਾ ਮੁਹਾਵਰੇ ਦਾ, ਉਹਦਾ ਆਪਣੀ ਲੱਜਤ ਹੁੰਦੀ ਹੈ। ਬਿਲਕੁਲ ਬੋਲਿਆ ਜਾਂਦਾ ਨਾ ਉਹਨੂੰ, ਉਹਦਾ ਆਪਣਾ ਹੀ ਹੁੰਦਾ। ਉਹ ਨਹੀਂ ਕਹਿੰਦੇ ਵੀ ਤੁਸੀਂ ਆਂਦਾ ਵੀ ਇਹ ਥੁੱਕਾਂ ਨਾਲ ਬੜੇ ਬਣਾ ਰਿਹਾ, ਆਂਦੇ ਪਾਪੜ ਇੱਦਾਂ ਨਹੀਂ ਬਣ ਦਿੰਦੇ, ਜਾਂ ਹਵਾ ਦੇ ਕੜਾਹ ਬਣਾ ਰਿਹਾ। ਇਹ ਚੀਜ਼ਾਂ ਹੁੰਦੀਆਂ ਵੀ ਗੱਪਾਂ ਮਾਰ ਰਹੇ ਆ, ਉਹਦੇ 'ਚ ਇਹ ਨਹੀਂ ਗੱਲ ਹੁੰਦਾ ਜੀ ਗੁੜ ਪਾਏ ਕੜਾਹ ਬਣਨਾ, ਗੁੜ ਪਾਏ ਕੜਾਹ ਬਣਨਾ, ਗੱਲਾਂ ਦਾ ਕੜਾਹ ਨਹੀਂ ਬਣਨਾ ਨਾ। ਲਓ ਜੀ, ਸੁਖਬੀਰ ਬਾਦਲ ਇੱਕ ਦੇ ਰਹੇ ਨੇ ਬਿਆਨ, ਕਹਿੰਦੇ ਜੀ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਗਈ ਹੈ ਵਿਗੜ, ਇਸ ਕਰਕੇ ਭਗਵੰਤ ਮਾਨ ਅਸਤੀਫਾ ਦੇਣ। ਇਹਨਾਂ ਦੇ ਵੈਸੇ ਬਿਆਨ ਜਿਹੜੇ ਹੁੰਦੇ ਬੜੇ ਖਾੜਕੂ ਔਰ ਬੜੇ ਤਕੜੇ ਹੁੰਦੇ ਆ, ਬੜੇ ਜੋਸ਼ ਵਾਲੇ ਹੁੰਦੇ ਆ। ਅਰੇ ਸਰਕਾਰ ਚੱਲਣ ਤੇ ਦਿਓ, ਹੁਣੇ ਅਸਤੀਫੇ ਦਿਵਾਉਣ ਲੱਗ ਪਏ ਹੋ। ਅਜੇ ਗੋੜੇ 'ਚ ਪੂਣੀ ਦੇ ਇੱਕ ਨਹੀਂ ਕੱਤੀ, ਅਜੇ ਉਸੇ ਤਰ੍ਹਾਂ ਪਿਆ ਸਾਰਾ ਕੁਛ ਚਰਖਾ, ਜੇ ਫਿਰ ਉਸੇ ਤਰ੍ਹਾਂ ਲੀਹਾਂ ਤੇ ਨਹੀਂ ਹੈਗਾ। ਇਹ ਪਹਿਲਾਂ ਦੇ ਤਕੜਾ ਜਿਹੜਾ ਮਰੋੜ ਦਿਓ, ਤੋੜ ਦਿਓ। ਸੁਖਬੀਰ ਜੀ ਨੂੰ ਗੱਲ ਪੁੱਛਿਆ ਹੈ ਕਿ ਭਗਵੰਤ ਮਾਨ ਅਸਤੀਫਾ ਦੇ ਦੇਣ, ਚਲੋ ਫਿਰ ਉਸ ਤੋਂ ਬਾਅਦ ਕੀ ਹੋਣਾ ਚਾਹੀਦਾ? ਫਿਰ ਵੋਟਾਂ, ਮਤਲਬ ਆਹੀ ਕੰਮ ਕਰਨੇ ਨੇ ਆਉਣਗੇ ਤੇ ਫਿਰ ਆਉਣਗੇ। ਫਿਰ ਇਹ ਚਾਹੁੰਦੇ ਆ ਫਿਰ ਅਸੀਂ ਪ੍ਰਧਾਨ ਬਣ ਕੇ ਹਰ ਸੂਬੇ ਦੇ, ਤੇ ਅਸੀਂ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਦੇ ਅਸੀਂ ਰਹੀਏ। ਦੂਜਾ ਜਿਹੜਾ ਮੰਤਰੀ ਜਾਂ ਮੁੱਖ ਮੰਤਰੀ ਆ, ਇਹਨਾਂ ਨੂੰ ਉਹ ਅੱਖਾਂ ਦੇ ਸਾਹਮਣੇ ਜ਼ਹਿਰ ਲੱਗਦਾ। ਇਹੀ ਗੱਲ ਹੈਗੀ ਹੈ, ਲੋਕਾਂ ਦੀ ਵੀ ਗੱਲ ਹੈਗੀ ਹੈ। ਮਤਲਬ ਪਹਿਲਾਂ ਤੁਸੀਂ 10 ਸਾਲ ਰਹੇ ਹੀ ਹੋ, ਉਦੋਂ ਕੀ ਕੀਤਾ? ਲੋਕਾਂ ਨੇ ਵੋਟ ਪਾ ਕੇ ਤੁਹਾਨੂੰ ਘਰ ਬਿਠਾਇਆ, ਨਹੀਂ ਪਾਈਆਂ। ਹੁਣ ਇਹ ਅਸਤੀਫਾ ਦੇ ਦੇਣ, ਫਿਰ ਉਸ ਤੋਂ ਅੱਗੇ ਨੈਕਸਟ ਸਟੈਪ ਕੀ ਹੋਣਾ ਚਾਹੀਦਾ? ਤੁਹਾਨੂੰ CM ਬਣਾਇਆ ਜਾਵੇ, ਕਿਸੇ ਹੋਰ ਨੂੰ ਬਣਾਇਆ ਜਾਵੇ, ਕੀ ਕੀਤਾ ਜਾਵੇ? ਅਗਲਾ ਸਟੈਪ ਵੀ ਤੇ ਦੱਸੋ ਨਾ। ਨਸ਼ਾਖੋਰੀ ਜਾਂ ਨਸ਼ੇ ਦੀ ਦਲਦਲ ਜੋ ਹੈਗੇ, ਪਹਿਲਾਂ ਪੰਜਾਬ 'ਚ ਨਹੀਂ ਸੀ, ਇਹਨਾਂ ਦੇ ਟਾਈਮ ਤੇ ਨਹੀਂ ਸੀਗਾ, ਪਿਓਰ ਸੀ ਪੰਜਾਬ 'ਚ, ਕੋਈ ਨਸ਼ਾ ਨਹੀਂ ਲੈਂਦਾ, ਕੋਈ ਸ਼ਰਾਬ ਨਹੀਂ ਸੀ ਪੀਂਦਾ, ਕੋਈ 7 ਮਹੀਨੇ ਹੋਏ ਨੇ ਹਜੇ ਆਇਆ ਨੂੰ ਨਹੀਂ ਸੀਗੇ। ਕਾਂਗਰਸ ਦੇ ਟਾਈਮ ਤੇ ਕੀ ਹੋਇਆ ਸੀਗਾ, ਜਦੋਂ ਕੈਪਟਨ ਸਾਹਿਬ ਨੇ ਸਹੁੰ ਖਾ ਕੇ ਕਹਿਤਾ ਸੀਗਾ ਕਿ ਇਹ ਤੋਂ ਬਾਅਦ ਇਹ ਮੈਂ ਸਾਰਾ ਕੁਝ ਖਤਮ ਕਰ ਦੂੰਗਾ, ਉਦੋਂ ਕੀ ਬੰਦ ਨਹੀਂ ਹੋਇਆ? ਜੇ ਹੁਣ ਭਗਵੰਤ ਮਾਨ ਦੇ ਟਾਈਮ ਤੇ ਜੇ ਚੱਲ ਰਿਹਾ, ਤੇ ਪਿਛਲੀਆਂ ਜੜ੍ਹਾਂ ਤੇ ਪਹਿਲੋਂ ਜੜ੍ਹਾਂ ਤੋਂ ਉੱਥੋਂ ਆਈਆਂ, ਜੇ ਬ੍ਰਾਂਚਾਂ ਬਣ ਗਈਆਂ, ਟਾਹਣੀਆਂ ਫਿਰ ਫੈਲ ਗਈਆਂ, ਤੇ ਇਹਦੇ 'ਚ ਭਗਵੰਤ ਮਾਨ ਦਾ ਤਾਂ ਮੇਰਾ ਖਿਆਲ ਬਹੁਤਾ ਕਸੂਰ ਨਹੀਂ ਹੋਊਗਾ। ਦੇਖੋ ਬਾਕੀ ਸਰਕਾਰਾਂ ਦਾ ਵੀ ਕਸੂਰ ਨਹੀਂ ਹੈਗਾ, ਲੋਕਾਂ ਦਾ ਆਪਣਾ ਵੀ ਕਸੂਰ ਹੈਗਾ। ਮੈਂ ਦੇਖੋ ਨਾ ਇਹ ਗੱਲ ਸੁਣ ਕੇ ਹੈਰਾਨ ਆ ਕਿ ਬਰਗਾੜੀ ਕਾਂਡ ਹਜੇ ਵੀ, ਜੀ ਬਿਲਕੁਲ, ਇਹ ਉਹਨਾਂ ਦਾ ਅਕਾਲੀ ਦਲ ਦੇ ਟਾਈਮ ਦਾ ਹੋਇਆ, ਬਹਿਬਲ ਕਲਾਂ, ਹਾਂ ਉਹਨਾਂ ਦੇ ਟਾਈਮ ਦਾ ਹੋਇਆ। ਅਜੇ ਤੱਕ ਸਾਰਾ ਕੁਛ ਹੈ ਜੋ ਬੇਅਦਬੀ ਕੀਤੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ, ਔਰ ਉਸ ਟਾਈਮ ਦੀ ਗੱਲ ਜਿਹੜੀ ਹੈਗੀ ਹੈ, ਕਈ ਸਰਕਾਰਾਂ ਆ ਕੇ ਚਲ ਗਈਆਂ, ਕੁਛ ਹੋ ਗਿਆ। ਅਜੇ ਤੱਕ ਕਿੰਨੇ ਉੱਥੇ ਇਹਨਾਂ ਨੇ ਇਨਕੁਆਇਰੀ ਕੀਤੀ ਹੈ, ਕਿੰਨੇ ਪੁਲਿਸ ਅਫਸਰ ਉੱਥੇ ਆਏ ਆ, ਗੋਲੀ ਕੌਣ ਚਲਾ ਗਿਆ, ਕਿੰਨੇ ਲੋਕ ਮਰ ਗਏ ਆ, ਪ੍ਰਦਰਸ਼ਨੀ ਨੂੰ ਕਿਹਨੇ ਰੋਕਿਆ, ਅਜੇ ਤੱਕ ਦੱਸਿਆ ਨਹੀਂ ਗਿਆ ਕਿ ਉਸ ਵੇਲੇ ਦੀ ਹਕੂਮਤ ਨੇ, ਗ੍ਰਹਿ ਮੰਤਰੀ ਕੌਣ ਸੀ ਉਦੋਂ, ਹੈ ਨਾ, ਪੰਜਾਬ ਦਾ, ਔਰ ਉਦੋਂ ਮੁੱਖ ਮੰਤਰੀ ਕੌਣ ਸੀਗਾ, ਕੋਈ ਨਹੀਂ ਗਾ। ਸਾਰਾ ਕੁਛ ਠੰਡੇ ਬਸਤੇ 'ਚ ਪਾ ਦਿੰਦੇ ਆ। ਤੁਹਾਡੀ ਗੱਲ ਸਹੀ ਹੈ। ਇਹ ਸਾਰਾ ਕੁਛ ਇਹ ਹੋਗਾ ਕਿ ਲੋਕਾਂ ਦੇ ਅੱਖਾਂ 'ਚ ਹੀ ਰਹੂਗਾ, ਉਹਦਾ ਕੋਈ ਕਨਕਲੂਜਨ ਨਹੀਂ, ਕੋਈ ਸਿੱਟਾ ਨਹੀਂ ਨਿਕਲੂਗਾ, ਕੋਈ ਨਤੀਜਾ ਨਹੀਂ ਨਿਕਲੂਗਾ। ਮਤਲਬ ਸਿੱਧੀ ਗੱਲ ਇਹ ਹੈ ਕਿ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਅਸਤੀਫਾ ਦੇ ਦਿਓ, ਅਸੀਂ ਕੋਈ ਪੱਖ ਨਹੀਂ ਪੂਰਦੇ ਪਏ ਕਿਸੇ ਦਾ, ਨਾ ਸਾਨੂੰ ਪੱਖ ਪੂਰਨ ਦੀ ਕੋਈ ਲੋੜ ਹੈ। ਅਸੀਂ ਇੱਕ ਸਿੱਧੀ ਸਾਦੀ ਗੱਲ ਕਰਦੇ ਹਾਂ ਕਿ ਭਗਵੰਤ ਮਾਨ ਅਸਤੀਫਾ ਦੇ ਦੇਣ, ਓਕੇ, ਨੈਕਸਟ ਅੱਗੇ ਕੀ ਹੋਣਾ ਚਾਹੀਦਾ?
ਬਸ ਉਹ ਵੀ ਇਲੈਕਸ਼ਨ ਤਾਂ ਹੋਣੀ ਉਹ ਵੀ ਕਲੀਅਰ ਕਰੋ। ਪਹਿਲੋਂ ਪੰਜਾਬ ਕਰਜ਼ਾਈ ਹੋਇਆ, ਕਰਜ਼ੇ ਦੀ ਪੰਡ ਥੱਲੇ ਆਇਆ ਪਿਆ, ਫਿਰ ਇਲੈਕਸ਼ਨ ਫਿਰ ਪੈਸਾ ਹੋਊਗਾ, ਪੈਸਾ ਇਲੈਕਸ਼ਨ ਤੇ ਫਿਰ ਲੱਗੂਗਾ, ਮਸ਼ੀਨਰੀ ਫਿਰ ਘੁੰਮੂਗੀ, ਗੱਡੀਆਂ ਫਿਰ ਚੱਲਣਗੀਆਂ, ਪੈਟਰੋਲ ਅੱਗੇ ਮਹਿੰਗਾ ਹੈਗਾ, ਡੀਜ਼ਲ ਪਹਿਲੋਂ ਨਹੀਂ ਕਹਿੰਦੇ ਨੇ ਕਿ ਸ਼ਾਇਦ ਪੈਟਰੋਲ ਸਸਤਾ ਹੋ ਜਾਵੇ 14 ਰੁਪਏ। ਹਾਂ, ਇਹ ਕਿਹਾ ਜਾ ਰਿਹਾ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸ਼ਾਇਦ ਕੀਮਤ ਘਟਦੀ ਪਈ ਹੈ ਕੱਚੇ ਤੇਲ ਦੀ। ਅੱਛੀ ਖਬਰ ਹੋ ਸਕਦਾ ਹੈ, ਦੇਖੋ ਕੀ ਫੈਸਲੇ ਹੁੰਦੇ ਨੇ। ਹਾਂ ਵਧੀਆ, ਵੈਸੇ ਬਹੁਤ ਹੀ ਮਤਲਬ ਮਜ਼ੇਦਾਰ ਗੱਲ ਬਣੇਗੀ ਜਦੋਂ ਹੋਈ, ਦਿਲਚਸਪ ਘਟਨਾ ਹੋਏਗੀ। ਕ੍ਰੈਡਿਟ ਮੋਦੀ ਸਰਕਾਰ ਨੂੰ ਜਾਊਗਾ, ਘਟ ਜਾਂਦਾ ਕ੍ਰੈਡਿਟ ਉਹਨਾਂ ਨੇ ਲੈਣਾ। 2024 ਦੀਆਂ ਇਲੈਕਸ਼ਨ ਹੈਗੀਆਂ, ਲੋਕ 14 ਰੁਪਏ ਦਾ। ਚਲੋ ਆਪਾਂ ਅੱਗੇ ਵਧੀਏ। ਲਓ, ਮੋਦੀ ਜੀ ਦੀ ਗੱਲ ਕੀਤੀ ਤੇ ਮੋਦੀ ਜੀ ਆ ਗਏ ਨੇ। ਮੋਦੀ ਬਾਰੇ ਖੜਕੇ ਦੀ ਟਿੱਪਣੀ ਤੋਂ ਬਾਅਦ ਭਾਜਪਾ ਤੇ ਕਾਂਗਰਸ ਆਮੋ ਸਾਹਮਣੇ। ਉਹਨਾਂ ਨੇ ਕਿਹਾ ਨਾ ਕਿ ਝੂਠਿਆਂ ਦੀ ਸਰਕਾਰ ਹੈ। ਖੜਕੇ ਸਾਹਿਬ ਨੇ ਕਹਿ ਦਿੱਤਾ, ਜਿਹੜੇ ਕਾਂਗਰਸ ਦੇ ਪ੍ਰਧਾਨ ਨੇ, ਰਾਸ਼ਟਰੀ ਪ੍ਰਧਾਨ। ਰਾਵਣ ਵੀ ਕਿਹਾ ਉਹਨਾਂ ਨੇ, ਰਾਵਣ ਦਾ ਵੀ ਕਿਹਾ ਉਹਨਾਂ ਨੇ ਕਿ ਉੱਥੇ 100 ਸਿਰ ਲੱਗੇ ਆ ਉਹਨਾਂ ਦੇ, ਜਿੱਥੇ ਗੁਜਰਾਤ ਦੇ ਵਿੱਚ ਇੰਨੀਆਂ ਸਹੂਲਤਾਂ ਤੇ ਇੰਨੀ ਜਗ੍ਹਾ ਤੇ ਖਲੋ ਗਏ ਆ, ਸਾਰਾ ਕੁਛ ਹੈ। ਵੈਸੇ ਟਾਈਮ ਹੁਣ ਥੋੜ੍ਹਾ ਰਹਿ ਗਿਆ, ਪਰ ਆਪਾਂ ਇਹਨੂੰ ਥੋੜ੍ਹਾ ਜਿਹਾ ਉਸ ਤਰੀਕੇ ਨਾਲ ਸਮਾਪਤ ਕਰਦੇ ਹਾਂ ਕਿ ਖੜਕੇ ਸਾਹਿਬ ਨੇ ਕਹਿ ਦਿੱਤਾ ਕਿ ਇਹਦੇ ਵਿੱਚ ਜੋ ਕੁਛ ਇਹਨਾਂ ਨੇ ਕਹਿ ਦਿੱਤਾ ਉਹ ਬੇਬੁਨਿਆਦ ਆ। ਉਹਦੇ ਵਿੱਚ ਕੋਈ ਧਿਰ ਇਹਨਾਂ ਦੇ ਨਾਲ ਨਹੀਂ ਚੱਲਣਾ ਚਾਹੁੰਦੀ, ਜਦੋਂ ਕਿ ਇਹਨਾਂ ਨੇ ਜੋ ਸਹੂਲਤਾਂ ਮੁਹੱਈਆ ਕਰਨ ਦੀ ਗੱਲ ਕਹੀ ਆ, ਇਹ ਸਿਰਫ ਤੇ ਸਿਰਫ ਇਲੈਕਸ਼ਨ ਕਰਕੇ ਕਹੀ ਆ ਉਹਨਾਂ ਨੇ। ਖੜਕੇ ਸਾਹਿਬ ਵੀ ਪ੍ਰਧਾਨ ਨੇ ਕਾਂਗਰਸ ਦੇ, ਕਿਉਂਕਿ ਵਿਰੋਧੀ ਪਾਰਟੀ ਉਹਨਾਂ ਨੂੰ ਰੋਕੂਗੀ ਜਦੋਂ ਇਹਨਾਂ ਦਾ ਕੋਈ ਫਾਇਰ ਹੋਊਗਾ, ਤਾਂ ਫਾਇਰ ਨੂੰ ਅੱਗੇ ਰੋਕਣ ਲਈ ਵਿਰੋਧੀ ਪਾਰਟੀ ਹੈ ਨੈਸ਼ਨਲ ਪਾਰਟੀ ਕਾਂਗਰਸ। ਖੜਕੇ ਸਾਹਿਬ ਉਹਦੇ ਹੈੱਡ ਨੇ, ਔਰ ਉਹਨਾਂ ਨੇ ਕਹਿ ਦਿੱਤਾ ਕਿ ਜੇ ਅਸੀਂ ਪੰਜਾਬ ਤੋਂ ਸ਼ੁਰੂ ਕਰਕੇ ਬਾਕੀ ਸੂਬਿਆਂ 'ਚ ਵੀ ਘੱਟੋ ਘੱਟ ਜਾਣ ਦੇਵਾਂਗੇ ਕਿ ਕਿੱਥੇ ਕਿੱਥੇ ਕੀ ਸਹੂਲਤਾਂ ਮਿਲੀਆਂ। ਪਰ ਉਹਨਾਂ ਨੂੰ ਇਹ ਵੀ ਖਬਰ ਪਹੁੰਚ ਗਿਆ ਕਿ ਜਿਹੜਾ ਰੂਰਲ ਡਿਵੈਲਪਮੈਂਟ ਦਾ 2800 ਕਰੋੜ ਰੁਪਈਆ ਸੀ, ਉਹ ਹੁਣ ਉੱਤੇ ਜ਼ੀਰੋ ਲੱਗ ਗਿਆ, ਕਾਂਟਾ ਲੱਗ ਗਿਆ, ਉਹ ਨਾ ਨੁੱਕਰ ਹੋ ਗਈ ਆ, ਉਹ ਪੈਸਾ ਬਿਲਕੁਲ ਨਹੀਂ ਮਿਲਣਾ। ਇਹ ਵੀ ਉਹਨਾਂ ਤੱਕ ਗੱਲ ਪਹੁੰਚ ਗਈ ਆ ਐਸੇ ਟਿੱਪਣੀ ਨਾਲ ਹੀ। ਔਰ ਇਹਦੇ ਨਾਲ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ ਹੈਗੀਆਂ, ਉੱਥੇ ਉੱਥੇ ਦੂਜੀਆਂ ਸਰਕਾਰਾਂ ਬੈਠੀਆਂ, ਉੱਥੇ ਕੋਈ ਪੈਸਾ ਵੀ ਨਹੀਂ ਦਿੱਤਾ ਜਾਊਗਾ। ਔਰ ਬਾਕੀ ਸਰਕਾਰਾਂ ਦਾ ਜਿਹੜਾ ਉਹਨਾਂ ਨੇ ਤੁਲਨਾ ਕੀਤੀ ਆ, ਉਹ ਜਿੱਥੇ ਜਿੱਥੇ ਸੂਬਿਆਂ 'ਚ ਬੈਠੀਆਂ, ਉਹਨਾਂ 'ਚ ਵੀ ਇਹਨਾਂ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ। ਹੁਣ ਆਪਸੀ ਫਸਵਾਂ ਮੈਚ ਖੜਕੇ ਸਾਹਿਬ ਦਾ ਔਰ ਮੋਦੀ ਸਾਹਿਬ ਦਾ, ਇਹਦੇ ਵਿੱਚ ਕੌਣ ਨਿੱਤਰਦਾ, ਕੌਣ ਜਿੱਤਦਾ, ਔਰ ਕੌਣ ਜਾ ਕੇ ਆਪਣੀ ਰੁਮਾਲੀ ਦੇ ਕੇ ਤੇ ਪੈਸਾ ਪ੍ਰਾਪਤ ਕਰ ਲੈਂਦਾ। ਰੁਮਾਲੀ ਹੁੰਦੀ ਹੈ ਨਾ, ਰੁਮਾਲੀ ਦੇ ਕੇ ਪੈਸਾ ਪ੍ਰਾਪਤ ਕਰ ਲੈਂਦਾ। ਵੈਸੇ ਖੜਕੇ ਸਾਹਿਬ ਦਾ ਨਾਮ ਵੀ ਆਪਣੇ ਆਪ ਦੇ ਵਿੱਚ ਨਾ ਖੜਕਾ ਦੇਣ ਵਾਲਾ, ਪੂਰਾ ਬੋਲਦੇ ਆ, ਅੱਛੀ ਟਿੱਪਣੀ ਕਰਦੇ ਆ, ਖੜਕਾ ਦਿੰਦੇ ਨੇ। ਹਾਂ, ਰਾਹੁਲ ਗਾਂਧੀ ਜੀ ਨੇ ਅੱਛਾ ਪ੍ਰਧਾਨ ਚੁਣਿਆ, ਵਧੀਆ ਗੱਲ ਹੈਗੀ ਆ। ਚਲੋ ਹੁਣ ਚਾਲੇ ਪਾਏ ਜਾਣ ਜ਼ਰੂਰ ਬਕਾਇਦਾ, ਤੇ ਸਾਡੇ ਦਰਸ਼ਕ ਸਾਨੂੰ ਆਪਣੇ ਵਿਚਾਰ ਜ਼ਰੂਰ ਇਨਬਾਕਸ ਕਰਨ, ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰਨ। ਚਲੋ ਜੀ, ਚੱਲੀਏ। ਸਤਿ ਸ਼੍ਰੀ ਅਕਾਲ।